सोसाइटी दिल्ली मैं सारे तहे दिलों स्वागत कहा जी कहना हाँ थोड़ा अभिनंदन कहा। चाइना की कहावत है कि लम्बे तो बाद सफर भी पहले कदम तो शुरू होंदा है। लंबे तो लंबा सफर भी पहले तो शुरू होंदा। जे असी ने पिछोकड़ ਨੂੰ ਝਾੜ ਰਹੀਏ ਤਾਂ ਲਗਭਗ ਮਾਰਚ ਦੇ ਮਹੀਨੇ ਆਪਾਂ ਸ਼ੁਰੂਆਤ ਕੀਤੀ ਸੀ ਦਿੱਲੀ ਰੰਗ ਮੰਚ ਤੇ ਦਿੱਲੀ ਪੰਜਾਬੀ ਰੰਗ ਮੰਚ ਤੇ ਗੱਲਬਾਤ ਸ਼ੁਰੂ ਕੀਤੀ ਸੀ ਔਰ ਉਸ ਦਾ ਆਹਿਸਤਾ ਆਪਾਂ ਚੱਲ ਗਏ ਅੱਜ ਤੱਕ 6 ਮਹੀਨੇ ਸਨ ਆਪਾਂ ਪੰਜਾਬੀ ਰੰਗ ਮੰਚ ਤੇ ਗੱਲ ਕਰ ਰਹੇ ਹਾਂ। ਹਲੇ ਵੀ ਮੈਨੂੰ ਲੱਗਦਾ ਕਿ ਸਾਨੂੰ 2 ਸਾਲ ਹੋਰ ਦੇ ਆਪਾਂ ਪੰਜਾਬੀ ਰੰਗ ਤਾਂ ਵੀ ਪੂਰਾ ਪਕੜ ਪਾਉਂਗੇ। ਇੰਨਾ ਕੰਮ ਪੰਜਾਬੀ ਰੰਗਮੰਚ ਹੋਇਆ ਹੈ ਔਰ ਜਦ ਜੋ ਮੇਰੀ ਜਾਣਕਾਰੀ ਹੈ ਐਜੂਕੇਟ ਹੋ ਰਹਾ ਤਾਂ ਮੈਨੂੰ ਪਤਾ ਲੱਗ ਜਾਂਦਾ ਕਿ ਪੰਜਾਬ ਅੰਦਰ ਬੈਠੇ ਕੱਲੇ ਬੈਠਾ ਬੰਦਾ ਕੱਲਾ ਤਹਿਸੀਲ ਬੰਦਾ ਬੈਠਾ ਕਿੰਨਾ ਕੰਮ ਕਰ ਰਿਹਾ ਔਰ ਇਹ ਮੈਨੂੰ ਜਾਣਕਾਰੀ ਤੁਹਾਡੇ ਕੋਲੋਂ ਮਿਲ ਰਹੀ ਹੈ ਔਰ ਮੈਂ ਇਸ ਗੱਲ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਹ ਮੈਨੂੰ ਜਿਸ ਦੀ ਇਨਫੋਰਮੇਸ਼ਨ ਜਿਹੜੀ ਮੈਨੂੰ ਮਿਲ ਗਿਆ ਉਸ ਇਨਫੋਰਮੇਸ਼ਨ ਤੁਹਾਡੇ ਰਾਹੀਂ ਜਿਹੜਾ ਹੈ ਹਿੰਦੁਸਤਾਨ ਦੇ ਦੂਜੇ ਸੂਬਿਆਂ ਤੱਕ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਕਿੱਦਾਂ ਦਾ ਰੰਗ ਮੰਚ ਰਿਹਾ ਪੰਜਾਬੀ ਕਿੱਦਾਂ ਵੱਧ ਕੇ ਕੰਮ ਕਰ ਰਹੇ। ਜੇ ਅਸੀਂ ਬਾਕੀ ਸੂਬਿਆਂ ਦੇ ਰੰਗ ਨੂੰ ਵੇਖੀਏ ਤਾਂ ਹੁਣ ਮੈਨੂੰ ਲੱਗਦਾ ਕਿ ਸਾਡੇ ਬੰਦੇ ਜਿਹੜੇ ਰੰਗਕਰਮੀ ਪੰਜਾਬ ਦੇ ਉਹਨਾਂ ਨੂੰ ਮਿਹਨਤ ਜ਼ਿਆਦਾ ਕਰ ਪੈ ਰਹੀ ਹੈ ਉਹਨਾਂ ਨੂੰ ਸੰਘਰਸ਼ ਜ਼ਿਆਦਾ ਕਰ ਪੈ ਰਿਹਾ ਕਿਉਂਕਿ ਪੰਜਾਬ ਵਿੱਚ ਉਹਨਾਂ ਸਾਡੇ ਕੋਲ ਆਡੀਟੋਰੀਅਮ ਨਹੀਂ ਹੈ ਉਨੀ ਸੁਵਿਧਾ ਨਹੀਂ ਹੈਗੀ ਹੈ और जो ऑडिटोरियम है भी तो शहर या चंडीगढ़ हो गया अमृतसर हो गया एक अद्धा लुधियाना हो गया जलंधर है एक अद्धा लेकिन बाकी सूबियां विच ऑडिटोरियम की प्रॉब्लम है। ये गल सच कि पंजाब वालियां नूं प्रॉब्लम नहीं हैगी दिल्ली वालियां नूं प्रॉब्लम ही आ। दिल्ली विच पंजाबी रंग मतलब है कि तुहानूं पंजाबी एक्टर तुहाडे कोल नहीं गए खानी दी भी बैठो साडी भी वेखे हल्दी बारी कि जर्सी बोले हो ते इधर ਜਿਹੜਾ ਹੈ ਉਸ ਮੈਂ 1.5 ਲੱਖ ਕਿਤੇ ਪਾਏਗਾ ਇਹ ਦੂਜੀ ਵੀ ਕਰਮ ਕਰਾਂ ਕੁਝ ਹਿਸਾਬ ਨਾਲ ਕੀ ਮੁਸ਼ਕਲ ਔਰ ਲਿਮ पंजाब अंदर बिना ऑडिटोरियम दे करना मैं देखा हो रहा हॉल दे विच नहीं हो रहा ओपन जगह दे टेंट आके काम हो रहा इस वास्ते मैं सारे सैल्यूट मारना और जिथे जिसने भी कोशिश की है जिसका मन लगे जी बारे कि उन्होंने ऑडिटोरियम आया ते सैल्यूट कि तुसी रकम वास्ते ना कुछ कर रहे हो कोई होए वो अपनी मदरी भी कीता सकता जे असी आप मदरीमान विच ਸਾਨੂੰ ਇਸ ਗੱਲ ਦੀ ਸ਼ਰਮ ਨਹੀਂ ਆਣੇਗੀ ਹੈ ਕਿ ਮਾਜਵਾਨ ਇਸ ਕਿਉਂ ਕਰ ਰਿਹਾ। ਮੈਂ ਵੇਖਿਆ ਕਿ ਦੂਜੀ ਭਾਸ਼ਾ ਦਾ ਇੰਗਲਿਸ਼ ਹੋਏ ਜਾਂ ਹੀ ਹੋਏ ਉਹ ਜਾਣ ਦੀ ਕੋਸ਼ਿਸ਼ ਜ਼ਰੂਰ ਕਰ ਆਪਣੀ ਮੂਲ ਜ਼ਬਾਨ ਦੇ ਨਹੀਂ ਔਰ ਸਾਰੇ ਨੂੰ ਜਾਣਦੇ ਆ ਕਿ ਆਪਣੀ ਮਾਤਰੀ ਚ ਨਾਟ ਕਰਨਾ ਇਸ ਰਾਹ ਤੇ ਚੱਲਣ ਦਾ ਕੋਈ ਬਿਰਲਾ ਹੀ ਜਿਹੜਾ ਇਕੱਲੇ ਪਨਾਹ ਇਹ ਸਭ ਕਾਰਮਾਈ ਹੈ। शेखर मोली गिरीश कर्नाड तेंदुलकर दल सरकार प्रेमचंद बुलशाह कबीर इन्हां ने ओही संस्कृति और सभ्यता पैदा की जिहड़ी ये भाषा दे सन ये सभ्यता रह रही और इसे उन्हां नूं उस सभ्यता दा बड़ा फक्र भी सीगा जिस वजूद उन्होंने फक्र भी था। जे असी नाटे शीशे विच वेखीए तां कौम अपने चेहरे नूं वेखदी रहिंदी है किसी भी नाटक दे विच कौम अपने चेहरे वेखदी है और जिस कौम विच अपने टेढ़े मेढ़े चेहरे नूं वेखण दा हौसला नहीं होंदा और उस टेढ़े मेढ़े नूं कढ के अपने उस चेहरे सवारा हिम्मत नहीं दा वो कभी अच्छा नाटक नहीं सकती अच्छा नाटक नहीं जिस कौम खुदा जज्बा नहीं होगा बेहतर होने की ख्वाहिश होंगी और ड्रामे अंदर अपनी कौम का नंगापन दर्द होया नहीं बिक सकती ऐसी कौम भी चंगा नाटक नहीं सकती ऐसी कौम चंगा नाटक नहीं कर सकती।
ਜੇ ਅਸੀਂ ਵੇਖੀਏ ਕਿਸੇ ਵੀ ਵਿਅਕਤੀ ਦਾ, ਆਦਮੀ ਦਾ, ਰਾਸ਼ਟਰ ਦਾ ਆਤਮ ਸਨਮਾਨ ਹੀ ਢਲ ਕੇ ਕਲਾ ਦੇ ਸਾਜ ਵਿੱਚ ਆਉਂਦਾ ਹੈ। ਦੂਜੀ ਭਾਸ਼ਾ ਵਾਲੇ ਕਦੇ ਵੀ ਤੁਹਾਡੀ ਭਾਸ਼ਾ ਵਿੱਚ ਜਾਂ ਮੇਰੀ ਭਾਸ਼ਾ ਵਿੱਚ, ਹਿੰਦੀ ਵਾਲੇ ਕਦੇ ਪੰਜਾਬੀ ਵਿੱਚ ਉਹਨਾਂ ਚ ਨਾਟਕ ਨਹੀਂ ਲਿਖ ਸਕਦੇ, ਕਿਉਂਕਿ ਉਹ ਅਲੱਗ ਇੱਕ ਸੱਭਿਅਤਾ ਹੈ। ਬੰਗਾਲੀ ਵਾਲਾ ਕਦੇ ਵੀ ਪੰਜਾਬੀ ਨਾਟਕ ਨਹੀਂ ਲਿਖੇਗਾ, ਉਸੇ ਤਰ੍ਹਾਂ ਪੰਜਾਬੀ ਬੋਲਣ ਵਾਲਾ ਕਦੇ ਬੰਗਾਲੀ ਨਾਟਕ ਨਹੀਂ ਲਿਖ ਸਕਦਾ। ਇਸੇ ਕਰਕੇ ਸਾਨੂੰ ਆਪਣੀ ਮਾਂ ਬੋਲੀ ਹਮੇਸ਼ਾ ਮਾਣ ਹੋਣਾ ਚਾਹੀਦਾ, ਆਪਣੀ ਮਾਂ ਬੋਲੀ ਤੇ ਸਾਨੂੰ ਰੱਖਣਾ ਚਾਹੀਦਾ। ਔਰ ਜੋ ਵੀ ਕਰ ਰਹੇ हैं अपना बोले और माँ भी नाटक खेलना सानू अपने बड़ा फौर होना है। मैं दिल्ली था, हिंदी नाटक कर रहा, लेकिन पहचान इस है कि मैं पंजाबी थिएटर कर रहा और पहचान बहुत फक्र है कि मैं हाँ पंजाबी, हालांकि हिंदी थिएटर, इंग्लिश थिएटर, उर्दू थिएटर मैं बहुत दिया। खैर ਅਸੀਂ ਗੱਲ ਕਰਾਂ ਅੱਜ ਇਸ ਸਮਾਰੋਹ ਦੀ, ਅੱਜ ਪ੍ਰੋਗਰਾਮ ਦੀ ਬਹੁਤ ਸ਼ਖਸੀਅਤ ਆਈਆਂ ਜਿਨ੍ਹਾਂ ਦੇ ਕੰਮ ਨੂੰ ਮੈਂ ਵੇਖ ਮੈਨੂੰ ਅੱਜ ਬੜੀ ਸ਼ਰਮ ਆ ਰਹੀ, ਮੈਂ ਉਹ ਮਿਹਨਤ ਕਰ ਪਾ ਰਿਹਾ ਜੀ, ਮਿਹਨਤ ਇਹਨਾਂ ਲੋਕਾਂ ਨੇ ਕੀਤੀ ਹੈ। ਸਾਡੇ ਦੋਨਾਂ ਨਾਲ ਪਹਿਲੀ ਸ਼ਖਸੀਅਤ ਸਾਡੇ ਸਾਹਮਣੇ ਵੀ ਕੁਲਵੰਤ ਕੌਰ ਜੀ, ਮੈਂ ਤੁਹਾਡਾ ਜੀਆਂ ਨੂੰ ਕਹਿਣਾ, ਤੁਹਾਨੂੰ ਸਵਾਗਤ ਰਹਾ ਕਿ ਤੁਸੀਂ ਇਸ ਮੰਚ ਤੇ ਮੇਰੇ ਆਏ ਤੇ ਸਾਡੇ ਮੰਚ ਦੀ ਸਾਡੀ ਸ਼ੋਭਾ ਵਧਾਈ ਹੈ। ਦੂਜੀ ਸਾਡੀ ਦੀ ਜਿਹੜੀ ਹੈ ਗੁਰਵਿੰਦਰ ਜੀ, ਜਿਹੜੇ ਕਿ ਪਟਿਆਲਾ ਤੋਂ, ਮੈਂ ਉਹਨਾਂ ਦਾ ਵੀ ਬਹੁਤ ਸਵਾਗਤ ਕਰਨਾ ਔਰ ਇਸ ਦਾ ਸ਼ੁਕਰਾਨਾ ਰਹਾ ਤੁਸੀਂ ਨੇ ਕਹੇ ਤੇਰੀ ਸਾਡੇ ਇਸ ਪ੍ਰੋਗਰਾਮ ਵਿੱਚ। ਇਸ ਤੋਂ ਪਹਿਲਾਂ ਸਾਡੇ ਬਹੁਤ ਚੰਗੇ ਪੰਜਾਬ ਵਿੱਚ ਨਾਮ गुरुमान जी, शताता जी, केवल तालीवाल जी, आप भी, कारदू जी, काजल जी, विजय जी, अनिल शब्दीश जी, अनिल महेंद्र जी, इंद्र गोल्डी और मार्क साहब, हर कोहली जी, कर चुके हैं। ਆਪਾਂ ਪੂਰੇ ਪ੍ਰੋਗਰਾਮ ਨੂੰ ਵੀਡੀਓ ਵੀ ਜਾਂਦੇ ਔਰ ਵੀਡੀਓ हिंदुस्तान भी डिस्ट्रीब्यूट करने देखो पूरे हिंदुस्तान में भी करनी ਤੁਹਾਡੀ ਬਾਤ ਜੋ ਹੈ ਸੁਣੀ ਜਾਏਗੀ ਪੂਰੇ ਹਿੰਦੁਸਤਾਨ ਔਰ ਆਪਾਂ ਬਹੁਤ ਦਿਨ ਦਾ ਵਕਤ ਕੀਤਾ, ਬਹੁਤ ਹੀ ਡਾਕਟਰ ਨਰਿੰਦਰ ਮੋਦੀ ਆਏ ਸੀ, ਜੀ ਆਈ ਸੀ, ਅਲੀ ਸੜੇ ਕੇ ਛੱਤੀਸਗढ़ ਰਾਜ ਤੋਂ ਸੇ ਸਾਗਰ ਸੀਗੇ, ਖਾਲੀ ਹੈਂਡ ਸਪੈਸ਼ਲ ਤੋਂ ਆਈ ਸੀ और असल रवेता मुंबई कश्मीर तो सीगे, पसंद काटर जो सीगे और ड्रामा ਉਹ ਵੀ ਸਾਡੇ ਨਾਲ ਅਜੇ ਪੰਜਾਬ ਅਕੈਡਮੀ ਦੀ ਭੂਮਿਕਾ ਆਪਾਂ ਇੱਕ ਵਰਕਸ਼ਾਪ ਕੀਤੀ, ਜਿਹਦੇ ਬਾਕੀਆਂ ਗੱਲਾਂ ਹੋਈਆਂ। ਪੰਜਾਬੀ ਇਹ ਵੀ ਆਪਾਂ ਗੱਲ ਕੀਤੀ ਸੀ, ਪੰਜਾਬੀ ਰੰਗਮੰਚ ਦੀ ਚੁਣੌਤੀਆਂ ਦੀ ਗੱਲ ਕੀਤੀ ਸੀ। ਰਵਿੰਦਰ ਕੁਮਾਰ ਜੀ ਹੈਗੇ ਉਸ ਟਾਕ ਵਿੱਚ ਸਾਡੇ ਨਾਲ ਸੀ ਤੇ ਬਹੁਤ ਚੰਗੀਆਂ ਗੱਲਾਂ ਆਪਾਂ ਕਰ ਚੁੱਕੇ ਹਾਂ, ਬਹੁਤ ਚੰਗੀਆਂ ਗੱਲਾਂ ਹੋਣ ਵਾਲੀਆਂ। ਤੇ ਮੈਂ ਅੱਜ ਦੀ ਜਿਹੜੀ ਸ਼ੁਰੂਆਤ ਹੈ, ਸਾਡੇ ਅੱਜ ਦੇ ਹੋਸਟ ਹੈ ਜਿਹੜੇ ਜਗਜੀਤ ਸਰੀ ਸਾਹਿਬ ਨੂੰ ਮੈਂ ਅੱਜ ਤੋਂ ਨਹੀਂ ਲਗਭਗ 25-30 ਤੋਂ ਜਾਣਦਾ, ਜੋ ਦਿੱਲੀ ਅੰਦਰ ਸੀ। ਮੈਂ ਉਹਨਾਂ ਦਿੱਲੀ ਦੇ ਕੰਮ ਵੇਖਿਆ ਔਰ ਮੈਨੂੰ ਜਿੰਨਾ ਮੈਂ ਕਰਦਾ ਰਿਹਾ ਮੈਨੂੰ ਵੇਖਿਆ, ਡਾਕਟਰ ਜਗਜੀਤ ਸਾਹਿਬ ਹਮੇਸ਼ਾ ਮੈਨੂੰ ਅਪਰੀਸ਼ੀਏਟ ਆ, ਮੇਰੇ ਕੰਮ ਦੀ ਸਰਾਹਨਾ ਕੀਤੀ ਹੈ, ਮੈਨੂੰ ਹਰ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਮੈਂ ਉਹਨਾਂ ਦੇ ਕੰਮ ਦਿੱਲੀ ਚ ਬਾਹਰ ਵੇਖਿਆ, ਲੇਕਿਨ ਉਹਨਾਂ ਦਾ ਨਾਮ ਵੀ ਜਾਣਦਾ ਕਿ ਪੰਜਾਬ ਰੰਗਮੰਚ ਉਹਨਾਂ ਦਾ ਬਹੁਤ ਪਿਆਰ ਔਰ ਬੜੀ ਖੁਸ਼ੀ ਅੱਜ ਸਾਡੇ ਨਾਲ ਹੈ ਕਾਲਜੀ ਡਰਾਮਾ ਸੁਸਾਇਟੀ ਵੱਲੋਂ, ਉਹ ਤੁਹਾਡੇ ਨਾਲ ਬਾਤ ਕਰਾਂਗੇ ਔਰ ਮੈਂ ਸਿਰਫ ਸੁਣਾਂਗਾ। ਸਾਡੇ ਕੋਲ ਪੂਰਾ 1.5 ਘੰਟਾ ਹੈਗਾ, 1.5 ਘੰਟੇ ਦੇ ਅੰਦਰ ਆਪਾਂ ਦੋਨਾਂ ਸ਼ਖਸੀਅਤਾਂ ਬਾਰੇ, ਸਾਡੇ ਦੋਨੋਂ ਅੱਜ ਅਗੇਵਾਨ ਹੈਗੇ, ਉਹਨਾਂ ਨਾਲ ਬਾਤ ਕਰਨੀ ਹੈ, ਉਹਨਾਂ ਦੇ ਬਾਰੇ ਸੁਣਨਾ ਹੈ ਔਰ ਜਗਦਰੀ ਨੂੰ ਪੂਰੇ ਪ੍ਰੋਗਰਾਮ ਆਪਣੇ ਨਾਲ ਲੈ ਕੇ ਚਲੇ। ਮੈਂ ਮਾਈਕ ਦੇ ਰਹੇ ਹਾਂ ਜਗਜੀਤ ਸਰੀਨ ਸਾਹਿਬ, ਉਹਨਾਂ ਦਾ ਸਵਾਗਤ ਕਰਦੇ ਹੋਏ, ਇਕਬਾਲ ਕਰਦੇ ਹੋਏ ਮੈਂ ਮਾਈਕ ਤੁਹਾਨੂੰ ਸੌਂਪ ਰਿਹਾ। ਜਗਜੀਤ ਸਾਹਿਬ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤਾਂ ਮੈਂ ਰਵੀ ਤਨੇਜਾ ਜੀ, ਕਾਲਜੀਏਟ ਡਰਾਮਾ ਸੁਸਾਇਟੀ ਤੇ ਅਬੀਰ ਐਂਟਰਟੇਨਮੈਂਟ, ਇਹਨਾਂ ਦਾ ਬਹੁਤ ਹੀ ਧੰਨਵਾਦੀ ਹਾਂ ਕਿ ਇਹਨਾਂ ਨੇ ਅੱਜ ਇਹ ਮੌਕਾ ਦਿੱਤਾ ਹੈ
ਕਿ ਅਸੀਂ ਗੱਲਬਾਤ ਕਰ ਸਕੀਏ ਉਹਨਾਂ ਦੋ ਸ਼੍ਰੇਣੀ ਤੇ ਸੁਗੜ ਰੰਗ ਕਰਮੀਆਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਬਾਰੇ ਜਾਣੀਏ। ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਦੇ ਨਾਲ ਰੂਬਰੂ ਹੋਵਾਂ, ਮੈਂ ਪੰਜਾਬੀ ਨਾਟਕ ਅਤੇ ਰੰਗਮੰਚ ਦੀ ਜਦੋਂ ਵੀ ਗੱਲ ਤੁਰਦੀ ਹੈ ਤਾਂ ਕੁਝ ਸਵਾਲ ਬਹੁਤ ਹੀ ਉੱਭਰ ਕੇ ਆਉਂਦੇ ਆ। ਇੱਕ ਬਹੁਤ ਬੜੀ ਇਹ ਸਵਾਲ ਉੱਠਦਾ ਹੈ ਕਿ ਪੰਜਾਬੀ ਨਾਟਕ ਵਿੱਚ ਔਰਤ ਨਾਟਕਕਾਰ ਹਨ। ਇਹਦਾ ਜਵਾਬ ਤਾਂ ਬਹੁਤ ਸਾਰੇ ਸਾਹਿਤਕਾਰਾਂ ਨੇ ਦਿੱਤਾ ਹੈ, ਲੇਕਿਨ ਡਾਕਟਰ ਸਤੀਸ਼ ਕੁਮਾਰ ਵਰਮਾ ਨੇ ਆਪਣੇ ਲੇਖ ਵਿੱਚ ਲਿਖਦੇ ਕਿਹਾ ਸੀ 2007 ਵਿੱਚ ਕਿ ਕਰੀਬਨ 36 ਨਾਰੀ ਨਾਟਕਕਾਰ ਨੇ ਜਿਨ੍ਹਾਂ ਦੀ ਪਹਿਚਾਣ ਹੋ ਚੁੱਕੀ ਹੈ, ਪਰ ਉਸ ਤੋਂ ਬਾਅਦ ਇਹ ਗਿਣਤੀ ਵੱਧਦੀ ਗਈ ਹੈ ਤੇ ਹੁਣ ਲੇਟੈਸਟ ਖਬਰ ਇਹੀ ਹੈ ਕਿ ਕਰੀਬਨ 50 ਨਾਰੀ ਨਾਟਕਕਾਰ ਸਾਡੇ ਕੋਲ ਹਨ ਜਿਨ੍ਹਾਂ ਨੇ ਆਪਣੇ ਨਾਟਕ ਪੰਜਾਬੀ ਰੰਗਮੰਚ ਨੂੰ ਦਿੱਤੇ ਹੈ। ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਪੰਜਾਬੀ ਨਾਟਕ ਤੇ ਰੰਗਮੰਚ ਬਾਰੇ ਇਤਿਹਾਸਕਾਰ ਤੇ ਖੋਜੀਆਂ ਦੇ ਅਨੁਸਾਰ ਨੋਰਾ ਰਿਚਰਡਸ ਪੰਜਾਬੀ ਨਾਟਕ ਦੀ ਪਹਿਲੀ ਕਿਰਤੀ, ਉਹਨਾਂ ਦੀ ਜਿਹੜੀ ਪਹਿਲੀ ਕ੍ਰਿਤੀ ਸੀ, ਪਹਿਲਾ ਨਾਟਕ ਲਿਖਿਆ ਗਿਆ ਸੀ ਪੁੱਤਰ ਘਰ ਆਇਆ, ਸਾਡੇ ਸਾਹਮਣੇ ਲੈ ਕੇ ਉਹ ਆਈ। ਪਰ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਆਪਣੇ ਨਾਟਕ ਅੰਗਰੇਜ਼ੀ ਜਾਂ ਉਰਦੂ ਵਿੱਚ ਲਿਖਦੇ ਸੀ, ਲੇਕਿਨ ਉਹਨਾਂ ਨੇ ਜਿਹੜਾ ਪਹਿਲਾ ਇਹ ਨਾਟਕ ਲਿਖਿਆ ਪੁੱਤਰ ਘਰ ਆਇਆ ਉਹ ਪੰਜਾਬੀ ਵਿੱਚ ਅਨੁਵਾਦਿਤ ਸੀ। ਪਰ ਅਸੀਂ ਇਹ ਮੰਨ ਸਕਦੇ ਹਾਂ ਕਿ ਪਹਿਲਾ ਨਾਟਕ ਜਿਹੜਾ ਕਿਸੇ ਇਸਤਰੀ ਨੇ ਲਿਖਿਆ ਉਹ ਨੋਰਾ ਰਿਚਰਡਸ ਵੱਲੋਂ ਸੀ। ਉਸ ਤੋਂ ਬਾਅਦ ਸ਼ੀਲਾ ਭਾਟੀਆ ਹੋਰੀ ਜੁੜੇ, ਉਹਨਾਂ ਨੇ ਓਪੇਰਾ ਦੀ ਸ਼ੈਲੀ ਦੇ ਵਿੱਚ ਬਹੁਤ ਸਾਰੇ ਨਾਟਕ ਲਿਖੇ ਤੇ ਮੰਚ ਤੇ ਲਿਆਂਦੇ। 21ਵੀਂ ਸਦੀ ਵਿੱਚ ਨਾਰੀ ਨਾਟਕਕਾਰਾਂ ਦੀ ਗਿਣਤੀ ਵੱਧਦੀ ਗਈ ਤੇ ਉਹਨਾਂ ਦੇ ਨਾਲ ਹੀ ਆਪਣੇ ਨਾਟਕ ਖਿਡਵਾਏ ਵੀ ਤੇ ਆਪ ਖੇਡੇ ਵੀ। ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਕਿ ਨੋਰਾ ਰਿਚਰਡ ਨੇ ਹੀ ਆਪਣੇ ਵਿਦਿਆਰਥੀਆਂ ਨੂੰ ਪੰਜਾਬੀ ਨਾਟਕ ਲਿਖਣ ਲਈ ਪ੍ਰੇਰਿਆ ਸੀ ਤੇ ਉਹਨਾਂ ਵਿੱਚ ਸਨੇਹਲਤਾ ਸਾਨਿਆਲ ਤੇ ਸਤਵੰਤ ਕੌਰ ਡਿੰਗਾ, ਇਹ ਦੋ ਨਾਟਕਕਾਰ 1941-42 ਦੇ ਵਿੱਚ ਸਾਡੇ ਸਾਹਮਣੇ ਆਏ। ਪਰ ਇਹਦੇ ਨਾਲ ਹੀ ਰੰਗਮੰਚ ਦੇ ਵਿੱਚ ਪਹਿਲੀ ਨਿਰਦੇਸ਼ਕਾ ਦੀ ਨੂੰ ਵੀ ਅਸੀਂ ਇਹ ਸਵੀਕਾਰ ਕਰਦੇ ਹਾਂ ਕਿ ਨੋਰਾ ਰਿਚਰਡ ਹੀ ਸੀ। ਉਹਨਾਂ ਨੇ ਆਪਣੀ ਪਲੇਠੀ ਇੱਕ ਅਭਿਨੇਤਰੀ ਉਮਾ ਗੁਰਬਖਸ਼ ਸਿੰਘ, ਜਿਨ੍ਹਾਂ ਨੇ ਸਭ ਤੋਂ ਪਹਿਲੀ ਵਾਰੀ ਪੰਜਾਬੀ ਰੰਗਮੰਚ ਉੱਤੇ ਕਦਮ ਰੱਖਿਆ, ਇਹ ਮੰਨਦੇ ਆ, ਤੇ ਉਹਨਾਂ ਨੇ ਰਾਜਕੁਮਾਰੀ ਲਤਿਕਾ ਨਾਟਕ ਦੇ ਵਿੱਚ ਹਿੱਸਾ ਲਿਆ ਸੀ 1939 ਵਿੱਚ। ਇਸੇ ਤਰ੍ਹਾਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਸ਼ੀਲਾ ਭਾਟੀਆ ਹੋਰਾਂ ਨੇ ਤੇ ਹੋਰ ਇਸਤਰੀਆਂ ਨੇ ਵੀ ਮੰਚ ਤੇ ਅਭਿਨੇਤਰੀਆਂ ਵਜੋਂ ਕਦਮ ਰੱਖੇ। ਹੁੱਲੇ ਹਲਾਰੇ ਵਿੱਚ 7 ਕੁੜੀਆਂ ਕੰਮ ਕਰਦੀਆਂ ਸੀ, ਜਿਸ ਦੇ ਕਰੀਬਨ 20 ਤੋਂ ਵੱਧ ਸ਼ੋਅ ਉਸ ਵੇਲੇ ਹੋਏ ਤੇ ਉਹਨਾਂ ਵਿੱਚ ਇੱਕ ਕਵਿਤਾ ਸੀ ਕਿ ਕੱਢ ਦਿਓ ਬਾਹਰ ਫਰੰਗੀ ਨੂੰ, ਕਰ ਦਿਓ ਪਾਰ ਫਰੰਗੀ ਨੂੰ। ਇਹਨਾਂ ਲਾਈਨਾਂ ਦੇ ਇਤਰਾਜ਼ ਹੋਇਆ ਤੇ ਅੰਗਰੇਜ਼ ਹਕੂਮਤ ਨੇ ਉਹਨਾਂ ਨੂੰ 7 ਕੁੜੀਆਂ ਨੂੰ 1 ਮਹੀਨੇ ਲਈ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਕੈਦ ਕਰ ਦਿੱਤਾ। ਤੇ ਬਾਅਦ ਵਿੱਚ 1940-41 ਵਿੱਚ ਡਾਕਟਰ ਹਰਚਰਨ ਸਿੰਘ, ਉਹਨਾਂ ਦੀ ਪਤਨੀ ਧਰਮ ਕੌਰ ਨੇ ਅੰਜੋੜ ਰਾਹੀਂ ਰੰਗਮੰਚ ਵਿੱਚ ਆਪਣੀ ਆਮਦ ਲਿਆਂਦੀ। ਫਿਰ 1942 ਵਿੱਚ ਜ਼ੂਮ ਮੀਟਿੰਗ ਚੱਲ ਰਹੀ ਹੈ। ਸ਼ੀਲਾ ਭਾਟੀਆ ਨੇ ਪੰਜਾਬੀ ਨਾਟ ਮੰਚ ਉੱਤੇ ਆਪਣੀ ਇਤਿਹਾਸਕ ਭੂਮਿਕਾ ਨਿਭਾਈ ਹੈ। ਪਹਿਲੀ ਪੀੜ੍ਹੀ ਤੋਂ ਬਾਅਦ 1947 ਤੋਂ ਆਰੰਭ ਹੋਈ ਤੇ ਦੂਜੀ ਪੀੜ੍ਹੀ ਮੰਨਦੇ ਆ ਕਿ 1975 ਤੋਂ ਆਰੰਭ ਹੋਈ ਸੀ ਤੇ ਤੀਜੀ ਪੀੜ੍ਹੀ 1990 ਤੋਂ। ਇਸ ਤਰ੍ਹਾਂ ਹੀ ਇਹ ਸਾਡਾ ਪੰਜਾਬੀ ਰੰਗਮੰਚ ਦਾ ਇਤਿਹਾਸ ਅੱਗੇ ਆਉਂਦਾ ਹੈ ਤੇ ਸਾਡੀ ਇਸਤਰੀ ਰੰਗਮੰਚ ਦੇ ਵਿੱਚ ਜੁੜਦੀਆਂ ਗਈਆਂ। ਇਸ ਦੌਰਾਨ ਅਸੀਂ ਇਹ ਕਹਿ ਸਕਦੇ ਹਾਂ ਕਿ ਨਾਰੀ ਰੰਗਕਰਮੀ ਨੀਨਾ ਟਿਵਾਣਾ ਜੀ, ਕੈਲਾਸ਼ ਕੌਰ, ਮਨਜੀਤ ਕੌਰ ਘੁੰਮਣ, ਜਤਿੰਦਰ ਕੌਰ, ਨਿਰਮਲ ਰਿਸ਼ੀ, ਮਨਜੀਤ ਕੌਰ ਔਲਖ, ਸੁਨੀਤਾ ਸੱਭਰਵਾਲ, ਸੁਨੀਤਾ ਧੀਰ, ਜਸਵੰਤ ਦਮਨ, ਪ੍ਰੀਤਮਾਨ, ਰਾਣੀ ਬਲਬੀਰ, ਅਨੀਤਾ ਦੇਵਗਨ, ਅਨੀਤਾ ਸ਼ਬਦੀਸ਼ ਤੇ
संगीता मेहता, रोजी, संगीता गुप्ता, बहुत सारे निर्देशक ते अदाकारा साडे पंजाबी रंगमंच ते आईयां ते उन्हां ने बहुत वड्डा योगदान दिता है। पर इहदे विच ही साडे कुछ अणगौले अणपछाते अदाकार ते निर्देशक भी हैं जिन्हां नूं अज कोशिश की गई है कि असी तुहाडे सामने लैके आईए। परमिंदरपाल कौर जी लंबे समय तो नाटक की दुनिया विच विचरे ने। इन्हां ने बहुत सारे नाटकां दे विच अदाकारी की। पटियाले तो ने ते दोवें सिरड़ी रंग ते दूसरे बीबा कुलवंत। इन्हां बारे अक्सर असी अखबारां दे विच पढ़दे हुंदे सी कि भाजी गुरशरण सिंह होरां दे नाल अदाकार है जिन्हें उन्हां दे नाटकां विच भूमिका निभाई है ते होर बहुत सारे निर्देशकां दे नाल भी उन्हां ने काम कीता। अज असी उन्हां दी जीवन यात्रा, उन्हां दा संघर्ष, वो किस तरह सामने आए, किन्ने कामयाब होए, कि उन्हां दे रस्ते विच रुकावटां आईयां, इन्हां दे बारे गलबात करांगे। ते वो बीबा कुलवंत जी नवां शहर पंजाब तो ने। मैं अक्सर ये कहना ना कि नवां शहर एक ऐसा शहर का नाम लाओ जिहड़ा कदे पुराना नहीं हुंदा, तो नवां शहर है। ते इसे तरह बीबा कुलवंत जी साडे पुराने रंगकर्मी नहीं, ये नवे रंगकर्मी भी ने, हमेशा अमर ने। ते दोवें सिड़ी ते सुलझे हुए रंगकर्मियों का स्वागत है। पहला मैं चाहांगा कि असी बीबा कुलवंत जी दे बारे जानिए, जो कि ज्यादातर अभिनेत्री दे वजों ही पंजाब दे रंगमंच उत्ते विचरे ने। बाकी वो अपना सफर, अपना संघर्ष ਉਹਦੇ ਬਾਰੇ ਗੱਲਬਾਤ ਕਰਨ। बीबा कुलवंत जी ते माइक हुण मैं बीबा कुलवंत जी ਨੂੰ देना कि ਉਹ ਆਪਣੇ रंगमंच ਦਾ सफर किस तरह उन्होंने आरंभ किया, ਕਿਹੜੇ-ਕਿਹੜੇ निर्देशकों ਨਾਲ उन्होंने काम किया, किन्ने के नाटकों ਵਿੱਚ उन्होंने पार्टिसिपेट किया, ਉਹਦੇ ਬਾਰੇ ਗੱਲਬਾत ਕਰਨ। ਤੇ ਇਸ ਤਰ੍ਹਾਂ ਹੀ ਸਵਾਲਾਂ ਦਾ जवाब भी ਅਸੀਂ ਲੈਂਦੇ ਰਵਾਂਗੇ ਇਹਨਾਂ ਕੋਲ। ਤੇ बीबा कुलवंत जी ਤੁਹਾਨੂੰ ਅਸੀਂ ਸੱਦਾ ਦਿੰਦੇ ਹਾਂ ਕਿ ਤੁਸੀਂ ਆਪਣੇ ਸੰਘਰਸ਼ ਬਾਰੇ ਗੱਲ ਕਰੋ। जन्म मेरा एक बहुत बड़ी जिम्मेदारी होया सी। उस जिम्मेदारी विच जन्म लैके उस जिम्मेदारी ਤੁਸੀਂ ਆਪਣੇ ਤਾਰ ਜਿਹੜੇ ਕੰਨ ਲੱਗੀ ਉਹਨੂੰ ਪਕੜ ਇੱਕ ਵਾਰ। हैं बीबा जी तार कदोਂ साथे डाक ਦੇ ਵਿੱਚ ਚਲੀ ਹੋਈ की हो ਤੁਸੀਂ गया? ਆਪਣੇ ਕੰਨ ਵਿੱਚ ਆਇਆ ਕੋਈ ਫੋਨ ਆਇਆ नहीं ਸੁਣਨ ਦੇ? हाँ जी हेलो, हाँ जी आवाज आ रही ਤੁਹਾਨੂੰ? हाँ ਹੁਣ बोलो। जन्म मेरा एक बहुत बड़ी जिम्मेदारी विच होया सी। जिस जिम्मेदारी विच मेरा पालन पोषण होया, उसे नाटक की फील्ड विच जाना बहुत जरूरी गल सी। पर मैं ਤੁਸੀਂ बीबा जी एक काम करो, तार ਹੈਗੀ ਨਾ ਫੜ ਲਓ। ठीक है, हाँ ਇੱਥੇ ਫੜ ਲਓ ਬਸ ਹੁਣ ਠੀਕ ਹੈ। आवाज आती आवाज आ रही है? हाँ हुण ठीक है जी। ਚਲੋ सुन रही है मैं क्या बात? ਜਿਹੜਾ ਸਪੀਕਰ ਹੈ ਤੁਹਾਡੇ ਹੱਥ ਵਿੱਚ ਫੜਿਆ, ਉਂਗਲੀ 'ਚ ਫੜਿਆ, ਇਹਨੂੰ ਮੂੰਹ ਦੇ ਅੱਗੇ ਲਾ ਲਿਓ। ਇਹ ਤੁਹਾਡੇ ਹੱਥ ਵਿੱਚ ਹੈਗਾ ਸਪੀਕਰ ਜਿਹੜਾ। ਹਾਂ ਸਪੀਕਰ ਨਹੀਂ ਮੂੰਹ ਤੇ ਲਿਓ, ਮੂੰਹ ਦੇ ਕੋਲ ਲਿਆਓ ਆਪਣੇ। हाँ ਹੁਣ बोलो। जन्म मेरा तो एक बहुत बड़ी जिम्मेदारी विच होया सी। उस जिम्मेदारी विच रह के, उस जिम्मेदारी विच पालन पोषण होके, उस जिम्मेदारी विच बाहर निकलना और नाटक दे फील्ड विच आना तो बहुत दूर दी गल सी। पर मैं मन विच ठान लिया सी कि मैं इस जिम्मेदारी चों बाहर निकलना है। सो आवाज नहीं आ रही तुहानू? आवाज कट रही है। स्पीकर ਦੀ ਪ੍ਰੋਬਲਮ ਲੱਗਦੀ ਹੈ। ਕੱਟ ਕੇ ਆ ਰਹੀ ਹੈ ਬੀਬਾ ਜੀ, ਕੱਟ ਕੇ ਆ ਰਹੀ ਬੀਬਾ ਜੀ ਆਵਾਜ਼। ਮੰਗਲ ਨਾਲ ਗੱਲ ਕਰਾਓ ਬੀਬਾ ਜੀ, ਮੰਗਲ ਨੂੰ ਪੁੱਛੋ। हेलो
हेलो आ रही कट के आ रही आवाज, कट के आ रही, कट के आ रही बीबा जी। एक बार बच्चे ना कराओ, बच्चे बच्चा नहीं बोल मंगल रहा, मंगल बाहर चले गया, बाहर चले गया। हाँ जी, हेलो हेलो चलो करो बीबा जी कंटिन्यू। हेलो, आ रही बात है? हाँ जी, बोलो बोलो। आवाज आ रही है? मैं क्या करूँ? आ रही बीबा जी, बोलो। दुलारी बोली। अच्छा, ਉਹ ਜਗੀਰਦਾਰੀ ਤੋਂ ਮੈਨੂੰ ਚਿੜ ਸੀ। ਸੋ 30 ਸਾਲ ਪਹਿਲਾਂ ਮੈਂ ਉਸ ਜਗੀਰਦਾਰੀ ਨੂੰ ਅਲਵਿਦਾ ਕਹਿ ਦਿੱਤੀ ਸੀ ਤੇ ਮੈਂ ਇਸ ਨਾਟਕ ਦੇ ਸਫ਼ਰ ਵਿੱਚ ਆ ਗਈ। ਪਹਿਲਾ ਜਿਹੜਾ ਨਾਟਕ ਅਸੀਂ ਕੀਤਾ ਬਲਵੰਤ ਗਾਰਗੀ ਦਾ ਲੋਹਾ ਨਾਟਕ ਸੀ, ਉਹ ਮੈਂ ਸੰਧੀ ਦਾ ਕਿਰਦਾਰ ਕੀਤਾ ਸੀ ਤੇ ਦਵਿੰਦਰ ਨੇ ਗੱਜਣ ਦਾ ਕਿਰਦਾਰ ਕੀਤਾ ਸੀ ਔਰ ਕਾਕੂ ਲਾਹੌਰ ਦਾ ਕੀਤਾ ਸੀ ਜਸਵੰਤ ਖੜਕੜ ਨੇ, ਉਹਦੀ ਨਿਰਦੇਸ਼ਨਾ ਸੀ। ਔਰ ਉਹ ਨਾਟਕ ਦੇ ਅਸੀਂ 5-6 ਸ਼ੋਅ ਪੰਜਾਬ ਵਿੱਚ ਕੀਤੇ ਤੇ ਬਹੁਤ ਲੋਕਾਂ ਨੇ ਸਲਾਹਿਆ ਉਹ ਨਾਟਕ। ਤੇ ਉਸ ਤੋਂ ਬਾਅਦ ਭਾਸ਼ਾ ਵਿਭਾਗ ਪੰਜਾਬ ਨੇ ਮੈਨੂੰ ਲੋਹਾ ਕੋਟ ਤੇ ਬੈਸਟ ਐਕਟਰਸ ਦਾ ਅਵਾਰਡ ਦਿੱਤਾ ਔਰ ਫਿਰ ਸਾਡਾ ਸਫ਼ਰ ਹੋ ਗਿਆ ਨਾਟਕ ਦਾ। ਭਾਜੀ ਗੁਰਸ਼ਰਨ ਸਿੰਘ ਨੇ ਮੈਨੂੰ ਦੇਖਿਆ ਤੇ ਉਸ ਨਾਟਕ ਵਿੱਚ ਸੰਧੀ ਦੇ ਕਿਰਦਾਰ 'ਚ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਕੰਮ ਕਰੋ। ਮੈਂ ਹਾਂ ਕਰ ਦਿੱਤੀ। ਅੱਤਵਾਦ ਦਾ ਦੌਰ ਸੀ ਉਦੋਂ ਔਰ ਸਾਰੀਆਂ ਜਿਹੜੀਆਂ ਟੀਮਾਂ ਸੀ ਉਹ ਕੋਈ ਵੀ ਟੀਮ ਨਹੀਂ ਸੀ ਕੰਮ ਕਰਦੀ ਉਸ ਵੇਲੇ, ਪਰ ਅਸੀਂ ਆਪਣਾ ਸਫ਼ਰ ਸ਼ੁਰੂ ਕਰ ਦਿੱਤਾ ਭਾਜੀ ਗੁਰਸ਼ਰਨ ਸਿੰਘ ਨਾਲ। ਔਰ ਬਹੁਤ ਸਾਰੇ ਪਿੰਡਾਂ ਵਿੱਚ, ਪੰਜਾਬ ਦਾ ਕੋਈ ਵੀ ਪਿੰਡ ਐਸਾ ਨਹੀਂ ਜਿਸ ਵਿੱਚ ਮੈਂ ਗਈ ਔਰ ਬਹੁਤ ਸਾਰੇ, ਕਿਉਂਕਿ ਉਸ ਵੇਲੇ ਅੱਤਵਾਦ ਦਾ ਦੌਰ ਸੀ ਔਰ ਮੁਕਾਬਲੇ ਔਰ ਪੁਲਿਸ ਮੁਕਾਬਲੇ ਔਰ ਮੌਤਾਂ ਔਰ ਇਹ ਤਾਂ ਉਸ ਵੇਲੇ ਆਮ ਦੀ ਗੱਲ ਸੀ। ਅਸੀਂ ਕਰਨਾ ਤੁਰਦੇ ਸਾਰ ਸਾਨੂੰ ਕੋਈ ਪਤਾ ਨਹੀਂ ਸੀ ਲੱਗਦਾ ਕਿ ਅਸੀਂ ਵਾਪਸ ਵੀ ਆਉਣਾ ਹੈ ਕਿ ਨਹੀਂ ਆਉਣਾ। ਔਰ ਕਈ ਵਾਰੀ ਸਾਡੇ ਪ੍ਰੋਗਰਾਮਾਂ ਵਿੱਚ ਵੀ ਗੋਲੀ ਚੱਲ ਗਈ ਪਰ ਅਸੀਂ ਆਪਣਾ ਸਫ਼ਰ ਜਾਰੀ ਰੱਖਿਆ। ਆਵਾਜ਼ ਆ ਰਹੀ ਹੈ? ਆਵਾਜ਼ ਤੁਹਾਡੀ ਆ ਰਹੀ ਹੈ। ਬੋਲੋ ਬੀਬਾ ਜੀ, ਕੋਈ ਨਹੀਂ। ਭਾਜੀ ਗੁਰਸ਼ਰਨ ਸਿੰਘ ਦੇ ਨਾਲ ਕੰਮ ਕਰਨ ਤੋਂ ਪਹਿਲਾਂ ਮੈਂ ਹੋਰ ਵੀ ਬਹੁਤ ਸਾਰੇ ਨਿਰਦੇਸ਼ਨਾਂ ਨਾਲ ਕੰਮ ਕੀਤਾ। ਪ੍ਰਤੀ ਕਲਾ ਕੇਂਦਰ ਲਾਂਘਾ ਔਰ ਮਹਿਰੂਮ ਕਲਾ ਮੰਚ ਜਿਹੜਾ ਸੀ ਚੰਡੀਗੜ੍ਹ ਦਾ ਗਰੁੱਪ ਸੀ, ਪੰਜਾਬੀ ਟ੍ਰਿਬਿਊਨ ਦਾ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਨਾਲ ਕੰਮ ਕੀਤਾ। ਔਰ ਗੁਰਦਵਿੰਦਰ ਦਾ ਇੱਕ ਮੰਚ ਸੀ ਜਿਹੜਾ ਕਿ ਨਵਾਂ ਸ਼ਹਿਰ ਦੇ ਵਿੱਚ ਕਲਾ ਸੰਪਰਕ, ਉਹਦੇ ਨਾਲ ਬਹੁਤ ਸਾਰੇ ਨਾਟਕ ਕੀਤੇ ਮੈਂ। ਔਰ ਪਿੰਜਰੇ ਦੇ ਆਰ ਪਾਰ ਔਰ ਦਲਦਲ ਇਹਨਾਂ ਨਾਟਕਾਂ 'ਚ ਕੰਮ ਕੀਤਾ ਮੈਂ। ਔਰ ਬਹੁਤ ਪਿੰਡਾਂ ਵਿੱਚ ਅਸੀਂ ਗਏ ਔਰ ਪਿੰਡਾਂ 'ਚ ਬਹੁਤ ਲੋਕਾਂ ਨੇ ਸਾਨੂੰ ਰਿਸਪੌਂਸ ਦਿੱਤਾ। ਉਸ ਤੋਂ ਬਾਅਦ ਫਿਰ ਮੇਰਾ ਸਫ਼ਰ ਚੱਲਦਾ ਰਿਹਾ। ਮੈਂ ਅੱਜ ਤੱਕ 150 ਨਾਟਕਾਂ ਵਿੱਚ ਮੇਰੇ ਰੋਲ ਕਰ ਚੁੱਕੀ ਹਾਂ ਔਰ ਬਹੁਤ ਸਾਰੇ ਨਾਟਕਾਂ ਦੀ ਮੈਂ ਨਿਰਦੇਸ਼ਨਾ ਵੀ ਕੀਤੀ ਆ। ਮੇਰਾ ਜਿਹੜਾ ਸਭ ਤੋਂ ਵੱਡਾ ਸਫ਼ਰ ਆ ਉਹ ਭਾਜੀ ਨਾਲ ਆ। ਭਾਜੀ ਨਾਲ ਜਿਹੜਾ ਮੈਂ ਐਮਰਜੈਂਸੀ ਦੇ ਦਿਨਾਂ ਵਿੱਚ ਕੰਮ ਕੀਤਾ, ਕਿਉਂਕਿ ਉਹਨਾਂ ਦਿਨਾਂ ਵਿੱਚ ਕੋਈ ਵੀ ਇਹੋ ਜਿਹਾ ਨਾਟਕ ਟੀਮ ਨਹੀਂ ਸੀ ਜਿਹੜੀ ਕੰਮ ਕਰ ਰਹੀ ਸੀ, ਸਿਰਫ ਅਸੀਂ ਕੰਮ ਕਰ ਰਹੇ ਸਾਂ। ਔਰ ਉਹਨਾਂ ਹਾਲਾਤਾਂ ਵਿੱਚ ਬਾਹਰ ਨਿਕਲਣਾ ਕੋਈ ਛੋਟੀ ਜਿਹੀ ਗੱਲ ਨਹੀਂ ਸੀ ਤੇ ਪਰ ਅਸੀਂ ਤੁਰਦੇ ਰਹੇ। ਮੌਤ ਭਾਜੀ ਨੇ ਇੱਕ ਨਾਟਕ ਲਿਖਿਆ ਐਮਰਜੈਂਸੀ ਦੇ ਦਿਨ ਵਿੱਚ, ਉਹਦੇ ਵਿੱਚ ਮੇਰਾ ਜੈਦੀ ਦਾ ਰੋਲ ਸੀ। ਔਰ 2 ਬੇਟੇ ਹੁੰਦੇ ਆ ਮੇਰੇ, ਇੱਕ ਪੁਲਿਸ 'ਚ ਹੁੰਦਾ ਹੈ, ਅੱਤਵਾਦੀ ਨਾਲ ਰਲਿਆ ਹੁੰਦਾ, ਲਾਸਟ ਤੇ ਦੋਵੇਂ ਇੱਕ ਦੂਜੇ ਨੂੰ ਮਾਰ ਦਿੰਦੇ ਆ। ਔਰ ਉਸ ਰੋਲ ਤੋਂ ਪ੍ਰਭਾਵਿਤ ਹੋ ਕੇ ਇੱਕ ਖੂਨਖਾਰ ਅੱਤਵਾਦੀ ਨੇ ਆਪਣੇ ਹਥਿਆਰ ਮੇਰੇ ਕਦਮਾਂ 'ਚ ਲਿਆ ਕੇ ਰੱਖ ਦਿੱਤੇ ਸੀ ਔਰ ਕਿਹਾ ਸੀ ਕਿ ਅੱਜ ਤੋਂ ਬਾਅਦ ਮੈਂ ਇਹ ਰਾਹ ਛੱਡ ਦੇਣਾ ਆ। ਔਰ ਇਹ ਜਿਹੜੇ ਪਲ ਸੀ ਮੇਰੇ ਲਈ ਸਭ ਤੋਂ ਵੱਡਾ ਜਿਹੜਾ ਇਨਾਮ ਸੀ। ਲੱਗਦਾ ਸੰਪਰਕ ਟੁੱਟ ਗਿਆ ਨਾ। ਹੈਲੋ
हाँ जी हाँ हेलो हाँ जी बोलिए बोलिए मैं नहीं दे रहा आज ਤੁਹਾਡੀ ਆਵਾਜ਼ ਬਹੁਤ ਫਟ ਕੇ ਰਹੀ ਹੈ ਇਸ ਸਾਲ ਦੀ ਪ੍ਰੋਬਲਮ ਆ ਰਹੀ ਹੈ ਫਿਰ ਵੀ ਤੁਹਾਨੂੰ ਸੁਣ ਰਿਹਾ कोई जी जल्दी जी अपना सवाल जवाब करे सारा कुछ देना अपने सवाल जवाब दे लिख बोलो बीबा जी बोलो बीबा जी बोलो हाँ आवाज नहीं आ रही कोई गल नहीं नेटवर्क की प्रॉब्लम भी मेरा आवाज ठीक नहीं रखता पर ਤੁਹਾਡੀ ਬੀਬਾ ਜੀ ਅੱਜ ਆ ਰਿਹਾ ਤੁਸੀਂ ਬੋਲੀ ਜਾਓ ਹਾਂਜੀ ਹਾਂਜੀ ਤੁਸੀਂ ਗੱਲ ਕਰੋ ਹਾਂ ਬੀਬੀ ਬੋਲੀ ਜਾਓ ਹਾਂ ਹੈਲੋ ਬੀਬਾ ਜੀ ਤੁਸੀਂ ਦੱਸਿਆ ਕਿ ਤੁਸੀਂ ਕੋਈ 150 ਨਾਟਕਾਂ ਦੇ ਵਿੱਚ ਮੇਨ ਰੋਲ ਨਿਭਾਏ ਹੈ ਵੱਧ ਤੋਂ ਵੱਧ ਤੁਹਾਨੂੰ ਕਿਸ ਰੋਲ ਦੇ ਵਿੱਚ ਸੰਤੁਸ਼ਟੀ ਹੋਈ ਮੈਨੂੰ ਲੋਹਾ ਕੁੱਟ ਸੰਤੀ ਦਾ ਰੋਲ ਕਿਰਦਾਰ ਕਰਦੇ ਤੇ ਮੌਤ ਨਾਟਕ ਸੀ ਉਹਦੇ ਵਿੱਚ ਜੈਦੀ ਦਾ ਕਿਰਦਾਰ ਕਰਨ ਦੇ ਸੰਤੁਸ਼ਟੀ ਹੋਈ ਸੀ ਐਸੇ ਤਾਂ ਹਰ ਰੋਲ ਜਿਹੜਾ ਹੁੰਦਾ ਮੇਰੇ ਲਈ ਬਹੁਤ ਹੀ ਪਿਆਰਾ ਹੁੰਦਾ ਹੈ ਕੋਈ ਵੀ ਐਸਾ ਰੋਲ ਨਹੀਂ ਜਿਹੜਾ ਮੇਰੇ ਮਨ ਨੂੰ ਨਾ ਲੱਗਿਆ ਹੋਵੇ ਪਰ ਇਹ ਜਿਹੜੇ ਦੋ ਰੋਲ ਸਨ ਇਹ ਮੇਰੇ ਲਈ ਬਹੁਤ ਪਿਆਰੇ ਸਨ ਸੰਤੀ ਦਾ ਜਿਹੜਾ ਕਿਰਦਾਰ ਹੈ ਸੰਤੀ ਦਾ ਜਿਹੜਾ ਕਿਰਦਾਰ ਸੀ ਕਿ ਉਹਨੂੰ ਪੰਜਾਬੀ ਦਰਸ਼ਕਾਂ ਨੇ ਐਕਸੈਪਟ ਕੀਤਾ ਸੀ ਇੰਨਾ ਨਹੀਂ ਜਿੰਨਾ ਅਸੀਂ ਸੋਚਦੇ ਪਿੱਛੇ ਆਵਾਜ਼ ਆ ਰਹੀ ਹੈ ਹਾਂਜੀ ਮੇਰੇ ਪਿੱਛੇ ਕੋਈ ਬਾਤ ਨਹੀਂ ਤੁਹਾਡੀ ਹਾਂਜੀ ਹੈਲੋ ਸਰ ਬਾਕੀਆਂ ਦੇ ਜਿਹੜੇ ਸਾਊਂਡ ਆਊਟ ਮਿਊਟ ਕਰਵਾ ਦਿਓ ਬਾਕੀਆਂ ਦੇ ਆਡੀਓ ਮਿਊਟ ਕਰ ਦਿਓ ਉਹਨਾਂ ਮੈਂ ਰਿਕੁਐਸਟ ਕੀਤੀ ਹੈ ਉਹਨਾਂ ਨੂੰ ਆਪ ਕਰਦੇ ਚਾਹੀਦੀ ਹੈ ਕਿਸੇ ਨੂੰ ਮੈਨੂੰ ਤੁਹਾਡੀ ਆਵਾਜ਼ ਬਿਲਕੁਲ ਸੁਣ ਰਹੀ ਆ भाई प्लीज जो टैक्टिकल देख रहा है मैं रिक्वेस्ट कर रहा हूँ कि बाकियों की आवाज बंद करें माइक को बंद कर दें हेलो और मैं जो जिंदगी मेरी चेक क्या माइक ਨੂੰ ਦੀ ਆਵਾਜ਼ ਜਿਹੜੀ ਕਿ ਮਜ਼ਾ ਨਹੀਂ ਆ ਰਹੀ ਜਿਹੜਾ ਦਬ हेलो ਬੀਬਾ ਜੀ ਬੋਲੀਏ हाँ मैं सवाल किया कि संती का जो किरदार से वो रोल तो मैं जितने भी सारी मेरे बहुत प्यारे सन पर संती का किरदार ਜਿਹੜਾ ਸੀ ਉਹ ਮੇਰੀ ਸ਼ੁਰੂਆਤ ਸੀ ਔਰ ਮੈਨੂੰ दीपक के पहले ना एक गल पता समझ जाना पर मुझे रवि जी लगता है कि हाँ शिफ्ट कर रही है हाँ बेटर है क्योंकि इन्हां दे माइक दी जी प्रॉब्लम है अगर सॉल्व हो जाती तो ठीक है मैं पर हटा के निकल होगा ਬੀਬਾ ਜੀ ਕਿਸੇ ਹੋਰ ਤੋਂ ਜੁਆਇਨ ਕਰਕੇ ਦੇਖੋ ਤਾਂ ਬੀਬਾ ਜੀ ਕਿਸੇ ਹੋਰ ਫੋਨ ਤੋਂ ਜੁਆਇਨ ਕਰਕੇ ਦੇਖੋ नहीं हैगा फोन भी है अच्छा प्रॉब्लम नहीं फोन ही क्या नेटवर्क ਦੀ प्रॉब्लम हां फोन दूजा नहीं होना कोलो हेलो हेलो हाँ दीपा जी की ਤੁਹਾਡੀ ਆਵਾਜ਼ ਬੀਬਾ ਤੁਹਾਡੀ ਆਵਾਜ਼ ਬੜੀ ਫਟ ਆ ਰਹੀ ਹੈ ਚਲੋ ਇੱਕ ਵਾਰੀ ਕੰਟੀਨਿਊ ਕਰਕੇ ਦੇਖਦੇ ਹਾਂ ਆਵਾਜ਼ ਬਹੁਤ ਫਟ ਕੇ ਆ ਰਹੀ ਹੈ ਤੁਹਾਡੀ ਆਵਾਜ਼ ਕੁਆਲਿਟੀ ਪੂਰਾ ਸਮਝ ਨਹੀਂ ਆ ਰਿਹਾ ਇੱਕ ਕਿਹੜਾ ਤੁਸੀਂ ਮਾਈਕ ਲਾਇਆ ਹੋਇਆ ਜਿਹੜਾ ਸਪੀਕਰ ਹੁੰਦਾ ਹੈ ਵਿੱਚ ਆਇਆ ਇਹ ਆ ਕੇ ਬਹੁਤ ਗੱਲ ਕੇ ਵੇਖੋ ਸ਼ਾਇਦ ਉਹਨਾਂ ਨਾਲ ਫਰਕ ਪੈ ਜਾਏ ਇੱਕ ਵਾਰੀ ਮਾਈਕ ਲਾ ਕੇ ਦੇਖ ਲਓ हाँ एक बारी माइक ला के उतार ले माइक ला के करके देख लो मंगल आएगा तो हम गल करो हम बोलो संती का किरदार बोलो जी बोलो जरा
ਸੰਤੀ ਦਾ ਕਿਰਦਾਰ ਜਿਹੜਾ ਮੈਂ ਕੀਤਾ। ਹਾਂਜੀ 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 ਆਵਾਜ਼ ਫਿਰ ਕੱਟ ਗਈ। ਤੁਸੀਂ ਤਾਂ ਤੱਕ ਦਰੀ ਫਿਰ ਗੱਲ ਕਰਨੀ ਆ। ਬੀਬਾ ਜੀ ਵੇਟ ਕਰੋ, ਮੰਗਲ ਆ ਰਿਹਾ ਤੁਹਾਡੇ ਰੂਮ ਦੇ ਵਿੱਚ। ਮੰਗਲ ਨੂੰ ਕਿਹਾ ਸੀ ਉੱਥੇ ਖੜੇ ਜਾ। ਠੀਕ ਹੈ ਰਵੀ ਜੀ, ਤਦ ਤੱਕ ਆਪਾਂ ਸ਼ਿਫਟ ਕਰਨੀ ਜੀ। ਜਗਜੀਤ ਜੀ। ਹਾਂ ਆਪਾਂ ਸ਼ਿਫਟ ਕਰਦੇ ਹਾਂ। ਮੈਂ ਪਰਮਿੰਦਰਪਾਲ ਕੌਰ ਜੀ ਨੂੰ ਹਾਂ ਰਿਕੁਐਸਟ ਕਰਦਾ ਕਿ ਉਹ ਸਾਡੇ ਨਾਲ ਜੁੜਨ। ਪਰਮਿੰਦਰਪਾਲ ਕੌਰ ਜੀ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਇੱਕ ਅਧਿਕਾਰੀ ਰਹੇ। ਉਹਨਾਂ ਨੇ ਆਪਣਾ ਲੰਬਾ ਸਮਾਂ ਨਾਟਕ ਦੇ ਵਿੱਚ ਅਦਾਕਾਰੀ ਵਜੋਂ ਇਲੈਕਟ੍ਰਿਸਿਟੀ ਬੋਰਡ ਦੇ ਨਾਟਕਾਂ ਵਿੱਚ ਕਰਕੇ ਕੀਤਾ, ਲੇਕਿਨ ਉਸ ਦੇ ਨਾਲ ਨਾਲ ਹੀ ਉਹਨਾਂ ਦੀ ਇੱਕ ਕੋਸ਼ਿਸ਼ ਰਹੀ ਕਿ ਉਹ ਬਾਹਰ ਇੱਕ ਨਾਟ ਮੰਡਲੀ ਬਣਾਉਣ, ਤੇ ਉਹਨਾਂ ਨੇ ਕਲਾਕ੍ਰਿਤੀ ਨਾਂ ਦੀ ਇੱਕ ਮੰਡਲੀ ਬਣਾਈ ਔਰ ਉਹਦੇ ਵਿੱਚ ਇਹਨਾਂ ਨੇ ਬਹੁਤ ਹੀ ਬਿਹਤਰੀਨ ਨਾਟਕ ਸਾਡੇ ਦਰਸ਼ਕਾਂ ਨੂੰ ਦਿੱਤੇ ਨੇ। ਮੈਂ ਪਰਮਿੰਦਰਪਾਲ ਕੌਰ ਜੀ ਨੂੰ ਬੇਨਤੀ ਕਰਦਾ ਕਿ ਉਹ ਆਪਣਾ ਰੰਗਮੰਚ ਦਾ ਸਫ਼ਰ, ਸੰਘਰਸ਼ ਤੇ ਉਹਨਾਂ ਦੀ ਜਿਹੜੀ ਮੁੱਢਲੀ ਸਿੱਖਿਆ ਹੈ ਉਹ ਕਿਸ ਤਰ੍ਹਾਂ ਰਹੀ, ਕੀ ਉਹਨਾਂ ਨੇ ਕੋਈ ਟ੍ਰੇਨਿੰਗ ਲਈ, ਇਹਦੇ ਬਾਰੇ ਸਾਡੇ ਨਾਲ ਜੁੜਨ ਤੇ ਸਾਨੂੰ ਜਾਣਕਾਰੀ ਦੇਣ। ਜੀ ਜੀ ਪਰਮਿੰਦਰ ਜੀ। ਮੇਰੀ ਆਵਾਜ਼ ਆ ਰਹੀ ਹੈ? ਸ੍ਰੀ ਸਾਹਿਬ ਹੈਲੋ ਹੈਲੋ ਹਾਂ ਹਾਂਜੀ ਬੋਲੋ, ਹਾਂਜੀ ਸੁਣਾਈ ਦੇ ਰਹੀ ਹੈ। ਹਾਂਜੀ ਠੀਕ ਮੇਰੀ ਹੈ ਆਵਾਜ਼ ਪਰਮਿੰਦਰ ਜੀ। जी मैडम, you are very much audible to us. Please. ਹਾਂਜੀ Thank you so much. Thank you so Okay. much. अच्छा, thank you Salim sir. Introduction कर रहे हो। नहीं आ रहे। बहुत शुक्रिया। उन्होंने सानू ये मौका दिया। ਆਵਾਜ਼ ਕੱਟ ਗਈ ਫਿਰ ਤੁਹਾਡੀ ਪਰਮਿੰਦਰ। ਕੱਟ ਰਹੀ है, मैं डायरेक्ट वॉल्यूम बताओ अपने। डायरेक्ट गल करो, शायद फिर क्लियर हो जाए। नहीं मैडम बोलो, yes, वॉल्यूम बताओ। आई थिंक सो अपने फोन का वॉल्यूम बताओ। एक मिनट। हाँ जी, कैन यू hear me? हाँ सीधी गल करो। हाँ डायरेक्ट तो- गल करो बिना फोन दे। बाकी सब ठीक है। आवाज ਹੁਣ ਤਾਂ ਨਹੀਂ ਕੱਟ ਰਹੀ? नहीं नहीं बिल्कुल ठीक आ रही है, तुसी अब करो ठीक- शुरू। ਹੁਣ ਠੀਕ ਹੈ, ਹੁਣ ਗੱਲ ਕਰੋ। Is it better? हाँ जी हाँ जी हाँ जी। Okay, thank you so much. Thank you so much. मैं शुरू ਕਰਾਂਗੀ ਕਿ ਜਿਨ੍ਹਾਂ ਦੇ ਰਗਾਂ 'ਚ ਕੁਛ ਇੱਕ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ, ਇਨਬੋਰਨ ਹੁੰਦੀਆਂ ਨੇ। ਜਦੋਂ ਛੋਟੇ ਸੀ ਉਦੋਂ ਵੀ ਨਹੀਂ ਸੀ ਟਿਕਦੇ, ਜਦੋਂ ਵੱਡੇ ਹੋਏ ਉਦੋਂ ਵੀ ਸਕੂਲਾਂ 'ਚ ਕਾਲਜਾਂ 'ਚ ਕਰਦੇ ਰਹੇ। ਤੇ ਜਦੋਂ ਮੈਂ ਕਾਲਜ 'ਚ ਸੀਗੀ ਤੇ ਉਦੋਂ ਟ੍ਰੇਨਿੰਗ ਕਹਿ ਸਕਦੇ ਹੋ ਮਿਮਿਕਰੀ ਤੇ ਗਿੱਧਾ। I am state level folk dancer also, president color ਮਿਲਿਆ ਹੈਗਾ। ਤੇ ਉਸ ਤੋਂ ਬਾਅਦ ਮਿਮਿਕਰੀ 'ਚ ਮਾਈਮ 'ਚ ਗੋਲਡ ਮੈਡਲ ਮਿਲਿਆ ਸੀ ਯੂਨੀਵਰਸਿਟੀ 'ਚ, ਜਿਹੜੇ ਯੂਥ ਫੈਸਟੀਵਲਾਂ 'ਚ ਮਿਲਦੇ ਨੇ। ਤੇ ਉਸ ਤੋਂ ਬਾਅਦ ਨਾਟਕ ਵੀ ਕਰਦੇ ਰਹੇ। ਸਾਡਾ ਕਾਲਜ ਦੇ ਵਿੱਚ ਹਰਪਾਲ ਟਿਵਾਣਾ ਜੀ ਆ ਕੇ ਕਾਲਜ ਦਾ ਸਕੂਲ, ਸਾਡੇ ਕਾਲਜ ਜੀ ਹੁੰਦਾ ਸੀਗਾ ਉਦੋਂ, ਗਵਰਨਮੈਂਟ ਕਾਲਜ ਫॉर ਗਰਲਸ ਪਟਿਆਲਾ। ਤੇ ਉੱਥੇ ਹਰਪਾਲ ਟਿਵਾਣਾ ਜੀ ਆ ਕੇ ਕਰਦੇ ਹੁੰਦੇ ਸੀਗੇ। ਤੇ ਇੱਕ ਵਾਰੀ ਉਹਨਾਂ ਨੇ ਆਈ ਥਿੰਕ ਸਪੈਨਿਸ਼ ਨਾਟਕ ਸੀਗਾ ਸਿਤਾਰਾ ਬੀ ਦੀਆਂ ਧੀਆਂ, ਉਹਦੇ 'ਚ ਉਹਨਾਂ ਨੇ ਰੋਲ ਕਰਵਾਇਆ। ਤੇ ਉਸ ਤੋਂ ਬਾਅਦ ਮੈਂ ਉਹਨਾਂ ਦੀ ਸਿਤਾਰਾ ਹੀ ਬਣ ਕੇ ਰਹਿ ਗਈ। ਤੇ ਉਸ ਤੋਂ ਬਾਅਦ ਜਿਵੇਂ ਮੈਂ ਕਾਲਜ ਤੋਂ ਬਾਹਰ ਆਈ, ਆਈ ਬਿਲੋਂਗ ਟੂ ਅ ਜੱਟ ਸਿੱਖ ਫੈਮਿਲੀ, ਤੇ ਮੇਰਾ ਵਿਆਹ ਹੋ ਗਿਆ ਆਫਟਰ ਗ੍ਰੈਜੂਏਸ਼ਨ। ਫਿਰ ਕਿੱਥੇ ਮੇਰੀ ਕਲਾ ਤੇ ਕਿੱਥੇ ਸਾਰਾ ਕੁਝ ਜਾਣਾ ਸੀਗਾ। ਤੇ ਉਸ ਤੋਂ ਬਾਅਦ I can say unfortunately I had a very short married life. ਮੇਰੇ ਹਸਬੈਂਡ ਦੀ ਡੈਥ ਹੋ ਗਈ ਸੀ ਤੇ 77 ਚ ਮੈਂ ਵਾਪਸ ਆਪਣੇ ਘਰ ਆ ਗਈ ਸੀ ਜਦੋਂ ਮੈਂ ਸਿਰਫ 25 ਸਾਲਾਂ ਦੀ ਸੀ। ਘਰ ਆ ਕੇ ਫਿਰ ਮੈਂ ਬਿਜਲੀ ਬੋਰਡ ਜੁਆਇਨ ਕੀਤਾ, ਉੱਥੇ ਕੰਮ ਕਰਨ ਲੱਗ ਗਈ, ਬੱਚੇ ਪਾਲਣ ਲੱਗ ਗਈ। ਤੇ ਨਾਲ ਨਾਲ ਕਦੀ ਕਦਾਈ, ਕਿਉਂਕਿ ਜਿਹੜਾ ਨਾਟਕ ਦਾ ਕੀੜਾ ਸੀਗਾ ਇਹ ਮੇਰੇ ਅੰਦਰ ਸੁਲਗਦਾ ਰਹਿੰਦਾ ਸੀ ਤੇ ਮੈਂ ਕਰਦੀ ਰਹਿੰਦੀ ਸੀਗੀ ਕਦੀ ਕਦਾਈ। ਫਿਰ ਟੀਵੀ 'ਚ ਇੰਟਰਵਿਊਜ਼ ਆ ਗਈਆਂ ਵੀ ਚਲੋ ਜੀ ਹਾਂ ਜੀ ਦੂਰਦਰਸ਼ਨ ਤੇ ਬੜੇ ਵੱਡੇ ਵੀ ਸਟਾਰ ਬਣ ਜਾਣਗੇ।
ਤੇ ਉੱਥੇ ਜਾ ਕੇ ਮੈਂ ਇੰਟਰਵਿਊ ਦਿੱਤੀ ਤੇ ਉੱਥੇ ਵੀ ਸਿਲੈਕਟ ਹੋ ਗਏ, ਰੇਡੀਓ ਤੇ ਦਿੱਤੀ ਤਾਂ ਉੱਥੇ ਵੀ ਸਿਲੈਕਟ ਹੋ ਗਏ। ਪਰ ਮੇਰੇ ਕੋਲ ਇੰਨਾ ਟਾਈਮ ਨਹੀਂ ਸੀ ਹੁੰਦਾ। ਪਰ ਇਲੈਕਟ੍ਰਿਸਿਟੀ ਬੋਰਡ 'ਚ 3 ਦਿਨ ਦਾ ਇਕੱਠਾ ਹੀ ਨਾਟਕ ਜਿਹੜਾ ਐਨੂਅਲ ਫੰਕਸ਼ਨ ਹੁੰਦਾ ਸੀ, ਉਹ 3 ਦਿਨ ਲਗਾਤਾਰ ਹੁੰਦਾ ਸੀ। ਜਦੋਂ ਮੈਂ ਬਿਜਲੀ ਬੋਰਡ ਦੀ ਮੁਲਾਜ਼ਮ ਨਹੀਂ ਸੀ ਤਾਂ ਮੈਨੂੰ ਉਹ ਉਦਾਰਾ ਇੱਕ ਆਰਟਿਸਟ ਲੈ ਕੇ ਜਾਂਦੇ ਤੇ ਮੈਂ 3 ਦਿਨ ਹੀ ਨੱਚ ਗਾ ਕੇ ਨਾਟਕ ਕਰਕੇ ਸਫਰ ਕੇ ਸਾਥੀ ਨਾਟਕ ਕੀਤਾ। ਰਜੇਸ਼ ਹਾਂਡਾ ਜੀ, ਯੋਗਰਾਜ ਜੀ ਸਾਡੇ ਨਾਲ ਕਰਦੇ ਹੁੰਦੇ ਸੀਗੇ। ਉਸ ਤੋਂ ਬਾਅਦ ਮੇਰੇ ਇੱਕ ਦਿਨ ਮੈਨੂੰ ਭਾਸ਼ਾ ਵਿਭਾਗ ਤੋਂ ਚਿੱਠੀ ਆਉਂਦੀ ਹੈ ਕਿ ਤੁਸੀਂ ਆਪਣੀ ਮੰਡਲੀ ਦਾ ਨਾਮ ਦੱਸੋ ਤੇ ਵੀ ਉੱਥੇ ਲੁਧਿਆਣੇ ਪੰਜਾਬੀ ਭਵਨ 'ਚ ਨਾਟਕ ਮੇਲਾ ਜਸੋਵਾਲ ਜੀ ਕਰਾ ਰਹੇ ਨੇ, ਤੁਸੀਂ ਉਸ 'ਚ ਪਾਰਟਿਸਿਪੇਟ ਕਰਨਾ ਪਸੰਦ ਕਰੋਗੇ ਤੇ ਕਿਹੜਾ ਨਾਟਕ ਕਰੋਗੇ। ਮੇਰੇ ਵਾਸਤੇ ਵੀ ਇੱਕ ਨਾਟਕ ਮੰਡਲੀ ਹੋਣਾ ਬਹੁਤ, ਮੈਂ ਜ਼ਿਆਦਾ ਨੌਲੇਜ ਨਹੀਂ ਸੀ ਰੱਖਦੀ ਇਹਨਾਂ ਚੀਜ਼ਾਂ ਦੀ ਕਿ ਕਿਵੇਂ ਹੁੰਦਾ ਕਿਵੇਂ ਨਹੀਂ। ਇਹ 84-85 ਦੀ ਗੱਲ ਹੋਣੀ ਹੈ ਜਾਂ 86 ਦੀ ਲਾ ਸਕਦੇ ਹਾਂ। ਫਿਰ ਮੈਂ ਆਪਣੇ ਕਲਾਕਾਰਾਂ ਨੂੰ ਬੁਲਾਇਆ ਤੇ ਆਪਣੀ ਇੱਕ ਨਾਟਕ ਮੰਡਲੀ ਕਲਾਕ੍ਰਿਤੀ ਪਟਿਆਲਾ ਬਣਾ ਲਈ। ਉਹਦੇ 'ਚ ਫਿਰ ਮੈਂ ਕਿਰਾਏਦਾਰ ਪਲੇ ਲੈ ਕੇ ਗਈ ਲੁਧਿਆਣੇ, ਜਿੱਥੇ ਕਿ ਬਹੁਤ ਹੀ ਆਨੰਦ ਆਇਆ। ਜਸੋਵਾਲ ਸਾਹਿਬ ਸੀਗੇ, ਦੁਸਾਂਝ ਸਾਹਿਬ ਸੀਗੇ, ਹੋਰ ਵੀ ਐਮੀਨੈਂਟ, ਤੇ ਜਿਹੜੀ ਆਡੀਅנס ਸੀ ਉਹ ਵੀ ਹਜ਼ਾਰਾਂ ਸੀ। ਸੋ ਨਾਟਕ ਕਰਕੇ ਬੜਾ ਅੱਛਾ ਲੱਗਿਆ। ਤੇ ਉਸ ਤੋਂ ਬਾਅਦ ਚੰਡੀਗੜ੍ਹ ਕੀਤਾ, ਹੋਰਾਂ ਥਾਵਾਂ ਤੇ ਕੀਤਾ। ਇਟ ਵਾਜ਼ ਅ ਹੈਲਦੀ ਕਾਮੇਡੀ। ਤੇ ਉਸ ਤੋਂ ਬਾਅਦ ਮੇਰੇ ਕੋਲ ਇੱਕ ਨਾਟਕ ਸੀਗਾ ਜਿਹੜਾ ਕਿ ਵਿਡੋਹੁੱਡ ਤੇ ਸੀਗਾ, ਪਰ that was not complete। ਫਿਰ ਮੈਨੂੰ ਦੱਸਿਆ ਗਿਆ ਕਿ ਸਰਦਾਰ ਕਿਰਪਾਲ ਕਜ਼ਾਕ, ਪ੍ਰੋਫੈਸਰ ਕਿਰਪਾਲ ਕਜ਼ਾਕ ਜਿਹੜੇ ਨੇ ਉਹ ਬਹੁਤ ਅੱਛਾ ਲਿਖਦੇ ਨੇ। ਉਸ ਟਾਈਮ ਤੇ ਪ੍ਰੋਫੈਸਰ ਕਜ਼ਾਕ ਸਾਹਿਬ ਪ੍ਰੋਫੈਸਰ ਨਹੀਂ ਸੀ। ਅਸੀਂ ਉਹਨਾਂ ਨੂੰ ਲੜਕਾ ਭੇਜ ਕੇ ਸਨੌਰ ਤੋਂ ਬੁਲਾਇਆ, ਬੁਲਾ ਕੇ ਆਪਣੀ ਗੱਲ ਦੱਸੀ ਕਿ ਅਸੀਂ ਵਿਡੋ ਨਾਲ ਜੋ ਕੁਛ ਇਹ ਹੋ ਰਿਹਾ, ਤਰਾਸਦੀਆਂ ਹੋ ਰਹੀਆਂ ਨੇ, ਜੋ ਕੁਛ ਬੇਇਨਸਾਫੀਆਂ ਹੋ ਰਹੀਆਂ ਨੇ, ਤੁਸੀਂ ਉਹਦੇ ਤੇ ਇੱਕ ਨਾਟਕ ਲਿਖ ਕੇ ਦਿਓ। ਤਾਂ ਫਿਰ ਉਹਨਾਂ ਨੇ ਕੰਧਾਂ ਤੋਂ ਬਿਨਾਂ ਨਾਟਕ ਲਿਖਿਆ, ਜਿਹੜਾ ਕਿ ਮੈਂ 85 ਤੋਂ ਖੇਡਣਾ ਸ਼ੁਰੂ ਕੀਤਾ। 85 ਚ ਖੇਡਿਆ, 86 ਚ ਖੇਡਿਆ। ਉਹਨਾਂ ਦਿਨਾਂ ਚ ਜਿਵੇਂ ਅੱਜ ਕੱਲ ਹੈ ਨਾ, ਕੋਈ ਵੀ ਨਾਟਕ 20-30 ਵਾਰੀ ਇੱਕ ਸਾਲ ਚ ਹੋ ਜਾਂਦਾ, ਉਦੋਂ ਇੰਨੇ ਨਹੀਂ ਸੀ ਹੁੰਦੇ। ਤੇ ਉਹ ਨਾਟਕ ਫਿਰ ਮੈਂ ਦਿੱਲੀ ਜਦੋਂ ਪ੍ਰਗਤੀ ਮੈਦਾਨ ਚ ਟ੍ਰੇਡ ਫੈਸਟੀਵਲ ਲੱਗਦਾ ਤੇ 87 ਚ ਮੈਂ ਉੱਥੇ ਪ੍ਰਗਤੀ ਮੈਦਾਨ ਚ ਉਹਦਾ ਸ਼ੋਅ ਕੀਤਾ। ਇੱਕ ਵਿਡੋਹੁੱਡ ਦੇ ਬੇਸ ਤੇ ਨਾਟਕ ਸੀਗਾ, ਜਿਹਦੀ ਕਿ ਤਰਾਸਦੀ ਸੀਗੀ। ਔਰ ਪ੍ਰਗਤੀ ਮੈਦਾਨ ਚ ਜਿਹੜਾ ਪੰਜਾਬ ਪੈਵੇਲੀਅਨ ਹੈ ਉਹ PROIS ਸੀਗੇ। ਤੇ ਹੋਰ ਵੀ ਲੋਕੀ ਮੈਨੂੰ ਕਹਿੰਦੇ ਨਾ ਕਰ, ਤੂੰ ਫਲॉप ਹੋ ਜਾਏਗੀ, ਤੂੰ ਮਰ ਜਾਏਗੀ, ਤੇਰਾ ਖਤਮ ਹੋ ਜਾਏਗਾ, ਤੂੰ ਤਾਂ ਅਜੇ ਸ਼ੁਰੂ ਵੀ ਨਹੀਂ ਕੀਤਾ ਇਸ ਫੀਲਡ 'ਚ ਕੰਮ। ਪਰ ਮੈਨੂੰ ਆਪਣੇ ਆਪ ਤੇ ਸਰੀਨ ਸਾਹਿਬ ਜਦੋਂ ਮੈਂ ਉੱਥੇ ਕੀਤਾ, ਔਰ ਜਦੋਂ ਪੈਟਰੀਓਟ, ਹਿੰਦੁਸਤਾਨ ਟਾਈਮਸ, ਸਟੇਟਸਮੈਨ, ਟਾਈਮਸ ਆਫ ਇੰਡੀਆ ਦੇ ਐਡੀਟਰਸ ਖੜੇ ਹੋ ਕੇ ਪੰਜਾਬ ਪੈਵਿਲੀਅਨ 'ਚ ਇੰਨਾ ਰਸ਼ ਹੋ ਗਿਆ ਕਿ ਇੱਕ ਟ੍ਰੈਜਡੀ ਨੂੰ ਦੇਖਣ ਵਾਸਤੇ ਜਦੋਂ ਰਾਣੋ ਦੀ ਐਂਟਰੀ ਹੁੰਦੀ ਸੀ, ਉਹਦਾ ਜੇਠ ਉਹਦੇ ਨਾਲ ਕੀ ਕਰਦਾ, ਉਹਦਾ ਚੌਧਰੀ ਪਿੰਡ ਦਾ ਸਰਪੰਚ ਕੀ ਕਰਦਾ, ਕਿਵੇਂ ਦੇ ਦੂਸ਼ਣ ਲਾਏ ਜਾਂਦੇ ਨੇ, ਹੋਰ ਤਾਂ ਹੋਰ ਪਿੰਡ ਦਾ ਅਮਲੀ ਵੀ ਕਿਵੇਂ ਟਾਂਚਾ ਕਰਦਾ ਉਸ ਜਨਾਨੀ ਨੂੰ। ਤੇ ਉਦੋਂ ਕੁਛ ਇੱਕ ਲੜਕੇ ਹੁੰਦੇ ਸੀ ਜਿਹੜੇ ਵਿਸਲਿੰਗ ਕਰਦੇ ਸੀ, ਪਰ ਦੂਸਰੇ ਕਹਿੰਦੇ ਸੀ ਜੇ ਤੂੰ ਨਹੀਂ ਦੇਖਣਾ ਬਾਹਰ ਜਾ, ਸਾਨੂੰ ਨਾਟਕ ਵੇਖਣ ਦੇ। ਔਰ ਉਦੋਂ ਦੇ ਪੈਟਰੀਓਟ ਅਖਬਾਰ 'ਚ ਪੂਰੇ 2 ਕਾਲਮ ਰਾਣੋ ਤੇ ਪਰਮਿੰਦਰਪਾਲ ਕੌਰ ਤੇ ਲਿਖੇ ਗਏ। ਵਿੱਚ ਉੱਥੋਂ ਦੀਆਂ ਸਾਰੀਆਂ ਅਖਬਾਰਾਂ ਨੇ ਅਗਲੇ ਦਿਨ ਮੈਨੂੰ ਕਿਹਾ, ਪਰਮਿੰਦਰ ਵੀ ਸਾਡੇ ਨਾਲ ਮਾਸ ਮੀਡੀਆ ਦੇ ਆਫਿਸ ਜਾਓ, ਇਹ ਕਰੋ ਉਹ ਕਰੋ। ਬਸ ਉਦੋਂ ਫਿਰ ਚੀਜ਼ਾਂ ਜਿਉਂ ਸਿਰ ਤੇ ਚੜਨ ਲੱਗੀਆਂ, ਉਸ ਤੋਂ ਬਾਅਦ ਚੜ੍ਹਦੀਆਂ ਗਈਆਂ। ਇਹੀ ਨਾਟਕ ਫਿਰ ਮੈਂ 91 ਚ ਕੰਧਾਂ ਤੋਂ ਬਿਨਾਂ ਸ੍ਰੀ ਰਾਮ ਸੈਂਟਰ ਕੀਤਾ, ਪੰਜਾਬੀ ਅਕੈਡਮੀ ਦੇ ਥਰੂ। ਬਤਰਾ ਸਾਹਿਬ ਉਦੋਂ ਇੱਥੋਂ ਦੇ ਸੈਕਟਰੀ ਹੁੰਦੇ ਸੀਗੇ। ਤੇ ਉਸ ਤੋਂ ਬਾਅਦ ਕਜ਼ਾਕ ਸਾਹਿਬ ਦਾ ਹੀ ਲਿਖਿਆ ਹੋਇਆ ਇੱਕ ਟ੍ਰਾਈਬਸ ਦੇ ਉੱਤੇ, ਜਿਹੜੇ ਸ਼ਿਕਲੀਗਰ ਟ੍ਰਾਈਬ ਹੈ, ਤੇ ਉਹਨਾਂ ਦੇ ਤੇ ਜਿਹੜੇ ਸਾਡਾ ਫਿਊਡਲ ਸਿਸਟਮ ਹੈ, ਵੀ ਕਿਵੇਂ ਜਿਹੜੇ ਆਦਮੀ ਜ਼ਗੀਰਦਾਰਾਂ ਦੇ ਬੱਚਾ ਨਹੀਂ ਹੁੰਦਾ ਤੇ ਉਹ ਕਿਵੇਂ ਐਕਸਪਲੋਇਟ ਕਰਕੇ ਪਹਿਲੀ ਔਰਤ, ਦੂਜੀ ਔਰਤ, ਤੀਜੀ ਔਰਤ, ਐਂਡ ਵੈਨ ਦੇ ਆਰ ਨਾਟ ਸੈਟੀਸਫਾਈਡ ਤੇ ਇੱਕ ਸ਼ਿਕਲੀਗਰਨੀ ਨੂੰ ਕਿਵੇਂ ਆਪਣੇ ਜਾਲ 'ਚ ਫਸਾਉਂਦੇ ਨੇ, ਕਿਵੇਂ ਉਹਦੇ ਨਾਲ ਕਰਦੇ ਨੇ।
और फिर जदों वो भी मतलब वो ਵਿਆਹ के आउंदी है अपने ट्राइब के अगेंस्ट सारा कुछ रिवोल्ट करदी है ते जदों आउंदी है तो ਉਹਦੇ ਨਾਲ ਪਹਿਲੀ ਰਾਤ ਨੂੰ ਕੀ ਹੁੰਦਾ ਹੈ ਜਦੋਂ ਜਿਹਦੇ ਨਾਲ ਵਿਆਹ ਕੇ ਆਈ ਹੈ ਜਗੀਰਦਾਰ ਨਾਲ ਬੁੱਢੇ ਜਗੀਰਦਾਰ ਨਾਲ ਉਹ ਵਿਆਹੀ क्यों क्योंकि वो कहती है ए भगवान इनके पास दो दो छतें और हमारे पास है नहीं। वो एक छत लैन दे वास्ते उस दे नाल विआह करांदी है पर पहले ही दिन जेड़ी पहली औरत ओदे घर बैठी है ओदा भरा उस औरत दा रेप करदा है क्योंकि जगीरदार आप कासे जो करनी सी। वो कहती है हम भले गरीब सहे हम बिष्टा खा लें पर ऐसा धर्म नहीं करते और उसनू उसे दिन ही नफरत हो जाती है बट शी गेट्स प्रेगनेंट ते अल्टीमेट ये हुंदा कि इन द एंड उस बच्चे नू लेके अपने वूम च जदों फिर एक दिन कबीला आउंदा है शिकली करांदा उथे एक लगा होका लगदा है छान नीले झारना ले ये वो ते वो सुनदी है तो बाय चांस जगीरदार ते ओदे ते गार्ड जेड़ा रखे वो नहीं हुंदा एंड शी वॉक्स अवे विद हिम। ये प्ले भी असी 93 च पंजाबी अकेडमी दिल्ली च कीता ते उत्थे सानू बहुत सन्मानित होए। असी कंपीटिशन च कीता सी जेड़ा एनुअल कंपीटिशन करांदे ने ते इहदे च सानू बेस्ट म्यूजिक बेस्ट स्क्रिप्ट बेस्ट डायरेक्टर एंड बेस्ट एक्टर दा अवार्ड मिलिया सीगा। सो अच्छा लग्या। इस तो बाद फिर सिलसिला तुहानू पता है सरीन साहब जी एक बारी ये हो जाए तो चलदा रहिंदा। असी प्ले करी गए जिदे च एमिनेंट प्ले भी ने कुछ कॉमेडीज ने कुछ ट्रेजेडीज ने पर मेरे दिल दे करीब हमेशा समाज नू सुधारन दे प्ले रहे जिदे नाल मैं जो भी औरतां ते बच्चियां ते समाज दे विच जेड़ियां कुरीतियां आउंदियां ने ज्यादा उन्हां ते कीते। जिवें तुहानू दस्सिया हुण विडोहुड ते हो गया उधारी कुख उस बंदे ते जेड़ा कि कुछ भी नहीं कर सकदा पर किवें है। छेवां दरिया एक कम्यूनल हारमोनी ते है सरदार भाग सिंह जी का लिखा होया ते मैं कई प्ले जिवें बलराज पंडित जी कोल करन लई मैं बिजली बोर्ड च नौकर सी पर रोज स्कूटर ते पंजाबी यूनिवर्सिटी जांदी सी। बलराज पंडित जी ने मैनू ते नवनिंद्रा बहल जी ने बुलाया सीगा कि तुसी कोकला रानी प्ले च एक्ट कर दो। इट वाज ए गोल्डन अपॉर्चुनिटी फॉर मी ते मैं ओहदे च कीता। पंडित जी तो सीखण दा बहुत मौका मिलिया बहुत कुछ किया ते जेड़ा सीगा कोकला रानी प्ले मकबूल भी बड़ा होया यूनिवर्सिटी भी ते अदरवाइज भी। इस तरह ही टॉल्स्टॉय दा जेड़ा हैगा पावर ऑफ डार्कनेस ओदे ते प्ले किया गया सीगा दल वो भी दिल्ली किया सीगा। इस तरह मैं काफी प्ले कीते ने जिन्हां चों कि रेप ते चाइल्ड अब्यूज ते पहले किताब मैनू जो लैंग्वेज डिपार्टमेंट है इन्होंने एक बारी कक्कर साहब सीगे डायरेक्टर उन्होंने पर्सनली सद्या ते सेंटेनरी सीगी नंदलाल नूरपुरी जी दी ते कहन लगे परमिंदर भी तुसी जेड़ियां अनरिकॉर्डेड पोएम्स ने उन्हां दियां ਉਹ ਲਓ। ਸੁਰਿੰਦਰ ਕੌਰ ਨੇ ਗਾਈਆਂ ਹੋਈਆਂ ਨੇ ਹੋਰ ਬਹੁਤ ਵੱਡੇ ਵੱਡੇ ਸਿੰਗਰਸ ਨੇ ਗਾਈਆਂ ਹੋਈਆਂ ਨੇ ਅਨਰਿਕਾਰਡਡ ਪੋਇਮਸ ਲੈ ਕੇ ਤੇ ਨੰਦ ਲਾਲ ਨੂਰਪੁਰੀ ਜੀ ਦੀ ਲਾਈਫ ਤੇ ਇੱਕ ਸਕੈਚ ਬਣਾ ਕੇ ਦੋ। ਉਹ ਸਕੈਚ ਜਿਹੜਾ ਸੀਗਾ ਮਿਨਿਸਟਰ ਨੇ ਆਉਣਾ ਸੀਗਾ ਸਾਰਾ ਕੁਝ ਸੀਗਾ ਮੇਰੇ ਵਾਸਤੇ ਤਾਂ ਲਾਈਫ ਦਾ ਪਹਿਲਾ ਐਕਸਪੀਰੀਅੰਸ ਸੀ। ਪਹਿਲਾਂ ਮੈਂ ਪੋਇਮਸ ਚੁਣੀਆਂ ਫਿਰ ਉਹਨਾਂ ਦੀ ਲਾਈਫ ਚੁਣੀ। ਲਾਈਫ ਦੇ ਬਸ 2 ਹੀ ਪੱਤਰੇ ਸੀ ਮੇਰੇ ਕੋਲ बहुत छोटी लाइफ सी उन्हां दी ते उन्हां नूं मैं घर च अपने रिकॉर्डिंग दा सारा समान चुक के ओ लियांदा रिकॉर्डिंग कीती हरजीत गुड्डू ते सतविंदर बिट्टी नाल। ओ रिकॉर्डिंग करन तो बाद ओदे ते डांस एंड ड्रामा स्क्रिप्टिंग करके विच एक खूह बोलिया क्योंकि लास्ट जेड़ा सीगा वो एक खूह च छाल मार के मरे सीगे ते ओ खूह बोलिया दे नाम ते असी फिर एक बैले किया जिहड़ा कि मिनिस्टर साहब दे मतलब भाषा विभाग दे लई एक बहुत ही वधिया कारगर चीज साबित हुई ते अच्छा लग्या। पर ज्यों-ज्यों
ਵਰੇ ਲੰਘਦੇ ਗਏ, ਤਿਉਂ ਕੰਪੀਟੀਸ਼ਨ ਹਾਰਡ ਹੁੰਦਾ ਗਿਆ, ਤਿਉਂ ਨਾਟਕਕਾਰਾਂ ਦੀਆਂ, ਨਾਟਕਾਂ ਦੀਆਂ ਮੰਡਲੀਆਂ ਦੀਆਂ ਜ਼ਰੂਰਤਾਂ ਵੀ ਵੱਧਦੀਆਂ ਗਈਆਂ। ਪਰ ਸ਼ਾਇਦ ਸਾਡੇ 'ਚ ਕੋਈ ਕਮੀ ਸੀ। ਅਸੀਂ ਕਈ ਵਾਰੀ ਤਾਂ ਅੱਜ ਤੱਕ ਸਪਾਂਸਰਸ਼ਿਪ ਲੈਣ ਜਾਈਏ ਤਾਂ ਕੋਈ ਸਾਨੂੰ ਦੇ ਕੇ ਰਾਜੀ ਨਹੀਂ। ਮੈਨੂੰ ਇਹ ਗੱਲ ਅੱਜ ਤੱਕ ਸਮਝ ਹੀ ਨਹੀਂ ਆਉਂਦੀ, why it happens so? ਇਸ ਤਰ੍ਹਾਂ ਸਾਡੇ ਨਾਲ ਕਿਉਂ ਹੁੰਦਾ? ਅਸੀਂ ਕਿਸੇ ਵੀ ਇੰਸਟੀਟਿਊਸ਼ਨ ਜਾਈਏ, ਉੱਥੇ ਕੁਛ I shouldn't say ਸਾਨੂੰ ਸਪਾਂਸਰਸ਼ਿਪ ਨਹੀਂ ਮਿਲਦੀ। ਜਿੱਥੇ ਇੱਕ ਬੰਦੇ ਨੂੰ 4 ਜਾਂ 8 ਨਾਟਕ ਸਪਾਂਸਰ ਕੀਤੇ ਜਾਂਦੇ ਨੇ ਕਿ ਠੀਕ ਹੈ, ਹਾਂ ਮੈਂ ਤੇਰਾ ਸ਼ੋਅ ਦੇਖਿਆ, ਬਹੁਤ ਅੱਛਾ ਸੀਗਾ, ਹਾਂ ਇਹਦੇ 4 ਸ਼ੋਅ ਕਰਦੇ। ਅਸੀਂ ਮੰਗਾਂਗੇ, ਅੱਜ ਤੱਕ ਰਿਕਾਰਡ ਕਢਵਾ ਲਓ ਕਿਧਰੋਂ ਵੀ, ਸਾਨੂੰ 1 ਸ਼ੋਅ ਮਿਲੇਗਾ। ਬਾਅਦ ਚ ਤਰਲੇ ਕੱਢੋ, ਗੱਲਾਂ ਕਰੋ, ਕੁਛ ਕਰੋ, ਨਹੀਂ ਮਿਲਦੇ। ਇਸ ਤੋਂ ਬਾਅਦ ਮੈਂ ਗੁਰਦਿਆਲ ਦਲਾਲ ਜੀ ਦੀ ਕਹਾਣੀ ਸੀ ਅੰਨੀ ਗਲੀ ਦਾ ਮੋੜ, ਉਹਦੇ ਤੇ ਡਰੱਗਸ ਦੇ ਉੱਤੇ ਨਾਟਕ ਹੈ ਕੋਈ ਦਿਓ ਜਵਾਬ। ਉਹਦੀ ਕਹਾਣੀ ਤੋਂ ਮੈਂ ਉਹਨੂੰ ਅਡੈਪਟ ਕਰਕੇ ਨਾਟਕ ਚ ਬਣਾਇਆ, ਅੰਨੀ ਗਲੀ ਦੇ ਮੋੜ ਤੋਂ ਕੋਈ ਦਿਓ ਜਵਾਬ। ਤੇ ਫਿਰ ਮੈਂ ਉਹਨੂੰ ਥਾਂ ਕੀਤਾ। ਉਹਦੇ ਮੇਰੇ ਖਿਆਲ 40-50 ਸ਼ੋਅ ਮੈਂ ਕਰ ਚੁੱਕੀ ਹਾਂ ਤੇ ਅੱਜ ਵੀ ਕਰ ਰਹੀ ਹਾਂ। ਉਹ ਚੱਲੀ ਜਾਂਦਾ, ਬਹੁਤ ਲੋਕਾਂ ਨੂੰ ਮਕਬੂਲ ਹੋਇਆ, ਪਸੰਦ ਬਹੁਤ ਆਇਆ ਲੋਕਾਂ ਨੂੰ। ਇਸ ਤੋਂ ਬਾਅਦ ਜਿਉਂ ਨੁੱਕੜ ਨਾਟਕ ਕੀਤੇ, ਮਹਿੰਗਾਈ ਨੇ ਨਿਕਾਲਾ ਜਨਤਾ ਕਾ ਦੀਵਾਲਾ। ਫਿਰ ਇਸ ਤੋਂ ਬਾਅਦ ਕਜ਼ਾਕ ਸਾਹਿਬ ਨੇ, ਕਿਰਪਾਲ ਕਜ਼ਾਕ ਹੋਰਾਂ ਨੇ ਇੱਕ ਰੇਪ ਦੇ ਉੱਤੇ ਹੋਰ ਨਾਟਕ ਲਿਖ ਕੇ ਦਿੱਤਾ। ਕਦੋਂ ਤੱਕ ਵੀ ਇਹ ਕਦੋਂ ਤੱਕ ਚੱਲੇਗਾ ਸਿਸਟਮ, ਜਿਹੜੀ ਕਿ ਇਸ ਸਿਸਟਮ ਦੇ ਉੱਤੇ ਇੱਕ ਕਰਾਰੀ ਚੋਟ ਹੈ। ਔਰ ਤੁਸੀਂ ਅੱਜ ਐਜ਼ ਇੰਟਰਵਿਊਰ ਬੈਠੇ ਹੋ, ਪਰ ਤੁਸੀਂ ਮੇਰੇ ਸਾਖੀ ਹੋ ਹਰ ਗੱਲ 'ਚ। ਤੁਸੀਂ ਮੇਰੇ ਪਲੇ ਦੇਖਣ ਆਉਂਦੇ ਰਹੇ ਹੋ, ਤੁਸੀਂ ਸਾਨੂੰ ਹੱਲਾਸ਼ੇਰੀ ਦਿੰਦੇ ਰਹੇ ਹੋ, ਤੇ ਬਹੁਤ ਹੀ ਅੱਛਾ ਲੱਗਦਾ ਹੈ ਜਦੋਂ ਤੁਹਾਡੇ ਵਰਗੇ ਵਿਦਵਾਨ ਲੋਕ, ਅਦਾਕਾਰ ਲੋਕ, ਡਾਇਰੈਕਟਰ ਲੋਕ ਸਾਡੇ ਵਿੱਚ ਬੈਠ ਕੇ ਸਾਨੂੰ ਸ਼ਾਬਾਸ਼ ਵੀ ਦਿੰਦੇ ਨੇ ਤੇ ਸਦਾ ਤੁਰ ਰਹਿਣ ਦਾ ਇੱਕ ਲਾਈਟ ਵੀ ਦਿਖਾਉਂਦੇ ਨੇ ਵੀ ਚੱਲਦੇ ਰਹੋ, ਕੋਈ ਗੱਲ ਨਹੀਂ, ਸਮਾਂ ਆਏਗਾ, ਅੱਜ ਨਹੀਂ ਤਾਂ ਕੱਲ ਬਦਲੇਗਾ ਜ਼ਮਾਨਾ। ਇਸ ਤੋਂ ਫਿਰ ਬਾਅਦ ਮੈਂ ਫਹਿਮੀਦਾ ਰਿਆਜ਼ ਦੀ ਸਟੋਰੀ ਤੇ ਜੀ ਬਹੁਤ ਅੱਛੀ ਹੈ। ਤੇ ਫਹਿਮੀਦਾ ਰਿਆਜ਼ ਪਾਕਿਸਤਾਨ ਦੀ ਰਾਈਟਰ ਹੈ। ਉਹਦੀ ਇੱਕ ਕਹਾਣੀ ਸੀ ਝੁੰਨੂ ਕੋ ਚਿੱਠੀ ਮਿਲੀ। ਉਸ ਕਹਾਣੀ ਨੂੰ ਕਜ਼ਾਕ ਸਾਹਿਬ ਨੇ ਫਿਰ ਇੱਕ ਪਲੇ ਦੀਵਾਰਾਂ ਦੇ ਨਾਮ ਥੱਲੇ ਬਣਾਇਆ, ਜਿਹੜਾ ਕਿ ਧਰਮ ਦੀ ਕੱਟੜਤਾ, ਧਰਮ ਦੇ ਵਿੱਚ ਜਿਹੜੀਆਂ ਗੱਲਾਂ ਨੇ ਵੀ ਔਰਤ ਨਹੀਂ ਮਸਜਿਦ ਜਾ ਸਕਦੀ, ਇਹ ਆਏ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ, ਉਹਨਾਂ ਗੱਲਾਂ ਨੂੰ ਲੈ ਕੇ ਸੀਗਾ। ਔਰ ਉਹ ਪਲੇ ਵੀ ਬਹੁਤ ਮਕਬੂਲ ਹੋਇਆ ਤੇ ਕਈ ਥਾਵਾਂ ਤੇ ਕੀਤਾ। ਇਸ ਤੋਂ ਬਾਅਦ ਫਿਰ ਕਦੋਂ ਤੱਕ ਤੋਂ ਬਾਅਦ ਬੋਦੀ ਵਾਲਾ ਤਾਰਾ, ਰਾਣਾ ਜੰਗ ਬਹਾਦਰ ਦਾ ਲਿਖਿਆ ਹੋਇਆ। ਇਸ ਫਿਊਡਲ ਸਿਸਟਮ ਤੇ ਅੱਜ ਤੋਂ 50 ਤੋਂ 100 ਸਾਲ ਪਿੱਛੇ ਤੱਕ ਦੀ ਕਹਾਣੀ ਕਿ ਕਿਵੇਂ ਗਰੀਬ ਕਿਰਸਾਨੀ ਦੇ ਵਿੱਚ ਔਰਤ ਪਿਸਦੀ ਹੈ, ਟੁੱਟਦੀ ਹੈ, ਆਪਣੇ ਅਹਿਸਾਸ, ਆਪਣੇ ਦਿਲ ਦੀਆਂ ਰੀਝਾਂ, ਆਪਣੇ ਚਾਹ ਸਾਰੇ ਇੱਕ ਬੰਦੇ ਦੇ ਮਗਰ ਲਾ ਕੇ, ਜਿਹਦੇ ਨਾਲ ਉਹ ਵਿਆਹੀ ਜਾਂਦੀ ਹੈ, ਆ ਜਾਂਦੀ ਹੈ ਤੇ ਉਹਦੇ ਤੇ ਸਾਰਾ ਕੁਝ ਦਾਅ ਲਾ ਦਿੰਦੀ ਹੈ। ਪਰ ਜਦੋਂ ਉਹ ਬੰਦਾ ਹੀ ਕਾਸੇ ਜੋਗਾ ਨਹੀਂ ਹੁੰਦਾ, ਉਹਦੇ ਨਾਲ ਗੱਲ ਵੀ ਨਹੀਂ ਕਰਦਾ, ਉਹਦੇ ਕੋਰੇ ਕੁਆਰੇ ਚਾਹ, ਉਹਦੀਆਂ ਰੀਝਾਂ ਸਾਰੀਆਂ ਉਵੇਂ ਰਹਿ ਜਾਂਦੀਆਂ ਨੇ ਤੇ ਉਹਦੀ ਸੱਸ ਉਹਨੂੰ ਤਾਨੇ ਮਿਲਨੇ ਮਾਰਦੀ ਹੈ ਕਿ ਤੂੰ ਬਾਂਝ ਹੈ। ਤੇ ਫਿਰ ਉਹ ਕਿਵੇਂ ਕਰਦੀ ਹੈ, ਕੀ ਹੁੰਦਾ ਹੈ। ਇਟਸ ਅ ਬਿਊਟੀਫੁਲ ਪਲੇ ਜਿਹਦੇ ਚ ਸਾਡੇ ਪੰਜਾਬ ਦਾ ਟੋਟਲ ਕਲਚਰ ਜਿਹੜਾ ਅੱਜ ਗਵਾ ਚੁੱਕੇ ਆ ਅਸੀਂ ਸਿਆਪਾ ਕਰਨ ਦਾ, ਜਿਹੜੇ ਪਿੱਛੇ ਮਕਾਨਾਂ ਆਉਂਦੀਆਂ ਸੀ ਤੇ ਉਵੇਂ ਹੁੰਦਾ ਸੀ, ਉਹ ਵੀ ਹੁੰਦਾ ਹੈ, ਵਿੱਚ ਗਿੱਧਾ ਵੀ ਪੈਂਦਾ ਹੈ, ਵਿੱਚ ਜਾਗੋ ਵੀ ਕੱਢੀ ਜਾਂਦੀ ਹੈ ਤੇ ਉਸ ਲੜਕੀ ਦੇ ਅਹਿਸਾਸਾਂ ਨੂੰ ਬਹੁਤ ਖੂਬਸੂਰਤੀ ਨਾਲ ਅਸੀਂ ਪੋਰਟਰੇ ਕਰਦੇ ਹਾਂ। ਤੇ ਇੱਕ ਮੈਂ ਬਜ਼ੁਰਗਾਂ ਦੀ, ਕਿਉਂਕਿ ਮੈਂ ਸਮਾਜ ਦੀਆਂ ਕੁਰੀਤੀਆਂ ਤੇ ਜਿਵੇਂ ਤੁਹਾਨੂੰ ਦੱਸਿਆ ਕਿ ਜ਼ਿਆਦਾ ਕੰਮ ਕਰਦੀ ਹਾਂ, ਬਜ਼ੁਰਗਾਂ ਦੇ ਉੱਤੇ, ਕਿਉਂਕਿ ਅੱਜ ਵੀ ਟੀਵੀ 'ਚ ਖਬਰਾਂ ਦੇਖ ਰਹੀ ਸੀ, ਇੱਕ ਸੱਸ ਨੂੰ ਆਪ ਪਤਾ ਨਹੀਂ ਬੁਰੀ ਤਰ੍ਹਾਂ ਕੁੱਟਦੀ ਹੈ ਤੇ ਉਹ ਕਰਦੀ ਹੈ। ਥੋੜੇ ਦਿਨ ਪਹਿਲਾਂ ਇੱਕ
ਛੋਟੀ ਜੀ 4 ਫੁੱਟ ਦੀ ਹੋਣੀ ਹੈ ਉਹ ਚੁੱਕੀ, ਜਿੱਥੇ 2 ਪੁੱਤਰਾਂ ਦੀ ਮਾਂ, ਜਿਹਦੇ PCS ਵੀ ਸੁਣਿਆ, ਬੜਾ ਕੁਝ ਨਾਮਵਰ ਸੁਣੇ ਨੇ, ਕੋਈ ਲੀਡਰ ਵੀ ਸੀਗੇ, ਮਾਂ ਕਿਸ ਤਰ੍ਹਾਂ ਦੀ ਹਾਲਤ 'ਚ ਮਰੀ ਸੀਗੀ। ਉਹ ਜਿਹਨੂੰ ਵੇਖ ਕੇ ਮੈਂ ਬਜ਼ੁਰਗਾਂ ਦੇ ਉੱਤੇ ਵੀ ਇੱਕ ਨਾਟਕ ਕੀਤਾ ਹੈ। ਉਹ ਸਾਹਿਤ ਅਕੈਡਮੀ ਅਵਾਰਡੀ ਚਿਤਰਾ ਮੁਦਗਿਲ ਜੀ ਦੇ ਨਾਵਲ ਗਿੱਲੀ ਗੁੱਡੂ ਤੇ ਆਧਾਰਿਤ ਮੈਂ ਇਹਨੂੰ ਅਡੈਪਟ ਕੀਤਾ ਪਲੇ 'ਚ, ਤੇ ਉਹਦਾ ਨਾਮ ਰੱਖਿਆ ਇਹ ਜ਼ਿੰਦਗੀ, ਜਿਹਦੇ 'ਚ ਬਹੁਤ ਹੀ ਸ਼ੋ ਹੋ ਚੁੱਕੇ ਨੇ, 17-18 ਸ਼ੋ ਹੋ ਚੁੱਕੇ ਨੇ, ਜਿਹੜੇ ਕਿ ਕੁਛ ਇੱਕ ਦਿੱਲੀ ਸੰਗੀਤ ਨਾਟਕ ਅਕੈਡਮੀ 'ਚ, ਇੱਕ ਸ਼ੋ ਹਿੰਦੀ ਅਕੈਡਮੀ ਦਿੱਲੀ, 2 ਸ਼ੋ ਦਿੱਲੀ ਕੀਤੇ ਨੇ। ਬਾਰੇ ਸਾਰੇ ਸ਼ੋ ਪੰਜਾਬ 'ਚ, ਪਟਿਆਲਾ, ਚੰਡੀਗੜ੍ਹ, ਪਾਤੜਾਂ, ਸਮਾਣਾ, ਸੰਗਰੂਰ, ਫਗਵਾੜਾ, ਜਲੰਧਰ, ਇੱਥੇ ਕੀਤੇ ਨੇ ਅਸੀਂ। ਤੇ ਆਪਣੇ ਮਤਲਬ ਆਪਣੇ ਰਸੂਖ ਤੇ ਆਪਣੀਆਂ ਸਪਾਂਸਰਸ਼ਿਪਸ ਲੱਭ ਕੇ, ਜਿਹੜੀ ਕਿ ਇੱਕ ਬਹੁਤ ਰਸ ਦੀ ਕਹਾਣੀ ਹੈ, ਕਿਵੇਂ ਇੱਕ ਬਜ਼ੁਰਗ ਜਿਹੜਾ ਕਿ ਇਕੱਲਾ ਰਹਿ ਜਾਂਦਾ, ਮੈਂ ਵੇਖਿਆ ਸੀ ਕਿੰਨਾ ਲੋਨਲੀ ਹੈ, ਉਹਦੀਆਂ ਕੀ ਜ਼ਰੂਰਤਾਂ ਨੇ, ਉਹ ਕਿਵੇਂ ਰਾਤ ਨੂੰ ਡਰਦਾ ਹੈ ਜਦੋਂ ਉਹਦਾ ਦੋਸਤ ਵੀ ਆਪਣੇ ਕਮਰੇ 'ਚ ਪਿਆ ਮਰ ਜਾਂਦਾ ਹੈ। ਉਸਦੇ ਕਮਰੇ 'ਚੋਂ ਉਹਦੀ ਲਾਸ਼ 3 ਦਿਨ ਬਾਅਦ ਕੱਢੀ ਜਾਂਦੀ ਹੈ। ਵਿਜੇ ਸਾਹਿਬ ਤੁਸੀਂ ਵੀ ਆਏ ਸੀ ਦਿੱਲੀ, ਸ਼ਾਇਦ ਤੁਸੀਂ ਵੀ ਦੇਖਿਆ ਸੀ ਸ਼ੋਅ ਇਹ? ਹਾਂ ਮੈਂ ਕਿਹਾ ਬਿਲਕੁਲ ਸੌਰੀ ਸਰ। ਹਾਂਜੀ ਹਾਂਜੀ ਹਾਂ, ਤੁਸੀਂ ਦਿੱਲੀ ਦੇਖਿਆ ਸੀ, ਤੁਸੀਂ ਆਏ ਸੀ ਸ਼ੋਅ ਦੇਖਣ? 3 ਦਿਨ ਬਾਅਦ ਕੱਢੀ ਜਾਂਦੀ ਹੈ ਤੇ ਉਸ ਦਾ ਮੈਂ ਬਿਲਕੁਲ ਵੇਖਿਆ TG ਵਿੱਚ ਹੋਏਗਾ। ਹਾਂਜੀ ਉਹਨੂੰ ਉਹਦਾ ਬੇਟਾ ਲੈ ਕੇ ਜਾਂਦਾ, ਬਟ ਹੀ ਕੁਡਨਟ ਐਡਜਸਟ ਇਨ ਮੈਟਰੋਪੋਲੀਟਨ ਸਿਟੀ। ਤੇ ਉਹ ਅੱਗੇ ਜਿਵੇਂ ਜਿਵੇਂ ਪਲੇ ਚੱਲਦਾ ਹੈ, ਬੁੱਢਿਆਂ ਦੀਆਂ ਸਦਰਾਂ, ਬੁੱਢਿਆਂ ਦੀਆਂ ਰੀਝਾਂ, ਬੁੱਢਿਆਂ ਦੇ ਖੌਫ, ਬੁੱਢਿਆਂ ਦੀ ਲੋਨਲੀਨੈਸ, ਉਹ ਕੀ ਨਹੀਂ ਦੱਸਦਾ ਪਲੇ। ਉਹ ਬਹੁਤ ਮਕਬੂਲ ਹੋਇਆ, ਬਹੁਤ ਪਸੰਦ ਕੀਤਾ ਗਿਆ। ਤੇ ਹੁਣ ਵੀ ਜੈਨਿੰਦਰ ਜੀ ਦਾ ਪਲੇ ਹਾਈ ਹੈਂਡਸਮ, ਮੈਂ ਉਹਦੇ ਤੇ ਕੰਮ ਕਰ ਰਹੀ ਹਾਂ। ਤੁਸੀਂ ਸਾਡੇ ਕੋਲ ਜੇ ਕੋਈ? ਹਾਂਜੀ ਜੱਗੀ ਸਾਹਿਬ। ਹਾਂ ਪਰਮਿੰਦਰ ਜੀ, ਬਹੁਤ ਹੀ ਵਧੀਆ ਤੁਸੀਂ ਆਪਣੇ ਰੰਗਮੰਚ ਦਾ ਸਫ਼ਰ, ਆਪਣੀ ਜ਼ਿੰਦਗੀ ਦੇ ਸਫ਼ਰ, ਉਹਦੇ ਬਾਰੇ ਗੱਲਬਾਤ ਕੀਤੀ ਹੈ। ਔਰ ਤੁਹਾਡੀਆਂ ਗੱਲਾਂ 'ਚੋਂ ਇਹ ਗੱਲ ਨਿਕਲ ਕੇ ਆਈ ਕਿ ਇੱਕ ਔਰਤ ਦੀ ਜਿਹੜੀ ਤਰਾਸਦੀ ਹੈ, ਔਰ ਸਪੈਸ਼ਲੀ ਇੱਕ ਵਿਡੋ ਔਰਤ ਦੀ ਤਰਾਸਦੀ, ਉਹਦੇ ਉੱਤੇ ਜਿਹੜੇ ਨਾਟਕ ਤੁਸੀਂ ਜ਼ਿਆਦਾ ਘੜੇ, ਕਿਉਂਕਿ ਉਹ ਤੁਹਾਡੇ ਨਾਲ ਆਪ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹੋਣਗੀਆਂ, ਪਰ ਜਿਹੜਾ ਤੁਹਾਡਾ ਦਰਦ ਹੈ ਸਮਾਜ ਦੇ ਲਈ, ਕਿਉਂਕਿ ਤੁਸੀਂ ਮੈਂ ਤੁਹਾਨੂੰ ਦੇਖਿਆ ਕਿ ਤੁਸੀਂ ਰੋਟਰੀ ਇੰਟਰਨੈਸ਼ਨਲ ਦੇ ਨਾਲ ਵੀ ਕੰਮ ਕਰਦੇ ਰਹੇ ਹੋ, ਉਹਦੇ ਪ੍ਰੈਜ਼ੀਡੈਂਟ ਵੀ ਰਹੇ ਹੋ। ਹਾਂਜੀ ਹਾਂ ਬਿਲਕੁਲ ਠੀਕ ਕਹਿ ਰਹੇ ਤੁਸੀਂ ਸਿੰਘ ਸਾਹਿਬ। ਹਾਂਜੀ ਤੇ ਉੱਥੋਂ ਦੇ ਜਿਹੜੇ ਸਰੀਨ ਸਾਹਿਬ ਥੋੜਾ ਜਿਹਾ ਉੱਚੀ, ਮੇਰੇ ਕੋਲ ਲੀਡ ਨਹੀਂ ਹੈ। ਹਾਂਜੀ ਥੋੜਾ ਜਿਹਾ ਉੱਚੀ। ਓਕੇ ਮੈਂ ਇਹ ਕਹਿ ਰਿਹਾ ਸੀ ਕਿ ਤੁਹਾਡਾ ਸਾਰਾ ਸਫ਼ਰ ਮੈਂ ਵੀ ਸਾਖੀ ਤੇ ਰਿਹਾ, ਲੇਕਿਨ ਤੁਹਾਡੀ ਨਾਟਕ ਦੇ ਨਾਲ ਜਿਹੜੀ, ਹੈਲੋ ਜੀ ਹੈਲੋ, ਆਵਾਜ਼ ਆ ਰਹੀ? ਹਾਂ ਆ ਰਹੀ ਹੈ। ਹਾਂ, ਰਿਟਾਇਰਮੈਂਟ ਤੋਂ ਬਾਅਦ ਤੁਸੀਂ ਆਪਣੇ ਇਲੈਕਟ੍ਰਿਸਿਟੀ ਬੋਰਡ ਤੋਂ ਇੱਕ ਕੀ ਪੋਸਟ ਤੋਂ ਰਿਟਾਇਰ ਹੋਏ, ਡਿਪਟੀ ਡਾਇਰੈਕਟਰ। ਉਸ ਤੋਂ ਬਾਅਦ ਜਿਹੜਾ ਤੁਹਾਡਾ ਸਫ਼ਰ ਹੈ ਪਾਰਟਿਸਿਪੇਟ ਕਰਨ ਲੱਗੇ, ਪਰ ਤੁਸੀਂ ਬਤੌਰ ਨਿਰਦੇਸ਼ਕ ਜਿਹੜੇ ਕਾਮਯਾਬ ਹੋਏ ਹੋ, ਉਹ ਆਫਟਰ ਰਿਟਾਇਰਮੈਂਟ ਹੈ। ਇਸ ਤਰ੍ਹਾਂ ਲੱਗਦਾ ਕਿ ਹੁਣ ਤੁਹਾਨੂੰ ਇੱਕ ਖੁੱਲ੍ਹਾ ਸਮਾਂ ਮਿਲਿਆ ਹੈ। ਇਸ ਖੁੱਲ੍ਹੇ ਸਮੇਂ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਬੁੱਧੀ ਵਾਲਾ ਤਾਰਾ ਨਾਟਕ ਕੀਤਾ ਜਾਂ ਇਹ ਜ਼ਿੰਦਗੀ ਨਾਟਕ ਕੀਤਾ, ਇਹ ਨਾਟਕ ਪਹਿਲਾਂ ਤੁਸੀਂ ਹਿੰਦੀ 'ਚ ਕੀਤਾ ਨਾਟਕ, ਬਾਅਦ ਵਿੱਚ ਤੁਸੀਂ ਉਹਨੂੰ ਪੰਜਾਬੀ 'ਚ ਟ੍ਰਾਂਸਲੇਟ ਕੀਤਾ, ਕਿ ਪਹਿਲਾਂ ਪੰਜਾਬੀ 'ਚ ਲਿਖਿਆ ਜਾਂ ਬਾਅਦ ਵਿੱਚ ਉਹਨੂੰ ਹਿੰਦੀ ਟ੍ਰਾਂਸਲੇਟ ਕੀਤਾ, ਇਹ ਕਿਸ ਤਰ੍ਹਾਂ ਹੋਇਆ? ਮੈਂ ਪਹਿਲਾਂ ਪੰਜਾਬੀ 'ਚ ਕੀਤਾ ਸੀਗਾ ਜੀ, ਫਿਰ ਜਦੋਂ ਦਿੱਲੀ ਅਸੀਂ ਟਰਾਈ ਕਰਦੇ ਰਹੇ ਈਅਰਸ ਟੂਗੇਦਰ, ਤੇ ਉੱਥੇ ਸਾਨੂੰ ਹਿੰਦੀ ਅਕੈਡਮੀ ਨੇ ਬੁਲਾਇਆ, ਤਾਂ ਫਿਰ ਮੈਂ ਸਾਰਾ ਨਾਵਲ ਹਿੰਦੀ 'ਚ ਪੜ੍ਹਿਆ। ਫਿਰ ਮੈਂ ਉਹ, ਕਿਉਂਕਿ ਮੈਂ ਹਿੰਦੀ 'ਚ ਇੰਨੀ ਪ੍ਰੋਫੀਸ਼ੀਐਂਟ ਨਹੀਂ ਆ, ਫਿਰ ਮੈਂ ਉਹਦੇ ਵਰਡਸ, ਉਹਦੇ ਚਿਤਰਾ ਜੀ ਦੀ ਹਿੰਦੀ ਦੇ ਮੁਕਾਬਲੇ ਸਾਡੇ ਵਰਗੀ ਪੰਜਾਬੀ ਹਿੰਦੀ ਕੌਣ ਬੋਲ ਕਰਦਾ, ਤੇ ਉਹਨੂੰ ਫਿਰ ਮੈਂ ਬਾਅਦ 'ਚ ਹਿੰਦੀ 'ਚ ਕੀਤਾ ਸੀਗਾ। ਬਟ ਉੱਥੇ ਵੀ ਸਾਨੂੰ ਬਹੁਤ ਮਕਬੂਲਤਾ ਮਿਲਿਆ ਕਿ ਉਹ, ਜੇ ਅੱਜ ਵੀ ਮੈਂ ਜਾਵਾਂ ਤਾਂ ਮੈਨੂੰ ਕੋਈ ਹੋਰ ਨਾਟਕ ਲੈ ਕੇ ਜਾਵਾਂਗੀ, ਤਾਂ ਉਮੀਦ ਕਰਦੀ ਹਾਂ ਕਿ ਉਹ ਜ਼ਰੂਰ ਕਹਿਣਗੇ ਵੀ ਆਓ। ਪਰ ਸਰੀਨ ਸਾਹਿਬ, ਇੱਥੇ ਮੈਂ ਇੱਕ ਗੱਲ ਕਹਿਣਾ ਚਾਹਾਂਗੀ, ਜਿੱਥੇ ਉਹ ਨਹੀਂ ਕੋਈ ਮੈਨੂੰ ਜਾਣਦਾ ਕਿ ਪਰਮਿੰਦਰ ਪਾਲ ਕੌਰ ਰਿਟਾਇਰਡ ਡਿਪਟੀ ਡਾਇਰੈਕਟਰ ਹੈ,
ਪਰਮਿੰਦਰਪਾਲ ਕੌਰ ਹੈ ਜਿਹਨੇ ਆਪਣੇ ਬੱਚੇ ਬੜੀ ਸਟਰਗਲ 'ਚ ਪਾਲੇ ਆ, ਪਰਮਿੰਦਰਪਾਲ ਕੌਰ ਹੈ। ਉੱਥੇ ਮੈਂ ਇੰਨੀ ਮਕਬੂਲ ਹੁੰਨੀ ਆ, ਇੰਨਾ ਲੋਕੀ ਐਪਰੀਸ਼ੀਏਟ ਕਰਦੇ ਆ ਕਿ ਟਾਈਮ ਐਂਡ ਅਗੇਨ ਮੈਨੂੰ ਸੱਦਦੇ ਨੇ। ਪਰ ਜਿੱਥੇ ਕੋਈ ਵੀ ਮੈਨੂੰ ਜਾਣਦਾ ਉੱਥੇ ਪਤਾ ਨਹੀਂ ਕਿਉਂ ਬੁਲਾਇਆ ਹੀ ਨਹੀਂ ਜਾਂਦਾ। ਇਹ ਤਾਂ ਥੀਏਟਰ ਦੀ ਪੋਲਿਟਿਕਸ ਹਰ ਥਾਂ ਤੇ ਹੈ ਜੀ, ਫਿਕਰ ਨਾ ਕਰੋ, ਤੁਸੀਂ ਆਪਣਾ ਕੰਮ ਕਰਦੇ ਰਹੋ। ਹਾਂ ਮੈਂ ਟਰਾਈ ਕਰ ਰਹੀ ਹਾਂ ਜੀ ਕਿ ਪਰ ਜਿਹੜਾ ਥੀਏਟਰ ਹੈ, ਥੀਏਟਰ ਪੈਸਾ ਮੰਗਦਾ। ਪਹਿਲਾਂ ਆਪਾਂ ਨੂੰ ਪ੍ਰੋਫੈਸ਼ਨਲ ਨਹੀਂ ਸੀ ਹੁੰਦੇ, ਸਾਡੇ ਆਰਟਿਸਟ ਵੀ ਬਿਨਾਂ ਪੈਸੇ ਤੋਂ ਸ਼ੌਕ ਨਾਲ ਆ ਜਾਂਦੇ ਸੀਗੇ। ਹੁਣ ਆ ਕੇ ਪਹਿਲਾਂ ਪੁੱਛਦੇ ਨੇ ਪੈਸੇ ਕਿੰਨੇ ਮਿਲਣਗੇ, ਕਿੰਨੀਆਂ ਰਿਹਰਸਲਾਂ, ਕਿੰਨੇ ਸ਼ੋਅ। ਦੇਖੋ एक वक्त आ चुके हैं, टाइम बहुत बदल गया है। ਇਹ ਪਹਿਲਾਂ ਟਾਈਮ ਇਹ ਸੰਘਰਸ਼ ਸਾਨੂੰ ਅੱਜ ਕਰਨਾ ਪਿਆ। सिर्फ पंजाब ही नहीं, दिल्ली बीच भी वही प्रश्न पर देख रहे हैं और वैसे गल कर रहे हैं। अब मेरे ख्याल इन्हों की आवाज ठीक होनी होगी। मेरे ख्याल पुछो जरा बीबा की आवाज आ रही, सुनो जरा, बोलोगे कुछ? आवाज मेरी? हाँ हुन बोलो जरा, आवाज आ रही है मेरी? हाँ जी क्लियर है जी। हुन आ रही है। आवाज कट रही है जी ਤੁਹਾਡੀ। कटदी है? दूसरे मोबाइल तो लवा ਦੂਜੇ ਫੋਨ ਤੇ ਟਰਾਈ ਕਰਕੇ ਦੇਖੋ, ਆਵਾਜ਼ ਕੱਟ ਕੇ ਆ ਰਹੀ ਹੈ ਤੁਹਾਡੀ। कट के हेलो हाँ जी आ रही है आवाज? बोलो बोलो, तुसी बोल सुन लांगे। हाँ जी आवाज आ रही है? बीबा जी बोलो। हाँ जी हाँ जी ਤੇ ਮੈਂ ਪਹਿਲਾਂ ਹੀ ਦੱਸ ਰਹੀ ਸੀ ਕਿ ਪਹਿਲਾਂ ਸ਼ਾਇਦ ਆਵਾਜ਼ ਮੇਰੀ ਨਹੀਂ ਸੀ ਤੁਹਾਨੂੰ ਤੱਕ ਪਹੁੰਚ ਰਹੀ ਕਿ ਮੇਰਾ ਜਨਮ ਇੱਕ ਜ਼ਗੀਰਦਾਰੀ ਵਿੱਚ ਹੋਇਆ ਸੀ। ਉਸ ਜ਼ਗੀਰਦਾਰੀ ਵਿੱਚੋਂ ਮੈਂ ਬਾਹਰ ਨਿਕਲੀ ਹਾਂ। ਜਿਹੜਾ ਮੇਰਾ ਨਾਟਕ ਦਾ ਪੀੜ ਹੈ ਜ਼ਗੀਰਦਾਰੀ ਦੇ ਕੁਟੁੰਬ ਵਿੱਚੋਂ ਹੀ ਸ਼ੁਰੂ ਹੋਇਆ। ਔਰ ਸਭ ਤੋਂ ਪਹਿਲਾਂ ਜਿਹੜਾ ਮੇਰੇ ਨਾਟਕ ਕੀਤਾ ਮੈਂ ਬਲਵੰਤ ਗਾਰਗੀ ਦਾ ਲੋਹਾ ਕੁੱਟ ਕੀਤਾ। ਉਹਦੇ ਵਿੱਚ ਜਸਵੰਤ ਖੜਕੜ ਦੀ ਨਿਰਦੇਸ਼ਨਾ ਹੇਠ ਕੀਤਾ ਸੀ ਉਹ, ਔਰ ਦਵਿੰਦਰ ਨੇ ਗੱਜਣ ਦਾ ਰੋਲ ਕੀਤਾ ਸੀ, ਜਸਵੰਤ ਨੇ ਕਾਕੂ ਦਾ ਰੋਲ ਕੀਤਾ ਸੀ, ਔਰ ਮੇਰੇ ਕੋਲ ਸੰਤੀ ਦਾ ਰੋਲ ਸੀ। ਉਹਦੇ ਅਸੀਂ ਪੰਜਾਬ ਵਿੱਚ 5-7 ਸ਼ੋਅ ਜਿੰਨੇ ਵੀ ਕੀਤੇ, ਜਿੱਥੇ ਵੀ ਗਏ ਆ, ਔਰ ਲੋਕਾਂ ਨੇ ਉਹਨੂੰ ਬਹੁਤ, ਉਸ ਨਾਟਕ ਨੂੰ ਰੂਹ ਤੱਕ ਪਹੁੰਚਿਆ ਕਿਉਂਕਿ ਉਹਦੇ ਡਾਇਲੌਗ ਜਿਹੜੇ ਸੀ ਉਹ ਬਹੁਤ ਗਜ਼ਬ ਦੇ ਸੀ। ਔਰ ਐਕਟਰ ਵੀ ਜਿੰਨੇ ਸਾਂ ਸੀ ਆਪਣੇ ਆਪਣੇ ਰੋਲ ਨੂੰ ਅਸੀਂ ਬਾਖੂਬੀ ਨਾਲ ਨਿਭਾਇਆ। ਤੇ ਉਸ ਤੋਂ ਬਾਅਦ ਮੈਨੂੰ ਭਾਜੀ ਗੁਰਸ਼ਰਨ ਸਿੰਘ ਨੇ ਉੱਥੋਂ ਹੀ ਦੇਖਿਆ ਸੀ ਲੋਹਾ ਕੁੱਟ ਵਿੱਚ ਸੰਤੀ ਦੇ ਲੱਗ ਗਈ ਸੀ। ਔਰ ਕੋਈ ਵੀ ਟੀਮਾਂ ਜਿਹੜੀਆਂ ਕੰਮ ਨਹੀਂ ਸੀ ਕਰ ਰਹੀਆਂ। ਉਦੋਂ ਭਾਜੀ ਨੇ ਮੈਨੂੰ ਕਿਹਾ ਕਿ ਆਪਾਂ ਕੰਮ ਕਰਨਾ ਹੈਗਾ ਤੇ ਤੂੰ ਮੇਰੇ ਨਾਲ ਕਰਨਾ। ਮੈਂ ਹਾਂ ਕਰ ਦਿੱਤੀ ਭਾਜੀ ਨੂੰ, ਔਰ ਫਿਰ ਸਾਡਾ ਉੱਥੋਂ ਸਫ਼ਰ ਸ਼ੁਰੂ ਹੋ ਗਿਆ ਨਾਟਕਾਂ ਦਾ। ਔਰ ਐਮਰਜੈਂਸੀ ਦੇ ਦਿਨਾਂ ਵਿੱਚ ਸਾਡੀ ਇਹ ਹਾਲਤ ਸੀ ਕਿ ਘਰਾਂ ਤੋਂ ਤੁਰਦੇ ਸਨ ਤੇ ਸਾਨੂੰ ਕੋਈ ਪਤਾ ਨਹੀਂ ਸੀ ਹੁੰਦਾ ਕਿ ਅਸੀਂ ਵਾਪਸ ਵੀ ਮੁੜ ਕੇ ਆਉਣਾ ਕਿ ਨਹੀਂ। ਕਈ ਵਾਰੀ ਸਾਡੇ ਨਾਟਕ ਚੱਲਦੇ ਆਂਦੇ ਵੀ ਗੋਲੀ ਚੱਲ ਜਾਂਦੀ ਸੀ, ਔਰ ਕਈ ਵਾਰੀ ਸਾਡੇ ਨਾਲ ਇਹੋ ਜਿਹੇ ਹਾਦਸੇ ਵਾਪਰਦੇ ਸਨ ਕਿ ਅਸੀਂ ਖੁਦ ਡਰ ਜਾਂਦੇ ਸਾਂ, ਪਰ ਫਿਰ ਅਗਲੇ ਦਿਨ ਸਫ਼ਰ ਤੇ ਤੁਰ ਪੈਂਦੇ ਸਾਂ। ਉਹਨਾਂ ਦਿਨਾਂ 'ਚ ਇੱਕ ਨਾਟਕ ਸੀ ਭਾਜੀ ਨੇ ਲਿਖਿਆ ਮੌਤ ਦਾ ਮੌਤ। ਉਹਦੇ ਵਿੱਚ ਮੇਰੇ ਕੋਲ ਜੈਦੀ ਦਾ ਰੋਲ ਸੀ, ਜਿਹਦੇ 2 ਪੁੱਤਰ ਹੁੰਦੇ ਆ, ਇੱਕ ਪੁਲਿਸ ਵਿੱਚ ਔਰ ਇੱਕ ਅੱਤਵਾਦੀਆਂ ਨਾਲ ਰਲਿਆ ਹੁੰਦਾ, ਔਰ ਦੋਵੇਂ ਹੀ ਜਿਹੜੇ ਹੁੰਦੇ ਆ ਇੱਕ ਦੂਜੇ ਨੂੰ ਮਾਰ ਦਿੰਦੇ ਆ। ਉਸ ਨਾਟਕ ਦੀ ਜਿਹੜੀ ਅਦਾਕਾਰੀ ਤੋਂ ਦੇਖ ਕੇ ਖੂਨਖਾਰ ਅੱਤਵਾਦੀ ਨੇ ਆਪਣੇ ਹਥਿਆਰ ਮੇਰੇ ਘਰ ਆ ਕੇ ਮੇਰੇ ਕਦਮਾਂ 'ਚ ਸੁੱਟ ਦਿੱਤੇ ਸੀ। ਔਰ ਮੈਂ ਸੋਚਦੀ ਹਾਂ ਕਿ ਅੱਜ ਤੱਕ ਬੇਸ਼ੱਕ ਬਹੁਤ ਵੱਡੀਆਂ ਇਨਾਮ ਦੀਆਂ ਪ੍ਰਾਪਤੀਆਂ ਤਾਂ ਸਾਡੇ ਕਿਸੇ ਨਹੀਂ ਆਈਆਂ, ਪਰ ਇਹ ਮੇਰਾ ਸਭ ਤੋਂ ਵੱਡਾ ਇਨਾਮ ਸੀ। ਔਰ ਭਾਜੀ ਨਾਲ ਕੰਮ ਕਰਨ ਤੋਂ ਪਹਿਲਾਂ ਵੀ ਮੈਂ ਬਹੁਤ ਸਾਰੀਆਂ ਟੀਮਾਂ ਨਾਲ ਕੰਮ ਕੀਤਾ, ਬੜੇ ਨਾਟਕਾਂ ਵਿੱਚ ਮੇਨ ਰੋਲ ਕੀਤੇ। ਮੈਂ ਰੂਮ ਕਲਾ ਮੰਚ ਟ੍ਰਿਬਿਊਨ ਦੀ ਸੀ, ਉਹਨਾਂ ਨਾਲ ਮੈਂ ਕੰਮ ਕੀਤਾ। ਔਰ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਨਾਲ ਮੈਂ ਕੰਮ ਕੀਤਾ। ਔਰ ਜਿਹੜਾ ਲੋਕ ਸੰਪਰਕ ਸੀ ਇੱਕ ਨਾਟਕ ਟੀਮ ਨਵਾਂ ਸ਼ਹਿਰ 'ਚ ਡਾਕਟਰ ਦਵਿੰਦਰ ਨੇ ਬਣਾਈ ਸੀ, ਉਹਨਾਂ ਦੇ ਨਾਲ ਵੀ ਮੈਂ ਕਾਫੀ ਨਾਟਕਾਂ ਵਿੱਚ ਕੰਮ ਕੀਤੇ। ਦਲ ਪਿੰਜਰਿਆਂ ਦੇ ਆਰ ਪਾਰ ਔਰ ਹੋਰ ਸਾਰੇ ਨਾਟਕਾਂ ਵਿੱਚ ਮੈਂ ਜਿਹੜੇ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਨਾਲ ਵੀ ਮੈਂ 30-35 ਨਾਟਕਾਂ 'ਚ ਵੀ ਰੋਲ ਕੀਤੇ। ਔਰ ਇਹ ਸਫ਼ਰ ਮੇਰਾ ਜਿਹੜਾ ਪਿੰਡਾਂ 'ਚ ਜ਼ਿਆਦਾ ਆ ਕਿਉਂਕਿ ਮੇਰਾ ਜਿਹੜਾ ਫੀਲਡ ਸਾਰਾ ਹੀ ਪਿੰਡੂ ਰਿਹਾ। ਬੇਸ਼ੱਕ ਅਸੀਂ ਵੱਡੇ ਸ਼ਹਿਰਾਂ ਦੀ ਪਹੁੰਚ ਤੱਕ ਨਹੀਂ ਪਹੁੰਚ ਸਕੇ ਕਿਉਂਕਿ ਸਾਡਾ ਅਸੀਂ ਮਹਾਨਗਰ ਦੀ ਪਹੁੰਚ ਜਿਹੜੀ ਹੈ ਸਾਡੀ ਪਕੜ ਵਿੱਚ ਨਹੀਂ ਆਈ, ਪਰ ਪਿੰਡੂ ਫੀਲਡ ਦੇ ਵਿੱਚ ਅਸੀਂ
ਬਹੁਤ ਨਾਟਕ ਕੀਤੇ, ਇੱਕ ਦਿਨ 'ਚ 4 ਨਾਟਕ ਵੀ ਕਰਦੇ ਹਾਂ ਅਸੀਂ। ਅੱਜ ਕੱਲ੍ਹ ਅਸੀਂ ਇੱਕ ਟੀਮ ਹੈ ਸਾਡੀ ਜਿਹੜੀ ਅਸੀਂ ਬਣਾਈ ਹੈ ਔਰ ਇੱਕ ਮੰਚ ਬਣਾਇਆ ਹੈ ਆਜ਼ਾਦ ਰੰਗਮੰਚ। ਚੱਕ ਦੇਸ਼ ਰਾਜ ਇੱਕ ਪਿੰਡ ਤੋਂ ਸ਼ੁਰੂ ਕੀਤਾ ਤੇ ਅੱਜ ਕੱਲ੍ਹ ਫਗਵਾੜੇ ਦੇ ਵਿੱਚ ਇਕੱਲਾ ਭੰਮਨ ਅਸੀਂ ਥੀਏਟਰ ਬਣਾਇਆ। ਉਹਦੇ ਵਿੱਚ ਹੁਣ ਤੱਕ ਅਸੀਂ 150 ਨਾਟਕਾਂ 'ਚ ਮੈਂ ਮੇਨ ਰੋਲ ਕਰ ਚੁੱਕੀ ਹਾਂ। ਗਮਨੂ ਬਾਂਸਲ ਜਿਹੜਾ ਮੇਰਾ ਡਾਇਰੈਕਟਰ ਆ, ਉਹਨੂੰ ਘਰ ਬਣਾਉਣ ਲਈ ਉਹ ਥਾਂ ਦਿੱਤਾ ਸੀ ਜਿਹਦੇ ਵਿੱਚ ਅਸੀਂ ਆਪਣਾ ਥੀਏਟਰ ਬਣਾ ਲਿਆ। 500 ਆਡੀਅנס ਉਸ ਤੇ ਬੈਠ ਸਕਦੀ ਆ। ਕਲਾਕਾਰਾਂ ਦੇ ਰਹਿਣ ਲਈ ਹੱਟ ਬਣਾਏ ਹੋਏ ਆ, ਬਾਕੀ ਕਲਾਕਾਰਾਂ ਦੇ ਰਹਿਣ ਲਈ ਸਾਰੀਆਂ ਸਹੂਲਤਾਂ ਉੱਤੇ ਬਣਾਈਆਂ ਹੋਈਆਂ। ਅਸੀਂ 20-25 ਕਲਾਕਾਰ ਪਰਮਾਨੈਂਟ ਹੀ ਕੰਮ ਕਰਦੇ ਹਾਂ। ਔਰ ਜਦੋਂ ਲਾਕਡਾਊਨ ਤੋਂ ਪਹਿਲਾਂ ਤਾਂ ਕੋਈ ਵੀ ਦਿਨ ਸਾਡੇ ਕੋਲ ਖਾਲੀ ਨਹੀਂ ਸੀ ਹੁੰਦਾ ਜਦੋਂ ਸਾਡਾ ਪ੍ਰੋਗਰਾਮ ਨਹੀਂ ਹੁੰਦਾ ਸੀ। ਪਰ ਲਾਕਡਾਊਨ ਦੇ ਵਿਚਕਾਰ ਵੀ ਅਸੀਂ ਨਹੀਂ ਰੁਕੇ ਹੈਗੇ। ਅਸੀਂ 1 ਮਈ ਵੀ ਆਪਣੇ ਥੀਏਟਰ ਵਿੱਚ ਬਣਾਈ ਔਰ ਅਸੀਂ ਜਿਹੜਾ ਊਧਮ ਸਿੰਘ ਦਾ ਸ਼ਹੀਦੀ ਦਿਨ ਵੀ ਆਪਣੇ ਥੀਏਟਰ ਵਿੱਚ ਮਨਾਇਆ। 15 ਅਗਸਤ ਵੀ ਆਪਣੇ ਥੀਏਟਰ ਵਿੱਚ ਮਨਾਏ। ਜਿੱਥੇ 500 ਆਡੀਅנס ਬੈਠੀ ਸੀ ਉੱਥੇ ਅਸੀਂ 50 ਲੋਕਾਂ ਨੂੰ ਬੁਲਾਇਆ, ਦੂਰ ਬੈਠਦੇ ਰਹੇ। ਔਰ ਇਹਨਾਂ ਦਿਨਾਂ ਦੇ ਵਿੱਚ ਕਰੋਨਾ ਵਿੱਚ ਵੀ ਅਸੀਂ ਬਹੁਤ ਸਾਰੀਆਂ ਸ਼ਾਰਟ ਮੂਵੀ ਬਣਾਈਆਂ। ਔਰ ਜਿਹੜੇ ਨਾਟਕ ਮੈਂ ਅੱਜ ਤੱਕ ਅਸੀਂ ਖੁਦ ਲਿਖੇ ਆ ਔਰ ਖੁਦ ਉਹਨਾਂ ਨੂੰ ਡਾਇਰੈਕਸ਼ਨ ਕੀਤੀ ਆ। ਗਮਨੂ ਬਾਂਸਲ ਸਾਡੀ ਟੀਮ ਦੇ ਡਾਇਰੈਕਟਰ ਆ, ਉਹਨਾਂ ਦੇ ਨਾਲ ਮਿਲ ਕੇ ਜਿਹੜੇ ਨਾਟਕ ਅਸੀਂ ਖੁਦ ਲਿਖੇ ਉਹਨਾਂ ਵਿੱਚ ਜਿਹੜਾ ਅਣਜਾਮੀ ਧੀ ਦਾ ਕਤਲ ਜਿਹੜਾ ਨਾਟਕ ਆ ਉਹ ਸਾਡਾ ਬਹੁਤ ਹੀ ਮਕਬੂਲ ਹੋਇਆ। ਉਹਦੇ ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ੋਅ ਕੀਤੇ ਔਰ ਜਿੱਥੇ ਵੀ ਗਏ ਅਸੀਂ ਉੱਥੇ ਉਸ ਨਾਟਕ ਦੀ ਜ਼ਰੂਰ ਡਿਮਾਂਡ ਹੋਈ। ਔਰ ਹੋਰ ਵੀ ਬਹੁਤ ਸਾਰੇ ਨਾਟਕ ਆ। ਭਾਜੀ ਗੁਰਸ਼ਨ ਸਿੰਘ ਨਾਲ ਵੀ ਮੈਂ ਬਹੁਤ ਸਾਰੇ ਨਾਟਕਾਂ 'ਚ ਮੇਨ ਰੋਲ ਕਰਦੀ ਸਾਂ ਜਦੋਂ ਪਿੰਡਾਂ 'ਚ ਜਾਂਦੀ ਸਾਂ। ਔਰ ਜਦੋਂ ਮੈਂ ਨਹੀਂ ਜਾਂਦੀ ਸਾਂ ਅਕਸਰ ਭਾਜੀ ਨੂੰ ਪੁੱਛਦੇ ਸਨ ਕਿ ਲੋਕ ਉਹ ਕਿਉਂ ਨਹੀਂ ਆਈ ਹੈਗੀ। ਤੇ ਅਸੀਂ ਬੰਬੇ ਵੀ ਗਏ ਸਾਂ 15 ਦਿਨ ਦੇ ਟੂਰ ਤੇ। ਉੱਥੇ ਵੀ ਬਹੁਤ ਸਾਰੇ ਜਿਹੜੇ ਸਨ ਪੰਜਾਬੀ ਜਿਹੜੇ ਐਕਟਰ ਮੇਰੇ ਔਰ ਉਹਨਾਂ ਦੇ ਘਰਾਂ ਵਿੱਚ ਵੀ ਗਏ, ਉਹਨਾਂ ਨੇ ਸਾਡੇ ਪ੍ਰੋਗਰਾਮ ਵੀ ਦੇਖੇ ਔਰ ਉਹਨਾਂ ਨੇ ਇਹੋ ਹੀ ਕਿਹਾ ਕਿ ਇਸ ਕੁੜੀ ਨੂੰ ਇੱਥੇ ਛੱਡ ਜਾਓ। ਪਰ ਮੈਂ ਚਾਹੁੰਦੀ ਸਾਂ ਪੰਜਾਬ ਵਿੱਚ ਹੀ ਰਹਿਣਾ, ਪੰਜਾਬ ਵਿੱਚ ਹੀ ਹੋਣਾ, ਪੰਜਾਬ ਵਿੱਚ ਹੀ ਕੰਮ ਕਰਨਾ ਔਰ ਮੈਂ ਉਹ ਤਰ੍ਹਾਂ ਨਹੀਂ ਕੀਤੀ। ਵਿਸ਼ਵਨਾਥ ਤਿਵਾੜੀ ਹੁੰਦੇ ਸਨ ਆਪਣੇ ਜਿਹਨਾਂ ਦਾ ਬੇਟਾ ਹੁਣ ਮਨੀਸ਼ ਤਿਵਾੜੀ ਸਿਆਸਤ ਵਿੱਚ ਵੀ ਆ। ਉਹਨਾਂ ਨੇ ਇੱਕ ਵਾਰੀ ਸਾਡਾ ਲੋਹਾ ਲੇਖ ਦੇਖਿਆ ਸੀ ਔਰ ਉਹਦੇ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਬਹੁਤ ਕੁਝ ਮੇਰੇ ਬਾਰੇ ਬਹੁਤ ਸਾਰੇ ਮੈਗਜ਼ੀਨਾਂ 'ਚ ਬਹੁਤ ਸਾਰੇ ਲਿਖਿਆ। ਔਰ ਹੋਰ ਵੀ ਬਹੁਤ ਸਾਰੇ ਜਿਹੜੇ ਨਾਟਕ ਆ ਅਸੀਂ ਪਿੰਡਾਂ 'ਚ ਸ਼ਹਿਰਾਂ 'ਚ ਕਰਦੇ ਰਹੇ ਹਾਂ। ਔਰ ਪਰ ਅਸੀਂ ਇੱਕ ਚੀਜ਼ ਸਾਡੇ ਮਨ 'ਚ ਹਮੇਸ਼ਾ ਰੜਕਦੀ ਹੈ ਕਿ ਅਸੀਂ ਮਿਹਨਤ ਬਹੁਤ ਕਰਦੇ ਹਾਂ। ਇਹ ਜਿਹੜਾ ਨਾਟਕ ਦੀ ਟੀਮ ਬਣਾਉਣੀ ਤਾਂ ਸੌਖੀ ਗੱਲ ਆ ਪਰ ਉਹਨੂੰ ਲੈ ਕੇ ਤੁਰਨਾ ਇਹ ਬਹੁਤ ਔਖਾ ਹੈ। ਅਸੀਂ ਪਿਛਲੇ 30 ਸਾਲਾਂ ਤੋਂ ਜਿਹੜਾ ਹੈਗਾ ਇਸੇ ਫੀਲਡ ਵਿੱਚ ਕੰਮ ਕਰ ਰਹੇ ਹਾਂ। ਪਰ ਅਸੀਂ ਜਿੰਨੀ ਅਸੀਂ ਮਿਹਨਤ ਕੀਤੀ ਆ, ਜਿੰਨਾ ਅਸੀਂ ਕੰਮ ਕੀਤਾ ਆ, ਉਹਦੇ ਹਿਸਾਬ ਨਾਲ ਜਿਹੜਾ ਸਾਨੂੰ ਅਵਾਰਡ ਜਿਹੜੇ ਆ ਉਹ ਅਵਾਰਡਾਂ ਦੀ ਨਹੀਂ ਅਸੀਂ ਚਾਹਤ ਰੱਖਦੇ ਵੀ ਸਾਡੀ ਥਾਂ ਜਿਹੜੀ ਆ ਵੱਡੇ ਮਹਾਨਗਰਾਂ 'ਚ ਵੱਡੀਆਂ ਪਹੁੰਚੇ ਤੱਕ ਨਹੀਂ ਬਣੀ ਵੀ ਸਾਡੇ ਕੰਮ ਦੇ ਹਿਸਾਬ ਨਾਲ ਜਿੰਨਾ ਅਸੀਂ ਕੰਮ ਕਰਦੇ ਹਾਂ। ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਮਹਾਨਗਰਾਂ ਵਿੱਚ ਬਹੁਤ ਕੁਛ ਹੋ ਰਿਹਾ ਉਹਨਾਂ ਦੀ ਨਿਗਾਹ ਸਾਡੇ ਤੇ ਵੀ ਪਵੇ ਕਿ ਅਸੀਂ ਇੰਨਾ ਕੰਮ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਕੋਈ ਪਿੰਡ ਨਹੀਂ ਮੈਨੂੰ ਲੱਗਦਾ ਪੰਜਾਬ ਦਾ ਜਿੱਥੇ ਮੈਂ 2-2 3-3 ਮੇਰੀ ਆਪਣੀ ਨਾਟਕ ਟੀਮ ਨਾਲ ਨਹੀਂ ਗਈ ਹੈਗੀ। हाँ जी जी हाँ जी मेरा ख्याल है बीबा जी आधा घंटा ही साढ़े को अद्धा रही आ ਆਪਾਂ हाँ बीबा ਜਿਹੜਾ ਹੈ हाँ बीबा कुलवंत जी ਤੁਸੀਂ ਇਹ ਦੱਸਿਆ ਕਿ ਤੁਸੀਂ ਫਗਵਾੜਾ ਦੇ ਵਿੱਚ ਗਮਨੂ ਜੀ ਦੇ ਨਾਲ ਰੰਗਮੰਚ ਦੇ ਵਿੱਚ ਵਿਚਰੇ ਹੋਏ ਹੋ, ਬਹੁਤ ਸਾਰੇ ਨਾਟਕ ਉਹਨਾਂ ਨਾਲ ਕੀਤੇ ਹੈ ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਤੁਸੀਂ ਤੁਹਾਡੇ ਨਾਂ ਦੇ ਉੱਤੇ ਇੱਕ ਤੁਹਾਡੇ ਚੱਕ ਦੇਸਰਾਜ ਦੇ ਵਿੱਚ ਇੱਕ ਓਪਨ 에ਅਰ ਥੀਏਟਰ ਵੀ ਬਣਿਆ ਹੋਇਆ। ਉਹ ਕਿਸ ਨੇ ਬਣਾਇਆ? ਨਾਟਕ ਵੇੜਾ, ਪੰਜਾਬੀ ਨਾਟਕ ਵੇੜਾ। ਉਹ ਅਸੀਂ ਬਣਾਇਆ ਤਾਂ ਸਾਰਿਆਂ ਨੇ, ਪਰ ਜਿਹੜੀ ਪ੍ਰਾਪਰਟੀ ਆ ਉਹ ਜਿਸ ਥਾਂ ਤੇ ਬਣਿਆ ਉਹ ਸਾਡੀ ਟੀਮ ਦੇ ਡਾਇਰੈਕਟਰ ਜਿਹੜਾ ਉਹਨੂੰ ਘਰ ਬਣਾਉਣ ਲਈ ਦਿੱਤੀ ਸੀ ਉਹਦੇ ਘਰਦਿਆਂ ਨੇ। ਅੱਛਾ। ਜਿੱਦਾਂ ਅਸੀਂ ਮਿਸਤਰੀ ਲਾਉਣੇ ਆ, ਮਜ਼ਦੂਰ ਕਦੇ ਨਹੀਂ ਲਾਇਆ ਤੇ ਮਜ਼ਦੂਰੀ ਅਸੀਂ ਆਪ ਕੀਤੀ। ਉਹ ਪੂਰਾ ਅਸੀਂ ਥੀਏਟਰ ਪਿੰਡ 'ਚ ਪਹਿਲਾਂ ਖੜਾ ਕੀਤਾ, ਪਰ ਸਾਡਾ ਉਹ ਪਿੰਡ ਜਿਹੜਾ ਸੀ ਮੇਨ ਰੋਡ ਤੋਂ 16 ਕਿਲੋਮੀਟਰ ਦੂਰ ਸੀ। ਕਲਾਕਾਰਾਂ ਨੂੰ ਆਉਣ ਜਾਣ 'ਚ ਬਹੁਤ ਤਕਲੀਫ ਹੁੰਦੀ ਸੀ
ਫਿਰ ਅਸੀਂ ਉਹ ਥੀਏਟਰ ਉਸੇ ਤਰ੍ਹਾਂ ਹੀ ਬਣਿਆ ਖੜਾ ਪਿੰਡ ਵਿੱਚ, ਉੱਥੇ ਜੀ। ਸ਼ੂਟਿੰਗਾਂ ਹੁੰਦੀਆਂ, ਕਈ ਵਾਰੀ ਕੋਈ ਛੋਟੇ ਮੋਟੇ ਪਲੇ ਵੀ ਕਰ ਰਹੇ ਹੁੰਦੇ ਆ ਕਈ ਵਾਰੀ। ਪਰ ਹੁਣ ਅਸੀਂ ਫਗਵਾੜਾ ਸ਼ਹਿਰ ਵਿੱਚ, ਇਹ ਵੀ ਸਾਡੀ ਟੀਮ ਦੇ ਡਾਇਰੈਕਟਰ ਕਮਲੂ ਬਾਂਸਲ ਨੂੰ ਉਹਦੇ ਪਰਿਵਾਰ ਨੇ ਥਾਂ ਦਿੱਤਾ ਸੀ। ਇਹਦੇ ਵਿੱਚ ਵੀ ਅਸੀਂ ਸਾਰਿਆਂ ਨੇ ਮਿਲ ਕੇ, ਸਾਰੇ ਕਲਾਕਾਰ ਨੇ 25-30 ਕਲਾਕਾਰ ਰਹੇ ਹਾਂ ਅਸੀਂ, ਜਿਹੜੇ ਇਕੱਠੇ ਕੰਮ ਕਰਦੇ ਆ, ਰਹਿੰਦੇ ਵੀ ਤਕਰੀਬਨ ਉੱਥੇ ਹੀ ਆ। ਤੇ ਉੱਥੇ ਹੁਣ ਫਗਵਾੜਾ ਸ਼ਹਿਰ ਵਿੱਚ ਦੁਸਾਂਝਾ ਰੋਡ ਤੇ ਅਸੀਂ ਇੱਕ ਥੀਏਟਰ ਬਣਾ ਲਿਆ ਹੈ। ਅਸੀਂ ਜੇ ਦਿਨ ਲੋਕਡਾਊਨ ਲੱਗਾ ਹੈਗਾ, ਸਾਨੂੰ ਕੋਈ ਪਤਾ ਨਹੀਂ ਕੱਲ ਨੂੰ ਲੋਕਡਾਊਨ ਲੱਗ ਜਾਣਾ ਹੈ। ਕਿਸੇ ਦੇ ਦਿਮਾਗ ਵਿੱਚ ਹੀ ਨਹੀਂ ਸੀ ਕਿ ਇੰਨਾ ਕੁਝ ਇਹ ਇਸ ਤਰ੍ਹਾਂ ਹੋਵੇਗਾ। ਪਰ ਅਸੀਂ ਲੋਕਡਾਊਨ ਤੋਂ ਇੱਕ ਦਿਨ ਪਹਿਲਾਂ ਅਸੀਂ 4 ਸ਼ੋਅ ਕਰ ਕੇ ਆਏ ਹਾਂ, ਚਾਰੇ ਹੀ ਇੱਕ ਗੁਰਦਾਸਪੁਰ, ਤੇ ਉਸ ਤੋਂ ਬਾਅਦ ਇੱਧਰ ਖੰਨੇ ਵਾਲੇ, ਤੇ ਉਸ ਤੋਂ ਬਾਅਦ ਅਸੀਂ ਆਪਣੇ ਥੀਏਟਰ ਵਿੱਚ ਕੀਤਾ, ਤੇ ਉਸ ਤੋਂ ਬਾਅਦ ਅਸੀਂ ਰਾਤ ਨੂੰ 11 ਵਜੇ ਹੁਸ਼ਿਆਰਪੁਰ ਦੇ ਇੱਕ ਪਿੰਡ ਵਿੱਚ ਪਹੁੰਚੇ ਹਾਂ। ਉਹ ਸ਼ੋਅ ਕਰਕੇ ਅਸੀਂ ਫਿਰ ਕਰਨਾਲ ਪਹੁੰਚਣਾ ਸੀ, ਔਰ ਅਸੀਂ 2:30 ਵਜੇ ਦੀ ਟ੍ਰੇਨ ਫੜ ਕੇ ਫਿਰ ਕਰਨਾਲ ਨੂੰ ਪਹੁੰਚੇ। ਲੋਕਡਾਊਨ ਤੋਂ ਇੱਕ ਦਿਨ ਪਹਿਲਾਂ ਨਿਕਲਿਆ। ਔਰ ਲੋਕਡਾਊਨ ਤੋਂ ਬਾਅਦ ਵੀ ਅਸੀਂ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਅਸੀਂ ਰੁਕੇ ਨਹੀਂ, ਅਸੀਂ ਬਹੁਤ ਕੁਝ ਕਰਦੇ ਰਹੇ ਹਾਂ। ਸ਼ਾਰਟ ਮੂਵੀ 10-10 ਮਿੰਟ ਦੀਆਂ ਸਮਾਜਿਕ ਕੁਰੀਤੀਆਂ ਤੇ ਬਣਾ ਕੇ ਨੈਟ ਤੇ ਪਾਉਂਦੇ ਰਹੇ ਹਾਂ। ਤੇ ਅੱਜ ਕੱਲ੍ਹ ਵੀ ਜਿਹੜੇ ਸਾਡੇ ਟੀਮ ਦੇ ਸਾਰੇ ਜਿਹੜੇ ਵਰਕਰ ਨੇ, ਐਕਟਰ ਨੇ, ਆਉਂਦੇ ਨੇ ਥੀਏਟਰ ਵਿੱਚ, ਰਿਸਲਾ ਕਰਦੇ ਆ, ਆਉਣ ਵਾਲੇ ਸਮੇਂ ਲਈ ਨਾਟਕ ਤਿਆਰ ਕਰ ਰਹੇ ਆ। ਤੁਹਾਡੇ ਜਿਹੜੇ ਨਾਟਕ ਤੁਸੀਂ ਫਗਵਾੜੇ 'ਚ ਕਰਦੇ ਹੋ, ਉਹ ਤੁਸੀਂ ਮੁਫਤ ਕਰਦੇ ਦਿਖਾਉਂਦੇ ਹੋ ਕਿ ਉਹਦੇ ਤੇ ਕੋਈ ਟਿਕਟ ਜਾਂ ਕੋਈ ਡੋਨੇਸ਼ਨ ਲੈਂਦੇ ਹੋ? ਸਰ ਜੀ, ਜਦੋਂ ਅਸੀਂ ਆਪਣੇ ਨਾਟਕ ਉਸ ਕਲਾ ਭਵਨ ਵਿੱਚ ਦਿਖਾਉਂਦੇ ਆ, ਉੱਥੇ ਕੋਈ ਟਿਕਟ ਨਹੀਂ ਲਾਉਂਦੇ ਅਸੀਂ। ਅੱਛਾ, ਟਿਕਟ ਨਹੀਂ ਲਾਉਂਦੇ, ਔਰ ਜਿੰਨੇ ਵੀ ਆ ਜਾਣ ਫ੍ਰੀ 'ਚ ਆ ਜਾਣ। ਤੇ ਜਿਹੜਾ ਅਸੀਂ ਜਾਂਦੇ ਆ ਪਿੰਡਾਂ ਵਿੱਚ ਕਰਨ ਜਾਂਦੇ ਆ, ਸ਼ਹਿਰਾਂ 'ਚ ਕਰਨ ਜਾਂਦੇ ਆ, ਸਕੂਲਾਂ ਕਾਲਜਾਂ 'ਚ ਕਰਦੇ ਆ, ਉੱਥੇ ਅਸੀਂ ਦੱਸ ਦਿੰਦੇ ਆ ਸਾਡਾ ਇੰਨਾ ਖਰਚਾ ਆਉਂਦਾ, ਖਰਚਾ ਵਰਚਾ ਹੀ ਮਸਾ ਨਿਕਲਦਾ ਆ। ਜਿੰਨੇ ਵੀ ਸਾਡੇ ਨਾਲ ਆਰਟਿਸਟ ਕੰਮ ਕਰਦੇ ਆ, ਸਾਰੇ ਹੀ ਤਕਰੀਬਨ ਆਪਣਾ ਕੰਮ ਕਰਦੇ ਆ। ਜਿੱਦਾਂ ਮਜ਼ਦੂਰ ਦੀ ਦਿਹਾੜੀ ਹੋਵੇ, ਕੋਈ ਬੁਟੀਕ ਚਲਾ ਰਿਹਾ, ਕੋਈ ਫਿਟਨੈਸ ਅਕੈਡਮੀ ਚਲਾ ਰਿਹਾ, ਕੋਈ ਕੁਛ ਚਲਾ ਰਿਹਾ, ਪਰ ਉਹਨਾਂ ਨੂੰ ਉੱਥੋਂ ਕੰਮ ਛੁਡਾ ਕੇ ਜਿੱਦਣ ਅਸੀਂ ਜਾਣਾ ਹੁੰਦਾ ਜਾਈਦਾ। ਪਰ ਅਸੀਂ ਜਿੰਨਾ ਕੁ ਸਾਨੂੰ ਮਿਲਦੇ ਆ ਪੈਸੇ, ਉਹ ਕੋਈ ਬਹੁਤ ਜ਼ਿਆਦਾ ਨਹੀਂ ਹੁੰਦੇ, ਮਸਾਂ ਹੀ ਸਾਡਾ ਨੋ ਪ੍ਰੋਫਿਟ ਨੋ ਲਾਸ, ਖਰਚੇ ਬੱਚੇ ਹੀ ਨਿਕਲਦੇ ਆ ਬਸ ਮਸਾਂ। ਪਰ ਫਿਰ ਵੀ ਅਸੀਂ ਸ਼ੌਂਕ ਨੂੰ ਤੁਰੇ ਹੋਏ ਆ। ਮੇਰਾ 30-35 ਸਾਲ ਦਾ ਜਿਹੜਾ ਸਫ਼ਰ ਹੈਗਾ ਆ, ਉਹ ਸ਼ੌਂਕ ਨਾਲ ਹੀ ਜੁੜਿਆ ਹੋਇਆ ਆ। ਮੇਰਾ ਜਿਹੜਾ ਪਰਿਵਾਰ ਹੈਗਾ ਆ, ਜਿਵੇਂ ਮੈਂ ਪਹਿਲਾਂ ਦੱਸਿਆ, ਜਦੋਂ ਤੁਹਾਡੇ ਆਵਾਜ਼ ਨਹੀਂ ਸੀ ਸੈੱਟ ਹੋ ਰਹੀ, ਕਿ ਮੈਂ ਇੱਕ ਜਾਗੀਰਦਾਰੀ ਸਿਸਟਮ ਵਿੱਚ ਲਿਆ ਜਨਮ, ਪਰ ਜਾਗੀਰਦਾਰੀ ਸਿਸਟਮ ਨੂੰ ਅਲਵਿਦਾ ਕਹੀ ਨੂੰ ਵੀ ਮੈਨੂੰ 30-40 ਸਾਲ ਹੋ ਗਏ ਆ। ਔਰ ਮੇਰੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਅੱਜ ਤੱਕ ਬੱਸ ਗੱਡੀ ਦਾ ਸਫ਼ਰ ਨਹੀਂ ਕੀਤਾ, ਔਰ ਮੇਰਾ ਪਹਿਲੀਆਂ ਤੇ ਆਖਰੀ ਬੱਸਾਂ ਨਾਲ ਵਾਹ ਪਿਆ ਹੈਗਾ। ਔਰ ਮੇਰੇ ਕਿਸੇ ਪਰਿਵਾਰ ਮੈਂਬਰ ਨੇ ਏਸੀ ਤੋਂ ਬਿਨਾਂ ਬਹਿੰਦਾ ਨਹੀਂ ਹੈਗਾ, ਔਰ ਮੈਂ ਸਾਰਾ ਦਿਨ ਧੁੱਪਾਂ 'ਚ ਸੜਦੀਆਂ, ਔਰ ਠੰਡਾ 'ਚ ਕਿਵੇਂ ਸਾਡੀਆਂ ਆ ਜਿਹੜੀਆਂ ਉਂਗਲਾਂ ਹੁੰਦੀਆਂ ਨਾ ਹੱਥਾਂ ਦੀਆਂ, ਇਹ ਨੀਲੀਆਂ ਹੋ ਜਾਂਦੀਆਂ। ਪਹਿਲਾਂ ਸਾਡੀ ਗੱਡੀ ਵੀ ਓਪਨ ਹੁੰਦੀ ਸੀ, ਜਿਹੜੀ ਐਲਵਨ ਛੋਟੇ ਹਾਥੀ ਟਾਈਪ ਦੀ, ਸਾਰੇ ਆਰਟਿਸਟਾਂ ਦੀਆਂ ਉਂਗਲਾਂ ਨੀਲੀਆਂ ਹੋ ਜਾਂਦੀਆਂ, ਬੁੱਲ ਨੀਲੇ ਹੋ ਜਾਂਦੇ, ਤੇ ਅਸੀਂ ਕੰਬਲ ਲੈ ਕੇ ਆਪਣੀ ਠੰਡ ਨੂੰ ਰੋਕਦੇ। ਪਰ ਫਿਰ ਵੀ ਇੱਕ ਜਨੂਨ ਜਿਹਾ ਨਾਲ ਅਸੀਂ ਜੁੜੇ ਹੋਏ ਆ। ਜਿੰਨੇ ਵੀ ਆਰਟਿਸਟ ਮੇਰੇ ਨਾਲ ਜੁੜੇ ਹੋਏ ਆ, ਕੋਈ ਸਾਰੇ ਸ਼ੌਂਕ ਨੂੰ ਵੀ ਜੁੜੇ ਹੋਏ ਆ, ਤੇ ਸ਼ੌਂਕ ਸਾਡੇ ਹੱਡਾਂ ਵਿੱਚ ਰਚ ਗਿਆ ਆ, ਜਿਨ੍ਹਾਂ ਨੇ ਸਾਨੂੰ ਦੀਵਾਨਾ ਹੀ ਬਣਾ ਦਿੱਤਾ ਆ। ਇਸ ਫੀਲਡ ਤੋਂ ਹੁਣ ਅੱਗੇ ਅਸੀਂ ਕਦੇ ਪਿੱਛੇ ਮੁੜਨਾ ਵੀ ਮੈਂ ਨਹੀਂ ਸੋਚਿਆ ਕਿ ਮੈਂ ਆਪਣੀ ਜਾਗੀਰਦਾਰੀ 'ਚ ਵਾਪਸ ਪਰਤ ਜਾਵਾਂ ਜਾਂ ਨਹੀਂ। ਮੇਰੇ ਕੋਲੋਂ ਪਿੱਛੇ ਨਹੀਂ ਮੁੜ ਹੋਣਾ ਕਦੇ ਵੀ। ਮੈਂ ਇਸੇ ਹੀ ਸਫ਼ਰ ਤੇ ਤੁਰੀ ਰਹਾਂਗੀ, ਇਸੇ ਹੀ ਸਫ਼ਰ ਤੇ ਤੁਰਦੀ ਰਹਾਂਗੀ, ਭਾਵੇਂ ਕਿੰਨੇ ਵੀ ਮੇਰੀਆਂ ਰਾਹਾਂ ਬੜੀ ਭਿਆਨਕ ਸੀ। ਹਨੇਰੀਆਂ ਰਾਤਾਂ 'ਚ ਕੰਢਿਆਂ ਤੇ ਤੁਰਨ ਦੀ ਦਾਸਤਾਂ, ਤੁਰਦਿਆਂ ਕੁਛ ਪੈਰਾਂ 'ਚ ਪੁੜ ਗਏ, ਚੁਗਦਿਆਂ ਕੁਛ ਪੋਟਿਆਂ 'ਚ ਲੈ ਗਏ, ਲੱਭਦਿਆਂ ਕੁਛ ਅੱਖਾਂ ਨੂੰ ਲੈ ਗਏ। ਲਹੂ ਲੁਹਾਨ ਹੋਈ ਵੀ ਪਿੰਡੋ ਪਿੰਡ, ਸ਼ਹਿਰੋ ਸ਼ਹਿਰ ਜ਼ਿੰਦਗੀ ਦਾ ਹੋਕਾ ਦਿੰਦੀ ਰਹੀ। ਲਹੂ ਲੁਹਾਨ ਹੋਈ ਵੀ ਪਿੰਡੋ ਪਿੰਡ, ਸ਼ਹਿਰੋ ਸ਼ਹਿਰ ਜ਼ਿੰਦਗੀ ਦਾ ਹੋਕਾ ਦਿੰਦੀ ਰਹੀ। ਮੇਰੀ ਸੁਜਾੜ ਤੇ ਵੀਰਾਨ ਜ਼ਿੰਦਗੀ ਵਿੱਚ ਕੋਈ ਜੁਗਨੂ ਬਣ ਕੇ ਆਇਆ, ਤੇ ਮੈਂ ਭਰੋਸੇ ਨਾ ਵਫਾ ਕਰਾਂਗੀ। ਅਸੀਂ ਆਪਣੇ ਹਿੱਸੇ ਦੇ ਚਾਨਣ ਲਈ ਕਿਆਮਤ ਤੱਕ ਲੜਾਂਗੇ। ਵਾਹ, ਬਹੁਤ ਵਧੀਆ ਬੜਾ ਤੁਸੀਂ ਤੁਹਾਡੀ ਜਿਹੜੀ ਜਰਨੀ ਹੈ ਬੜਾ ਇੰਤਜ਼ਾਰ ਕਰ ਰਹੀ ਹੈ, ਖਾਸ ਕਰ ਦਿੱਲੀ ਬੈਠੇ ਸਾਡੇ ਨੂੰ ਤੁਹਾਡੀ ਜਰਨੀ ਦੀ। ਮੇਰੇ ਦਿਮਾਗ ਵਿੱਚ ਇੱਕ ਸਵਾਲ ਉੱਠ ਰਿਹਾ ਸੀ ਬਹੁਤ ਬਾਰ-ਬਾਰ
ਕਿ ਕਦੇ ਕੋਈ ਐਸਾ ਮੌਕਾ ਆਇਆ ਜਦੋਂ ਕਿ ਤੁਸੀਂ ਇਹ ਮਜਬੂਰ ਹੋ ਗਏ ਕਿ ਮੈਂ ਰੰਗਮੰਚ ਤੋਂ ਦੂਰ ਹੋ ਜਾਵਾਂ, ਪਰ ਤੁਸੀਂ ਆਪਣੀ ਇਸ ਗੱਲ ਦੇ ਨਾਲ ਇਹ ਸਿੱਧ ਕਰ ਦਿੱਤਾ ਹੈ ਕਿ ਤੁਹਾਡਾ ਜਨੂਨ, ਤੁਹਾਡੀ ਸਿਰੜ ਜਿਹੜੀ ਹੈ ਉਹ ਤੁਹਾਨੂੰ ਕਦੇ ਵੀ ਰੰਗਮੰਚ ਤੋਂ ਦੂਰ ਨਹੀਂ ਕਰੇਗੀ। ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ। ਮੈਂ ਇਸ ਦੇ ਨਾਲ ਇੱਕ ਹੋਰ ਸਵਾਲ ਜਿਹੜਾ ਸੀਗਾ ਕਿ ਕੀ ਤੁਸੀਂ ਨਾਟਕ ਲਿਖੇ, ਕਿਹੜੇ ਕਿਹੜੇ ਨਾਟਕ ਲਿਖੇ ਜਾਂ ਕੁਝ ਹੋਰ ਸਾਹਿਤ, ਜਿਸ ਤਰ੍ਹਾਂ ਤੁਸੀਂ ਕਵਿਤਾ ਲਿਖੀ ਹੈ, ਬੋਲੀ ਹੈ, ਲੱਗਦਾ ਹੈ ਕਿ ਤੁਸੀਂ ਕਵਿਤਾਵਾਂ ਵੀ ਲਿਖੀਆਂ, ਕਹਾਣੀਆਂ ਵੀ ਲਿਖੀਆਂ, ਕੋਈ ਇਸ ਤਰ੍ਹਾਂ ਦੀ ਪਬਲਿਸ਼ਡ ਬੁੱਕਸ ਵੀ ਹੈਗੀਆਂ ਤੁਹਾਡੀਆਂ? ਹਾਂਜੀ, 3 ਕਿਤਾਬਾਂ ਲਿਖੀਆਂ, ਹਯਾਤੀ ਨਾਟਕ ਵੀ ਆ, ਹਾਸੇ ਦਾ ਹਾਸੇ, ਪੈਰਾਂ 'ਚ ਸੁਰਗ ਦਾ ਸਫ਼ਰ। ਤੁਸੀਂ ਪਹਿਲਾਂ ਸਵਾਲ ਪੁੱਛਿਆ ਸੀ ਕਿ ਕੋਈ ਤੁਹਾਡੀ ਜ਼ਿੰਦਗੀ 'ਚ ਐਸਾ ਮੌਕਾ ਆਇਆ ਕਿ ਪਿੱਛੇ ਮੁੜ ਆਈਏ। ਸਰ ਜੀ, ਨਾਟਕ ਕਰਦਿਆਂ ਮੇਰੇ 2 ਦੰਦ ਮੋਢੇ ਟੁੱਟ ਗਏ ਸੀ ਲੜਾਈ ਦੇ ਸੀਨ ਵਿੱਚ, ਜਿਹੜੇ ਆਪਰੇਸ਼ਨ ਕਰਕੇ ਕੱਢਣੇ ਪਏ ਸੀ ਔਰ ਨਕਲੀ ਲੱਗ ਗਏ ਸੀ। ਔਰ ਉਸ ਟਾਈਮ ਵੀ ਮੇਰੇ ਘਰਦਿਆਂ ਨੇ ਮੈਨੂੰ ਬਹੁਤ ਕੰਪੈਲ ਕੀਤਾ ਸੀ ਕਿ ਇਹ ਫੀਲਡ ਛੱਡ ਦੇ, ਪਰ ਮੈਂ ਕਿਹਾ ਸੀ ਨਹੀਂ, ਮੈਨੂੰ ਕਹਿਣਾ ਨਹੀਂ ਹੈਗਾ ਬਹੁਤ। ਪਰ ਮੇਰੀਆਂ ਦੋਵੇਂ ਲੱਤਾਂ ਜਿਹੜੀਆਂ ਉਹ ਐਕਟਿੰਗ ਦੌਰਾਨ ਜਿਹੜੀਆਂ ਰੱਦੀ ਹੋ ਗਈਆਂ, ਟੁੱਟ ਗਈਆਂ, ਹੁਣ ਮੈਂ ਆ ਕੇ ਥੋੜਾ ਤੁਰ ਰਹੀ ਹਾਂ, ਔਰ ਤਾਂ ਵੀ ਨਹੀਂ ਮੈਂ ਹਟ ਗਈ। ਔਰ ਮੇਰੀ ਸਿਸਟਮ ਨੇ ਵੀ ਮੈਨੂੰ ਬਹੁਤ, ਜਗੀਰਦਾਰੀ ਸਿਸਟਮ ਨੇ ਵੀ ਮੇਰੇ ਤੇ ਬਹੁਤ ਦਬਾਅ ਪਾਇਆ ਕਿ ਮੈਂ ਇਹ ਫੀਲਡ ਛੱਡ ਦੇਵਾਂ। ਲੋਹਾਪੁਰ ਨਾਟਕ ਵਿੱਚ ਇੱਕ ਵਾਰੀ ਅਸੀਂ ਸਟੈਂਡਰਡ ਟੀਵੀ ਦੇ ਦਫ਼ਤਰ ਮੋਹਾਲੀ ਵਿੱਚ ਕਰ ਰਹੇ ਸਾਂ ਤੇ ਮੇਰੇ ਕੱਪੜਿਆਂ ਨੂੰ ਅੱਗ ਲੱਗ ਗਈ ਸੀ, ਪੱਟੀ ਜਲਦੀ ਪਈ ਸੀ ਕਾਕੂ ਲੋਹਾਰ ਦੀ, ਤੇ ਮੇਰੀ ਕੱਪੜਿਆਂ ਨੂੰ ਅੱਗ ਲੱਗ ਗਈ ਸੀ। ਮੈਂ ਆਪਣੇ ਰੋਲ ਵਿੱਚ ਇੰਨੀ ਲੀਨ ਸੀ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਅੱਗ ਲੱਗ ਗਈ ਆ। ਮੋਰਲੀ ਕਰਤਾਰ ਤੇ ਬਲਜਿੰਦਰ ਹਮਦਰਦ ਬੈਠੇ ਸੀ, ਉਹ ਟ੍ਰਿਬਿਊਨ ਦੇ ਐਡੀਟਰ ਹੁੰਦੇ ਸੀ, ਉਹਨਾਂ ਨੇ ਜ਼ੋਰ ਦੀ ਚੀਕ ਮਾਰੀ ਤਾਂ ਮੈਨੂੰ ਪਤਾ ਲੱਗਾ ਕਿ ਮੇਰੇ ਕੱਪੜਿਆਂ ਨੂੰ ਅੱਗ ਲੱਗ ਗਈ ਆ। ਔਰ ਉਸ ਵੇਲੇ ਸਿਚੁਏਸ਼ਨ ਇਹੋ ਜਿਹੀ ਸੀ ਕਿ ਨਾਟਕ ਚੱਲ ਰਿਹਾ ਸੀ, ਪਰ ਮੈਂ ਯਕਦਮ 1 ਸੈਕਿੰਡ ਚ ਪਿੱਛੇ ਗਈ, ਪਿੱਛੇ ਬਾਲਟੀ ਮੂੰਹ ਧੋਣ ਲਈ, ਮੇਕਅਪ ਧੋਣ ਲਈ ਜਿਹੜੀ ਪਾਣੀ ਦੀ ਭਰ ਕੇ ਰੱਖੀ ਸੀ, ਉਹਦੇ ਚ ਆਪਣੀਆਂ ਦੋਵੇਂ ਲੱਤਾਂ ਪਾ ਕੇ ਸਕਿੰਡ ਚ ਅੱਗੇ ਆ ਗਈ। ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਵੀ ਅੱਗ ਬੁੱਝੀ ਕਿੱਦਾਂ। ਅਸੀਂ ਸਿਰੜ ਨਾਲ ਤੁਰੇ ਹੋਏ ਆ, ਹੁਣ ਤਾਂ ਪਿੱਛੇ ਮੁੜਨਾ ਭਾਵੇਂ ਕੋਈ। ਮੈਂ ਥੋੜਾ ਜਿਹਾ ਡਿਸਟਰਬ ਕਰ, ਸਾਡੇ ਕੋਲ 15 ਮਿੰਟ ਬਾਕੀ ਬੱਚੇ। ਮੈਂ ਕੁਝ ਇੱਕ ਸਵਾਲ ਸਾਡੇ ਪਰਮਿੰਦਰ ਜੀ ਨੂੰ ਹੈਗੇ ਆ ਮੇਰੇ। ਜਗਦੀਪ ਸਾਹਿਬ, ਮੈਂ ਪੁੱਛ ਸਕਦਾ ਵਾਲੇ ਕਿੱਦਾਂ? ਹਾਂ ਮਿਲਿਆ ਸਰ, ਕਿਉਂ ਨਹੀਂ ਜ਼ਰੂਰ। ਪਰਮਿੰਦਰ ਜੀ, ਮੈਂ ਇੱਕ ਗੱਲ ਪੁੱਛਣਾ ਚਾਹੂੰਗਾ ਤੁਹਾਡੇ ਕੋਲੋਂ। ਇੱਕ ਔਰਤ ਹੋਣ ਦੇ ਨਾਲ ਤੁਹਾਨੂੰ ਕਦੇ ਲੱਗਿਆ ਕਿ ਇੱਕ ਔਰਤ ਹੋਣਾ ਨੂੰ ਕਿਤੇ ਰੋਕਿਆ ਰੰਗਮੰਚ ਦੇ ਜਾਂ ਵਿੱਚ ਕਿਸੇ ਆਦਮੀ ਹੋਣਾ, ਜੈਂਟਲਮੈਨ ਦੀ ਗੱਲ ਕਰ ਰਹੇ ਹਾਂ, ਆਦਮੀ ਹੋਣ ਦੇ ਨਾਲ ਤੁਸੀਂ ਕਦੇ ਤੁਹਾਨੂੰ ਲੱਗਿਆ ਕਿ ਤੁਸੀਂ ਆਦਮੀ ਹੁੰਦੇ ਤਾਂ ਬਹੁਤ ਚੱਲ ਜਾਂਦੇ, ਔਰਤਾਂ ਕਿਤੇ ਜਾ ਕੇ ਕਰਦੇ, ਔਰਤ ਹੋਣ ਤੇ ਤੁਹਾਨੂੰ ਰੁਕਦਾ? ਪਰਮਿੰਦਰ ਜੀ, ਮੇਰੀ ਸੁਣੀ ਤੁਸੀਂ? ਹੈਲੋ, ਮੇਰੀ ਗੱਲ ਬਾਤ ਸੁਣੀ, ਮੈਨੂੰ ਆਵਾਜ਼ ਆ ਰਹੀ ਤੁਹਾਡੀ? ਇਹ ਕੁਐਸਚਨ ਕਿਹਨੂੰ ਕੀਤਾ ਤੁਸੀਂ? ਤੁਹਾਨੂੰ ਪਰਮਿੰਦਰ ਜੀ, ਤੁਹਾਨੂੰ ਸਵਾਲ ਕੀਤਾ। ਮੈਂ ਤੁਹਾਨੂੰ ਕੀਤਾ ਪਹਿਲਾਂ। ਹਾਂ, ਨਹੀਂ ਇਸ ਲੈਵਲ ਤੱਕ ਤਾਂ ਨਹੀਂ ਕਦੀ ਲੱਗਿਆ, ਪਰ ਦੁੱਖ ਮਾੜੇ ਮੋਟੇ ਦਿਲ ਚ ਆ ਜਾਂਦੇ ਨੇ, ਕੁਝ ਕੰਪੈਰੀਜ਼ਨ ਆ ਜਾਂਦੇ ਨੇ, ਕੁਝ ਜ਼ਰੂਰਤਾਂ ਆ ਜਾਂਦੀਆਂ ਨੇ, ਹੋਰ ਕੁਝ ਨਹੀਂ। ਕਿਉਂਕਿ ਮੈਂ ਸਿੰਗਲ ਪੇਰੈਂਟ ਹੋਣ ਕਰਕੇ ਛੋਟੇ ਬੱਚੇ ਪਾਲਦੀ ਰਹੀ ਹਾਂ। ਜਿਵੇਂ ਸਰੀਨ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਰਿਟਾਇਰਮੈਂਟ ਤੋਂ ਕਾਫੀ ਬਾਅਦ ਚ ਕੰਮ ਕੀਤਾ, ਇਸ ਕੰਮ ਦੇ ਵਿੱਚ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਮੈਂ 2 ਸ਼ਾਰਟ ਫਿਲਮਸ ਵੀ ਬਣਾਈਆਂ ਸੀ, ਤੇ ਇਹ ਫੀਲਿੰਗ ਮੈਨੂੰ ਕਦੀ ਮਤਲਬ ਇਸ ਲੈਵਲ ਤੱਕ ਨਹੀਂ ਵੀ ਆਈ ਕਿ ਮੈਂ ਛੱਡਦਾ। ਜਿਵੇਂ ਰਾਤੀ ਕੋਈ ਫਰਸਟ੍ਰੇਸ਼ਨ ਹੈ, ਕੋਈ ਇਨਸੀਡੈਂਟ ਹੈ, ਜਿਵੇਂ ਹੁਣ ਮੈਂ ਇੱਕ ਨਾਟਕ ਮੇਲਾ ਕੀਤਾ ਸੀਗਾ 10 ਦਿਨ ਦਾ, ਤੇ ਉਹ ਵੀ ਅਸੀਂ ਤਕਰੀਬਨ ਆਪਣੇ ਦਮਖਮ ਤੇ ਹੀ ਕੀਤਾ ਸੀਗਾ, ਮੈਂ ਤੇ ਨਟਰਾਜ ਥੀਏਟਰ ਗਰੁੱਪ ਨੇ ਰਲ ਕੇ। ਤੇ ਉਹਦੇ ਚ ਅਸੀਂ ਸੋਚਦੇ ਰਹੇ ਵੀ ਜਿਵੇਂ ਲੋਕੀ ਕਰ ਰਹੇ ਨੇ ਨਾਟਕ ਮੇਲੇ, ਕੋਈ 5 ਦਿਨ ਦਾ ਸਪਾਂਸਰ ਹੋ ਜਾਂਦਾ, ਕਿਸੇ ਦਾ 3 ਦਿਨ ਦਾ, ਕਿਸੇ ਦਾ 10 ਦਿਨ ਦਾ, ਕਿਸੇ ਦਾ 14 ਦਿਨ ਦਾ। ਪਰ ਪਤਾ ਨਹੀਂ ਕੀ ਗੱਲ ਹੈ, ਮੈਂ ਥੋੜੀ ਦੇਰ ਪਹਿਲਾਂ ਵੀ ਉਹੀ ਗੱਲ ਕੀਤੀ ਸੀ, ਅਸੀਂ ਦਰ ਗਏ ਪਰ ਸਾਡਾ ਸਪਾਂਸਰ ਨਹੀਂ ਹੋਇਆ, ਸਾਨੂੰ ਪ੍ਰਾਈਵੇਟ ਬੰਦਿਆਂ ਨੇ ਜੋ ਵੀ ਦਿੱਤਾ। ਤੇ ਇਹਦੇ ਵਿੱਚ ਇੱਕ ਦਿਨ ਨੈਸ਼ਨਲ ਲੈਵਲ ਦਾ ਡਾਂਸ ਕੰਪੀਟੀਸ਼ਨ ਕਰਾਇਆ। ਨੈਸ਼ਨਲ ਲੈਵਲ ਦਾ ਡਾਂਸ ਕੰਪੀਟੀਸ਼ਨ ਸੀਗਾ, ਉਹਦੇ ਚ ਆਇਟਾ ਤੇ ਮੈਡਮ ਗੌਰ ਆਏ ਸੀਗੇ, ਤੇ ਉਹਨਾਂ ਨੇ ਨਾਲ ਅਸਾਮ, ਬੈਂਗਲੋਰ, ਤਾਮਿਲਨਾਡੂ, ਚੇਨਈ, ਤੇਲੰਗਾਨਾ
ਤੇ ਆਂਧਰਾ ਪ੍ਰਦੇਸ਼, ਦਿੱਲੀ, ਪੰਜਾਬ ਦੀਆਂ 10-15 ਟੀਮਾਂ ਸੀ ਜਿਨ੍ਹਾਂ ਨੂੰ ਅਸੀਂ ਡਾਂਸ ਪਹਿਲੇ ਦਿਨ ਕਰਾਇਆ। ਅਗਲੇ 10 ਦਿਨ ਸਾਡਾ ਥੀਏਟਰ ਫੈਸਟੀਵਲ ਚੱਲਿਆ। ਜਿਹੜਾ ਥੀਏਟਰ ਫੈਸਟੀਵਲ ਚੱਲਿਆ ਉਹ ਵੀ ਡਿਫਰੈਂਟ ਸਟੇਟਸ ਤੋਂ, ਮੱਧ ਪ੍ਰਦੇਸ਼ ਤੋਂ, ਯੂਪੀ ਤੋਂ, ਕਾਨਪੁਰ ਤੋਂ, ਤੇ छिंदवाड़ा यूपी च हो गया, एमपी हो गया, एचपी हो गया, दिल्ली हो गया। इस तरह डिफरेंट स्टेट्स तो साडे कोल बहुत ही वधिया नाटककार ते नाटक होए जिहदे च उन्हां सारे कलाकारां दा 200-300 जिहड़े कलाकार सी उन्हां दे रहन दा प्रबंध, उन्हां दे खान पीन दा प्रबंध ते उन्हां दे जे कोई लोकल इधर उधर सहायता चाहिदी है वो सारा 3-4 वारी ऑडिटोरियम भी साडा सारा जो उन्होंने छोटिया मोटिया रंग कर्मियों दी जरूरतां हुंदियां ने कलाकृति ते नटराज थिएटर ने रल के कीता और बहुत सक्सेसफुल, बहुत मकबूल होया सीगा। 10 दिन दा थिएटर। अच्छा, कल पहला आया ਹਾਂਜੀ ਜਿਹੜਾ ਜੀ ਕੀਤਾ ਸੀ ਇਹਨਾਂ ਨੂੰ ਬੀਬਾ ਜੀ, मैं ਤੁਹਾਡੇ ਕੋਲ ਇੱਕ ਲੈ ਕਿ ਮੈਂ बहुत भी हो गई, घर भी नहीं चल रहा और कट रही थोड़ी आवाज। कभी तो क्या कि सुकाया तो क्या कि मेरा घर बहुत मुश्किल हो रहा है मेरे मौका तो हमने। हाँ जी, बस कुछ एक चीज़ां ने ਜਿਹੜੀਆਂ ਤੁਹਾਡੀ ਜਿਹੜੀ ਖੁਦਾਰੀ ਹੈ ਉਹਨੂੰ ਲੈ ਕੇ ਚੱਲਦੀਆਂ ਨੇ ਤੇ ਤੁਸੀਂ ਹਮੇਸ਼ਾ ਸੋਚਦੇ ਹੋ ਕਿ ਜਿਹੜੀ ਉਹ ਤੁਹਾਡੀ ਖੁਦਾਰੀ ਉਹ ਤੁਹਾਨੂੰ ਮਰਨ ਨਹੀਂ ਦਿੰਦੀ, ਜਿਉਣ ਦਿੰਦੀ ਹੈ ਤੇ ਕੁਆਲਿਟੀ ਦੇ ਨਾਲ ਮੁਕਾਬਲਾ ਕਰਨ ਨੂੰ ਕਹਿੰਦੀ ਹੈ। ਕਦੀ ਵੀ ਤੁਹਾਡੇ ਅੰਦਰ ਜਿਹੜਾ ਛੁਪਿਆ ਹੋਇਆ ਆਰਟਿਸਟ ਹੈ ਉਹ ਤੁਹਾਨੂੰ ਬਹਿਣ ਨਹੀਂ ਦੇਗਾ। ਜਿਵੇਂ ਬੀਬਾ ਜੀ ਦੇ ਨਾਲ ਇੰਨੇ ਵੱਡੇ ਹਾਦਸੇ ਹੋਏ, ਸਲਾਮ ਹੈ ਬੀਬਾ ਜੀ ਤੁਹਾਨੂੰ, ਤੁਹਾਡੀ ਡੈਡੀਕੇਸ਼ਨ ਨੂੰ। ਬਹੁਤ ਖੂਬਸੂਰਤ, ਤੁਸੀਂ ਦੂਸਰੇ ਫੀਲਡ 'ਚ ਕੰਮ ਕਰ ਰਹੇ ਹੋ, ਮੈਂ ਦੂਸਰੇ 'ਚ ਕਰ ਰਹੀ ਹਾਂ। ਮੈਂ ਔਰਤਾਂ ਦੇ ਪ੍ਰਤੀ, ਸਮਾਜ ਦੇ ਪ੍ਰਤੀ, ਜਿਵੇਂ ਨਸ਼ਿਆਂ ਨੂੰ ਲੈ ਕੇ, ਰੇਪ ਨੂੰ ਲੈ ਕੇ, ਬੈਰਨ ਔਰਤ ਨੂੰ ਲੈ ਕੇ ਜਿਹੜੀਆਂ ਅੰਦਰ ਛੁਪੀਆਂ ਚੀਜ਼ਾਂ ਨੇ, ਬਜ਼ੁਰਗਾਂ ਨੂੰ ਲੈ ਕੇ, ਯੂਥ ਨੂੰ ਲੈ ਕੇ, ਆਈ ਐਮ ਕੰਸਰਨਡ ਕਿ ਵੇਅਰ ਵੀ ਆਰ ਹੈਡਿੰਗ ਟੂ, ਸਾਡਾ ਕੀ ਬਣੇਗਾ। ਕੋਈ ਬੰਦਾ ਬੋਲਦਾ ਹੀ ਨਹੀਂ, ਪਰ ਮੈਂ ਬੋਲ ਪੈਂਦੀ ਹਾਂ। 10 ਬੰਦੇ ਲੜਦੇ ਹੋਣ ਤਾਂ ਮੈਂ ਜਾਵਾਂਗੀ, ਕਾਲਰ ਫੜਾਂਗੀ ਉਹਨਾਂ ਦੇ, ਹੋਰ ਕੋਈ ਕਰੇ ਨਾ ਕਰੇ। ਇੰਨਾ ਬਿੰਦਾਸ ਪੰਚਾ ਵੀ ਹੈ, ਖੇਡ ਤੁਹਾਨੂੰ ਤਾਕਤ ਦਿੰਦਾ, ਖੇਡ ਤੁਹਾਨੂੰ ਤਾਕਤ ਦਿੰਦਾ ਹੈ, ਗੱਲ ਪੱਕੀ ਹੈ। ਪਤਾ ਨਹੀਂ ਥੀਏਟਰ ਤੁਹਾਨੂੰ ਹੋਣਾ ਸਿਖਾ, ਥੀਏਟਰ ਤੁਹਾਨੂੰ ਤਾਕਤ ਦਿੰਦਾ, ਤਾਕਤ ਤੁਸੀਂ ਜੀਵਨ ਵਿੱਚ ਪਾਈ ਹੈ। ਮੈਂ ਇੱਕ ਦੀਵਾਰ के नीचे नहीं ऑडियंस ਵਿੱਚ ਬਹੁਤ ਚੰਗੇ ਨੇ, किसी साए किसी दीवार के नीचे नहीं बैठा, मैं रास्ता छोड़ के मीनार के नीचे नहीं बैठा। पाँव में छाले थे, बला की धूप थी सर पर, पाँव में छाले थे, बला की धूप थी सर पर, मगर मैं किसी गैर की दीवार के नीचे नहीं बैठा। अरे वाह, ਇਹ ਸਾਡੀ ਖੁਦਾਰੀ ਹੈ ਤੇ ਇਸੇ ਦੇ ਜੱਗੀ ਜੇ ਆਪਾਂ ਓਪਨ ਕਰ ਦਿੰਦੇ ਆ, ਆਡੀਅנס ਸਾਡੇ ਕੋਲ ਚੰਗੀ ਹੈ। ਕੁਝ ਮੈਂ ਉਹਨਾਂ ਨੂੰ ਵੀ ਸਲਾਮ ਕਰਨਾ ਚਾਹਾਂਗੀ ਕਿ ਜਿਹੜਾ ਕੀ ਕਹਿੰਦੇ ਨੇ ਕਿ एहसान रहा है इल्जाम लगाने वालों का हम पर, एहसान रहा है इल्जाम लगाने वालों का मुझ पर, अरे उठती उंगलियों ने मुझे मशहूर कर दिया। वाह, जिंदगी जो रब ने साडी तकदीर च लिखिया है, जिन्ने कदम तुरना लिखिया है, जिन्नी मेहनत साडे लिए लिखी है, वो करते रवांगे, तुरते रवांगे ਤੇ ਹੌਲੀ ਹੌਲੀ ਸਾਡੇ ਕੋਲ ਇਹ ਗੱਲ ਜਿਹੜੀ ਹੈ ਤੁਸੀਂ ਸਾਨੂੰ ਹੱਲਾਸ਼ੇਰੀ ਦੇ ਜਦੋਂ ਸਾਨੂੰ ਸਾਡੀ ਮੰਜ਼ਿਲ ਮਿਲੇਗੀ। आंखों में सजा है वो मंजर भी आएगा, आंखों में सजा है वो मंजर भी आएगा, है जुस्तजू तो प्यार का रहबर भी आएगा, है जुस्तजू तो प्यार का रहबर भी आएगा, तारीख अपने आप को दोहराएगी एक दिन, अगर वक्त ये बुरा है तो बेहतर भी आएगा। बहुत बढ़िया। अब मैं ਅਸੀਂ ਇਸ ਪਲੀਜ਼ ਆਪਾਂ ਇਸ ਸੈਸ਼ਨ ਨੂੰ ਓਪਨ ਕਰ ਰਹੇ ਹਾਂ। ਸਾਡੇ ਕੋਲ ਆਡੀਅנס ਵਿੱਚ ਬਹੁਤ ਚੰਗੇ ਲੋਕ ਨੇ। ਡਾਕਟਰ ਇੰਜੀ ਸਿੱਧੂ ਸਾਡੇ ਨਾਲ ਜੁੜੀ ਹੋਈ ਹੈ। ਡਾਕਟਰ ਇੰਜੀ ਸਿੱਧੂ, ਤੁਸੀਂ ਬਾਤ ਸੁਣ ਰਹੇ ਹੋ? इंद्र सिद्धू मेरी चलेगा।
इंद्रजीत, हाँ इंद्रजीत, इंद्रजीत मेरी सुन रहे थे? जी सर सुन पा रहा मैं। नहीं नहीं इंद्रजीत सिद्ध गल कर रही बक्की सपोर्ट दी ਜਿਹੜੀ ਹੈ ਉਹ ਹੈਗੀ। ਚਲੋ ਤੁਹਾਡੇ ਆਡੀਅנס ਵੀ ਕਿਸੇ ਨੂੰ ਕੋਈ ਸਵਾਲ ਹੈਗਾ ਪਲੀਜ਼ ਕਰੋ ਤੁਹਾਡੇ ਸਖਸ਼ੀਤਾ ਨਾਲ ਜੀ ਸਰ रवि जी मैं कर सकता सवाल? हाँ जी बोलो सर। मैं सवाल एक ਤਾਂ ਪਰਮਿੰਦਰਪਾਲ ਜੀ ਹੋਰਾਂ ਦਾ ਜਿਹੜਾ ਵਾ ਰੰਗਮੰਚ ਦਾ ਸਫ਼ਰ ਬਹੁਤ ਹੀ ਵਧੀਆ ਅੱਜ ਸੁਣਿਆ, ਚੰਗਾ ਲੱਗਾ। ਪਰ ਇਹਨਾਂ ਨੇ ਜਿਹੜੇ ਟੈਲੀਵਿਜ਼ਨ ਵਾਸਤੇ ਕੋਈ ਸੀਰੀਅਲ ਕੀਤੇ ਜਾਂ ਫਿਲਮਾਂ ਕੀਤੇ ਉਹਨਾਂ ਬਾਰੇ ਜ਼ਿਕਰ ਨਹੀਂ ਕੀਤਾ ਕੋਈ। ਹਾਂਜੀ ਬਲਕਾਰ ਜੀ, ਮੈਂ ਸੋਚਿਆ ਇਹ ਰੰਗਮੰਚ ਦਾ ਹੀ ਸਫ਼ਰ ਹੈ ਤੇ ਇੱਥੇ ਰੰਗਮੰਚ ਦਾ ਹੀ ਦੱਸੋ। ਬਹੁਤ ਚੰਗੀ ਗੱਲ ਤੁਸੀਂ ਜਦੋਂ ਆਡੀਸ਼ਨ ਦਿੱਤੀ ਸੀ ਕਰਦੇ ਹੀ ਰਹੇ ਤੇ ਹੁਣ ਵੀ ਕਰ ਰਹੇ ਆ ਆਪਣੀ ਮਿੱਟੀ ਇਹ ਉਹ ਬਾਬਾ ਜੀ ਨਾਲ ਜਲੰਧਰ ਤੇ ਹੁਣ ਵੀ ਅੱਗੇ ਕਰਨ ਦੀ ਉਮੀਦ ਹੈ। ਫਿਲਮਾਂ ਵੀ ਕੀਤੀਆਂ, ਅੱਛੀਆਂ ਕੀਤੀਆਂ, ਚੰਗੀਆਂ ਕੀਤੀਆਂ ਤੇ ਕਰ ਰਹੀਆਂ। ਪਰ ਜਿਹੜੇ ਸਾਡੇ ਤੁਹਾਡੇ ਵਰਗੇ ਸਾਥੀ ਨੇ ਸਾਡੇ ਨਾਲ, ਜਿਹੜੇ ਸਾਨੂੰ ਹੱਲਾਸ਼ੇਰੀ ਦਿੰਦੇ ਨੇ, ਜਿਹੜੇ ਸਾਡੀ ਪਿੱਠ ਤੇ ਖੜੇ ਨੇ ਕਿ ਅਸੀਂ ਸ਼ੇਰ ਬਣ ਕੇ ਹੀ ਰਹੀਏ ਤੇ ਆਪਣੀ ਵੂਮਨਹੁੱਡ ਨੂੰ ਉੱਚਾ ਕਰੀਏ, ਕਿਉਂਕਿ ਇੱਕ ਸਿੰਗਲ ਪੇਰੈਂਟ ਲੇਡੀ ਲਈ, ਸਿੰਗਲ ਲੇਡੀ ਲਈ ਇੰਨੀ ਤਸ਼ੱਦਦ ਲੜਨਾ, ਇੰਨੀ ਫਾਈਟ ਕਰਨਾ ਸੋਸਾਇਟੀ 'ਚ, ਉਸ ਚੀਜ਼ ਨੂੰ ਅਡਾਪਟ ਕਰਨਾ। ਇੱਕ ਸਾਡੀ ਪੰਜਾਬ ਦੀ ਔਰ ਪਟਿਆਲੇ ਦੀ ਸੋਸਾਇਟੀ 'ਚ ਤਕਰੀਬਨ ਰੰਗਮੰਚ ਜਦੋਂ ਮੈਂ ਸ਼ੁਰੂ ਕੀਤਾ ਵਰਜਤ ਦੀ ਤਰ੍ਹਾਂ ਸੀਗਾ, ਔਰਤਾਂ ਲਈ ਇੱਕ ਗੱਲ ਸਮਝਿਆ ਜਾਂਦਾ ਸੀ ਤੇ ਮੈਂ ਉਸ ਟਾਈਮ ਤੋਂ ਕਰਦੀ ਆ ਰਹੀ ਹਾਂ। ਤੇ ਜਿਹੜਾ ਹੈਗਾ ਸਾਡੀ ਕਲਾਕ੍ਰਿਤੀ ਹੈ, ਅਸੀਂ 2 ਸ਼ਾਰਟ ਫਿਲਮਾਂ ਬਣਾਈਆਂ ਜਿਹੜੀਆਂ ਮੈਂ ਡਾਇਰੈਕਟ ਕੀਤੀਆਂ ਸੀ। ਉਹਦੇ 'ਚ ਇੱਕ ਸੀਗੀ ਸਰਦਾਰੀ। ਜਿਹੜੇ ਅੱਜ ਕੱਲ ਜ਼ਿਮੀਂਦਾਰਾਂ ਤੇ ਕਿਸਾਨ ਜਿਹੜੇ ਭੁੱਖੇ ਮਰਨ ਲੱਗ ਗਏ ਨੇ, ਉਹਨਾਂ ਦੇ ਕੋਲ ਪੈਸਾ ਨਹੀਂ ਰਿਹਾ, ਜ਼ਮੀਨ ਦੀ ਉਹ ਨਹੀਂ ਮਿਲਦੀ, ਪਰ ਜਦੋਂ ਇੱਕ ਜ਼ਿਮੀਂਦਾਰ ਮੁਜ਼ਾਰਾ ਬਣ ਕੇ, ਨੌਕਰ ਬਣ ਕੇ ਵੀ ਕਿਸੇ ਦੇ ਕੋਲ ਸੀਰੀ ਰਹਿੰਦਾ, ਪਰ ਉਹ ਸੀਰੀ ਪੁਣਾ ਵੀ ਨਹੀਂ ਕਰ ਸਕਦਾ। ਐਂਡ ਉਹਦਾ ਇੱਥੇ ਹੀ ਹੈ ਵੀ ਹੁਣ ਵਾਟਸ देयर ਫੇਟ, ਕਿ ਉਹ ਸਬਜ਼ੀਆਂ ਛਾਬੜਿਆਂ 'ਚ ਪਾ ਕੇ ਵੇਚਣਗੇ, ਕਿ ਉਹ ਕਿਸੇ ਦੇ ਨੌਕਰ ਰਹਿਣਗੇ, ਕੀ ਅੱਗੇ ਕਰਨਗੇ, ਕਿੱਥੇ ਉਹਨਾਂ ਦੀਆਂ ਧੀਆਂ ਵਿਆਹੀਆਂ ਜਾਣਗੀਆਂ। ਉਹਨਾਂ ਦੇ ਪੁੱਤਰਾਂ ਨੂੰ ਤਾਂ ਮੋਟਰਸਾਈਕਲ ਚਾਹੀਦਾ ਹੀ ਚਾਹੀਦਾ, ਬ੍ਰਾਂਡਡ ਮੋਬਾਈਲ ਚਾਹੀਦਾ, ਉਸ ਤੇ ਸੀਗੀ। ਔਰ ਦੂਸਰੀ ਜਿਹੜੀ ਸੀਗੀ ਮੇਰੀ ਫਿਲਮ, ਉਹ ਸੀਗੀ ਰਿਸ਼ਤਿਆਂ ਦੇ ਕਾਨ ਤੇ। ਉਸ ਫਿਲਮ 'ਚ ਇਹ ਵਿਖਾਇਆ ਸੀ ਕਿ ਪੈਸੇ ਦੇ ਵਾਸਤੇ ਜਦੋਂ 2 ਭਰਾ ਨੇ, ਇੱਕ ਨੂੰ ਪੜ੍ਹਾਇਆ ਲਿਖਾਇਆ, ਵੱਡਾ ਹੋਇਆ, ਉਹ ਗਿਆ, ਜਦੋਂ ਉਹਦੇ ਕੋਲ ਪੈਸਾ ਘਟ ਜਾਂਦਾ ਹੈ ਤੇ ਉਹਨੂੰ ਮੋਰਚਰੀ 'ਚ ਲਾਸ਼ ਪਛਾਣਨ ਵਾਸਤੇ ਕਿਹਾ ਜਾਂਦਾ ਹੈ ਤੇ ਉਹਦੇ ਮਨ 'ਚ ਆਉਂਦਾ ਜੇ 7 ਸਾਲ ਉਹਦੀ ਲਾਸ਼ ਨਾ ਲੱਭੀ ਤੇ ਇਹਦੀ ਜ਼ਮੀਨ ਮੈਂ ਵਾਹ ਕੇ ਖਾਵਾਂਗਾ, ਤੇ ਜੇ ਲਾਸ਼ ਇਹਦੀ ਮਿਲ ਜਾਂਦੀ, ਅੱਜ ਇਹ ਡੈਡ ਕਲੇਮ ਹੋ ਜਾਂਦਾ, ਤਾਂ ਫਿਰ ਇਹਦੀ ਫੈਮਿਲੀ, ਇਹਦੀ ਵਾਈਫ, ਇਹਦੇ ਬੱਚੇ ਹੱਕਦਾਰ ਹੋਣਗੇ। ਤੇ ਉਹਦਾ ਸਕਾ ਭਰਾ ਜਿਹੜਾ ਸ਼ਨਾਖਤ ਕਰਨ ਗਿਆ ਹੁੰਦਾ, ਉੱਥੇ ਕਹਿ ਦਿੰਦਾ ਨਹੀਂ ਇਹ ਮੇਰਾ ਭਰਾ ਨਹੀਂ, ਇਹ ਕੋਈ ਹੋਰ ਹੈ। ਸੋ ਇਹੋ ਜਿਹੀਆਂ ਸੈਂਸਿਟਿਵ ਵਿਸ਼ਿਆਂ ਤੇ ਮੈਂ ਕੰਮ ਕਰਦੀ ਹਾਂ। ਤੇ ਜਿਹੜੀ ਕਲਾਕ੍ਰਿਤੀ ਹੈ, ਇਹਦੇ ਸਾਲ ਵਿੱਚ 2 ਐਨੂਅਲ ਫੀਚਰਸ ਵੀ ਨੇ। ਇੱਕ ਅਸੀਂ ਵੂਮਨ ਡੇ ਸੈਲੀਬ੍ਰੇਟ ਕਰਦੇ ਹਾਂ, ਉਹਦੇ ਵਿੱਚ ਬਹੁਤ ਹੀ ਮੀਨਿੰਗਫੁਲ ਡਿਸਕਸ਼ਨਸ ਹੁੰਦੀਆਂ ਨੇ ਔਰਤਾਂ ਦੇ ਉੱਤੇ, ਨਾਰੀ ਦੇ ਉੱਤੇ, ਬੱਚਿਆਂ ਦਾ ਸ਼ੋਸ਼ਣ, ਨਾਰੀ ਦਾ ਸ਼ੋਸ਼ਣ, ਭਰੂਣ ਹੱਤਿਆ, ਨਸ਼ੇਬੰਦੀ, ਪ੍ਰਦੂਸ਼ਣ, ਲਾਹਨਤਾਂ, ਜਿਵੇਂ ਕਿ ਔਰਤ ਦੀ ਸ਼ਖਸੀ ਆਜ਼ਾਦੀ, ਔਰਤ ਦੀ ਅੱਜ ਕੱਲ ਦੀ ਸਥਿਤੀ, ਕੀ ਔਰਤ ਦਾ ਇਹਨਾਂ ਐਡਵਰਟਾਈਜ਼ਮੈਂਟਾਂ 'ਚ ਜਾਂ ਇਸ ਓਪਨ ਫੀਲਡ ਦੇ ਵਿੱਚ ਪਾਰਟਿਸਿਪੇਟ ਕਰਨ ਦਾ ਕੀ ਸਟੇਟਸ ਹੈ, ਵਾਟਸ ਅ ਰਿਸਪੈਕਟ। ਜਿਹੜੀ ਔਰਤ ਹੈ ਜਾਂ ਜਿਹੜੀ ਗਰਲ ਚਾਈਲਡ ਹੈ, ਸਟੂਡੈਂਟ ਹੈ, ਇਹਨਾਂ ਦੀ ਕਿੰਨੀ ਕੁ ਐਕਸਪਲੋਇਟੇਸ਼ਨ ਹੈ ਇਹਨਾਂ ਦੇ ਟੀਚਰਸ ਦੇ ਥਰੂ, ਤੇ ਇਹ ਕਿੰਨੀ ਕੁ ਐਕਸਪਲੋਇਟੇਸ਼ਨ ਕਰਦੀਆਂ ਨੇ ਆਪਣੇ ਟੀਚਰਸ ਦੀਆਂ। ਬਹੁਤ ਹੀ ਅਸੀਂ ਸੈਂਸਿਟਿਵ ਤਰ੍ਹਾਂ ਦੇ ਵਿਸ਼ੇ ਲੈ ਕੇ, ਕੋਈ ਤਕਰੀਬਨ 500-200 ਲੋਕੀ ਆ ਜਾਂਦੇ ਨੇ, ਯੂਨੀਵਰਸਿਟੀ ਦੇ ਪ੍ਰੋਫੈਸਰਸ ਹੁੰਦੇ ਨੇ, ਸਾਈਕੋਲੋਜਿਸਟ ਹੁੰਦੇ ਨੇ, ਜਿਹੜੇ ਬੈਠ ਕੇ ਇੱਕ ਓਪਨ ਡਿਸਕਸ਼ਨ ਚੱਲਦੀ ਹੈ, 2-3 ਘੰਟੇ ਚੱਲਦੀ ਹੈ,
ਤੇ ਉਸ ਤੋਂ ਬਾਅਦ ਚਾਹ ਪਾਣੀ ਪੀ ਕੇ ਅਸੀਂ ਇਹਨੂੰ ਇਦਾਂ ਸੈਲੀਬ੍ਰੇਟ ਕਰ ਰਹੇ ਹਾਂ। ਔਰ ਕੁਛ ਇੱਕ ਔਰਤਾਂ ਨੂੰ ਔਰਤ ਦਿਵਸ ਤੇ ਇਸਤਰੀ ਦਿਵਸ ਜਿਹੜਾ ਕਿ ਵਰਲਡ ਇਸਤਰੀ ਦਿਵਸ ਹੈ ਉਹਦੇ ਤੇ ਅਸੀਂ ਸਨਮਾਨਿਤ ਵੀ ਕਰਦੇ ਹਾਂ। ਉਹਦੇ 'ਚ ਇਹ ਦੇਖਦੇ ਹਾਂ ਕਿ ਜੇ ਕੋਈ ਪੁਰਸ਼ ਵੀ ਵਧੀਆ ਕੰਮ ਕਰ ਰਿਹਾ ਹੈ ਔਰਤਾਂ ਦੇ ਪੱਖ 'ਚ ਜਾਂ ਔਰਤਾਂ ਦੀ ਸੋਚ ਦੇ ਮੁਤਾਬਕ ਜਾਂ ਜੋ ਵੀ ਹੈ, ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੀ ਡਾਈਮੈਂਸ਼ਨ ਹੀ ਬਸ ਦੱਸਣੀ ਸੀ। ਇੰਦਰ ਜੀ ਆ ਗਏ ਸਰ ਇਸ ਇੱਕ ਅੱਛਾ, ਤੁਹਾਡੇ ਨਾਲ ਗੱਲ ਕਰਨੀ ਹੈ। ਸੈਲੀਬ੍ਰੇਟ ਕਰਦੇ ਜਿਹੜਾ ਆਡੀਟੋਰੀਅਮ ਬਣਾ ਰੱਖਿਆ ਆਪਣੇ ਉੱਤੇ 27 ਮਾਰਚ ਨੂੰ ਕਰਦੇ ਹਾਂ ਸਰ ਹਰ ਸਾਲ। ਉਹਦੇ 'ਚ ਐਮੀਨੈਂਟ ਥੀਏਟਰਿਸਟ ਨੂੰ ਬੁਲਾਈਦਾ। ਹਾਂਜੀ ਵਰਲਡ ਥੀਏਟਰ ਡੇ। ਯੈਸ, ਪੈਸਾ ਲਈਦਾ ਤੇ ਥੀਏਟਰ ਦੀ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਸਨਮਾਨਿਤ ਕੀਤਾ ਜਾਂਦਾ। ਰਾਈਟ, ਚਲੋ ਥੈਂਕ ਯੂ ਬਹੁਤ ਚੰਗੀ ਗੱਲ। ਜੀ ਇਹ ਜਿਹੜਾ ਤੁਸੀਂ ਥੀਏਟਰ ਬਣਾ ਰਹੇ ਆਪਣੇ ਫਗਵਾੜੇ, ਜਿਹੜੀ ਗੱਲ ਜਿਹਦਾ ਜਿਕਾਇਆ, ਇਹ ਕਿਆ ਕੋਈ ਵੀ ਆ ਕੇ ਤੇ ਆਪਣਾ ਪਲੇ ਕਰ ਸਕਦਾ? ਹਾਂਜੀ, ਦੁਬਾਰਾ ਪੁੱਛੋ ਸਵਾਲ। ਇਹ ਜਿਹੜਾ ਥੀਏਟਰ ਬਣਾਇਆ ਹੋਇਆ ਫਗਵਾੜੇ ਤੇ ਆਡੀਟੋਰੀਅਮ ਆ ਰੱਖਿਆ, ਇਸ ਤੇ ਕੋਈ ਵੀ ਟੀਮ ਪੰਜਾਬ ਤੋਂ ਆ ਸਕਦੀ ਆ ਔਰ ਨਾਟਕ ਕਰ ਸਕਦੀ? ਬਹੁਤ ਸਾਰੀਆਂ ਟੀਮਾਂ ਕਰਕੇ ਗਈਆਂ, ਬਹੁਤ ਸਾਰੀਆਂ ਟੀਮਾਂ ਉਸ ਥੀਏਟਰ ਵਿੱਚ। ਕਈ ਵਾਰੀ ਕੋਈ ਕਿਤਾਬ ਰਿਲੀਜ਼ ਹੁੰਦੀ ਹੈ ਕਿਸੇ ਦੀ, ਕੋਈ ਕਿਸੇ ਦਾ ਹੋਰ ਫੰਕਸ਼ਨ ਹੁੰਦਾ ਹੈ ਲਿਟਰੇਰੀ, ਹਰ ਕਿਸੇ ਨੂੰ ਖੁੱਲਾ ਸਸਤਾ ਜਿਹੜਾ ਮਰਜ਼ੀ ਆਵੇ। ਅੱਛਾ, ਤੁਸੀਂ ਰੱਖੀ ਆਡੀਟੋਰੀਅਮ ਚਾਰजेस ਰੱਖਿਆ ਹੋਇਆ? ਕੋਈ ਫੀਸ ਨਹੀਂ ਲੈਂਦੇ ਉੱਥੇ ਅਸੀਂ ਕਿਸੇ ਤੋਂ ਵੀ। ਲਿਟਰੇਰੀ ਕੋਈ ਵੀ ਹੋਵੇ, ਨਾਟਕ ਦਾ ਹੋਵੇ। ਮੇਨਟੇਨ ਦਾ ਨਹੀਂ ਖਰਚਾ ਕਿੱਦਾਂ ਨਿਕਲਦਾ? ਖਰਚਾ ਜੀ ਗਰੀਬ ਹੈ ਅਸੀਂ, ਥੀਏਟਰ ਸਾਡਾ ਬੜਾ ਗਰੀਬ ਦਾ ਜਿਹਾ ਹੈ। ਔਰ ਖਰਚਾ ਜਦੋਂ ਪ੍ਰੋਗਰਾਮ ਚੱਲਦੇ ਆ ਉਦੋਂ ਨਿਕਲਦਾ, ਜਦੋਂ ਥੋੜਾ ਅਪ੍ਰੈਲ ਹੁੰਦੀ ਹੈ, ਜਦੋਂ ਮਾਰਚ ਅਪ੍ਰੈਲ ਹੁੰਦਾ, ਭਗਤ ਸਿੰਘ ਦਾ ਸ਼ਹੀਦੀ ਦਿਨ ਹੁੰਦਾ, ਉਦੋਂ ਕਾਫੀ ਸਾਡੇ ਪ੍ਰੋਗਰਾਮ ਲੱਗ ਜਾਂਦੇ ਆ। ਤੇ ਉਸ ਤੋਂ ਬਾਅਦ ਅਪ੍ਰੈਲ ਵੀ ਸਾਡੇ ਲਈ ਕਾਫੀ ਹੁੰਦਾ, ਔਰ ਅਗਸਤ ਮਹੀਨੇ 'ਚ ਵੀ ਕਾਫੀ ਪ੍ਰੋਗਰਾਮ ਲੱਗ ਜਾਂਦੇ ਨੇ ਸਾਡੇ। ਤੇ ਅਸੀਂ ਆਪਣੇ ਕੋਈ ਖਰਚੇ ਨਹੀਂ ਲੈਂਦੇ ਅੱਜ ਤੱਕ। ਅਸੀਂ ਕਦੇ ਕੋਈ ਕੱਪੜਾ ਨਹੀਂ ਸਵਾਉਂਦੇ, ਕੋਈ ਜੁੱਤੀ ਨਹੀਂ ਲੈਂਦੇ, ਕੋਈ ਕੁਛ ਨਹੀਂ ਲੈਂਦੇ। ਆਪਣੇ ਖਰਚੇ ਬਿਲਕੁਲ ਜ਼ੀਰੋ ਕੀਤੇ ਹੋਇਆ। ਜੋ ਕੁਛ ਵੀ ਅਸੀਂ ਥੀਏਟਰ ਲਈ ਜੀਨੇ ਆ, ਥੀਏਟਰ ਲਈ ਸਭ ਕੁਛ ਕਰਦੇ ਆ, ਔਰ ਦਿਨੇ ਰਾਤ ਉਹਦੇ ਲਈ ਅਸੀਂ ਕੰਮ ਕਰਦੇ ਆ। ਆਪਣੀਆਂ ਕੋਈ ਸਾਡੀਆਂ ਡਿਮਾਂਡ ਨਹੀਂ ਹੈਗੀਆਂ। ਜੀ ਸਰ ਮੈਂ ਇੱਕ ਸਵਾਲ ਪੁੱਛਣਾ ਚਾਹਾਂਗਾ ਜੀ। ਮੇਰਾ ਸਵਾਲ ਦੋਨਾਂ ਨਾਲ, ਮਿੰਦਰ ਜੀ ਨਾਲ, ਬੀਬਾ ਜੀ ਨਾਲ। ਹਾਂਜੀ, ਕਹਿੰਦੇ ਕਿ ਉਮਰ ਦੇ ਮੁਤਾਬਕ ਸਾਨੂੰ ਦੁਨੀਆ ਅਗਲੀ ਪੀੜ੍ਹੀ ਨੂੰ ਸੌਂਪਣੀ ਚਾਹੀਦੀ ਆ। ਹਾਂਜੀ, ਕਹਿੰਦੇ ਕਿ ਉਮਰ ਦੇ ਮੁਤਾਬਕ ਦੁਨੀਆ ਨੂੰ ਅਗਲੀ ਪੀੜ੍ਹੀ ਨੂੰ ਸੌਂਪਣੀ ਚਾਹੀਦੀ ਆ। ਇੱਕ ਚੱਲਦਾ ਜਿੱਦਾਂ ਕਹਿੰਦੇ ਕਿ ਗਾਂਧੀ ਜੀ ਨੇ ਆਪਣੇ ਵਰਗੇ ਬਥੇਰੇ ਗਾਂਧੀ ਪੈਦਾ ਕੀਤੇ ਔਰ ਨਹਿਰੂ ਨਹੀਂ ਪੈਦਾ ਕੀਤਾ, ਉਹ ਆਪਣੇ ਤੱਕ ਸੀਮਿਤ ਰਿਹਾ। ਕਿਆ ਤੁਹਾਨੂੰ ਲੱਗਦਾ ਹੈ ਤੁਹਾਡੇ ਅੰਦਰ ਜਾਂ ਤੁਹਾਡੇ ਗਰੁੱਪ ਅੰਦਰ ਜਾਂ ਆਉਣ ਵਾਲੇ ਤੁਹਾਡੇ ਟਾਈਮ ਦੇ ਬਾਅਦ ਇਸ ਜਿਹੜੀ ਹੈ ਚੱਲ ਰਿਹਾ, ਇਹ ਚੱਲਦਾ ਰਹੇ? ਕਿਆ ਤੁਹਾਨੂੰ ਇਹ ਕੋਈ ਬੰਦੇ ਨਜ਼ਰ ਆਏ ਨੇ ਜਿਹੜੇ ਗਰੁੱਪ ਨੂੰ ਲਾ ਸਕਣ, ਕੰਟੀਨਿਊ ਰੱਖਣ? ਅਸੀਂ ਇੰਨੀ ਕੁ ਪਨੀਰੀ ਪੈਦਾ ਕਰ ਲਈ ਹੈ। ਅੱਜ ਹੀ ਮੈਂ ਆਪਣੇ ਡਾਇਰੈਕਟਰ ਕਮਰੂ ਬਸ ਤੇਰੇ ਫੋਨ ਤੇ ਗੱਲ ਕਰ ਰਹੀ ਸਾਂ ਕਿ ਜੇ ਅਸੀਂ ਕੱਲ ਨੂੰ ਮਰ ਵੀ ਜਾਣੇ ਆ ਕਿਸੇ ਤਰ੍ਹਾਂ, ਔਰ ਕੋਈ ਸਾਨੂੰ ਇਸ ਗੱਲ ਦਾ ਨਹੀਂ ਦੁੱਖ ਹੋਏਗਾ, ਸਾਡੇ ਕੰਮ ਨੂੰ ਕੋਈ ਅੱਗੇ ਨਹੀਂ ਤੋੜ ਸਕੇਗਾ। ਸਾਡੇ ਆਰਟਿਸਟ ਸਾਡੇ ਨਾਲੋਂ ਵੀ ਵੱਧ ਅੱਗੇ ਨੇ, ਇੱਕ ਸਟੈਪ ਅੱਗੇ ਨੇ, ਔਰ ਸਾਡੀ ਹਰ ਗੱਲ ਨੂੰ ਉਹ ਪਕੜਦੇ ਨੇ। ਔਰ ਕਈ ਆਰਟਿਸਟ ਤਾਂ ਸਾਡੇ ਦਿਲਾਂ 'ਚ ਖੁੰਬੇ ਹੋਏ ਆ, ਜਿਹੜੇ ਸਾਡੇ ਨਾਲ ਲਗਾਤਾਰ ਕੰਮ ਕਰ ਰਹੇ ਆ, ਔਰ ਉਹ ਵੀ ਸਾਡੇ ਵਾਂਗ ਹੀ ਸ਼ੌਂਕ ਨਾਲ ਹੀ ਜੁੜੇ ਹੋਏ ਆ। ਤੇ ਸਾਨੂੰ ਕੋਈ ਨਹੀਂ ਕਿ ਅਸੀਂ ਜੇ ਕੱਲ ਨੂੰ ਨਹੀਂ ਹੋਵਾਂਗੇ ਕਿ ਇਸ ਜਿਹੜੇ ਸਾਡੇ ਥੀਏਟਰ ਸਾਡੇ ਆਪਣੇ ਬੱਚੇ ਆ ਜਿਹੜੇ ਜਨਮ ਸ਼ੇਣ ਤੋਂ ਹੀ ਲੱਗੇ ਹੋਏ ਆ, ਜਿਹੜੇ ਡਾਇਰੈਕਟਰ ਸਾਡੇ ਕਮਰੂ ਬਾਂਸਲ ਦੇ ਆ, 2 ਬੇਟੀਆਂ ਆ, ਉਹ ਵੀ ਲਗਾਤਾਰ ਹੀ ਸਾਡੇ ਨਾਲ ਬਾਲ ਕਲਾਕਾਰ ਦੇ ਰੋਲ ਕਰਦੇ ਆ। ਔਰ ਇਹ ਦੁੱਖ ਨਹੀਂ ਹੈਗਾ ਕਿ ਸਾਡੇ ਤੋਂ ਬਾਅਦ ਕੌਣ ਇਹਨੂੰ ਸੰਭਾਲੇਗਾ। ਸਾਨੂੰ ਸੰਭਾਲਣ ਵਾਲੀ ਅਸੀਂ ਬਹੁਤ ਪਨੀਰੀ ਪੈਦਾ ਕਰ ਲਈ। ਅਸੀਂ ਜੀਂਦੇ ਹੀ ਇਸੇ ਕਰਕੇ, ਅਸੀਂ ਤੁਰ ਕੇ ਮੁੜ ਆਈਏ ਇਹ ਸਾਡੀ ਆਦਤ ਨਹੀਂ ਹੈ। ਅਸੀਂ ਮੰਜ਼ਿਲ ਤੋਂ ਪਹਿਲਾਂ ਹੀ ਪਰਤ ਆਈਏ, ਸਾਡੀ ਫਿਦਰਤ ਨਹੀਂ ਹੈ। ਸਾਡੀ ਹਰ ਚਾਹਤ ਸਾਡੇ ਹੱਕ 'ਚ ਬੋਲੇ, ਇਹ ਸਾਡੀ ਕਿਸਮਤ ਨਹੀਂ ਹੈ। ਬਹੁਤ ਵਧੀਆ, ਬਹੁਤ ਵਧੀਆ। ਹਾਂਜੀ ਪਰਮਿੰਦਰ ਸਵਾਲ ਮੇਰਾ ਇਹ ਸਵਾਲ ਤੁਹਾਡੇ ਕੋਲ ਕਰਨੇ ਆ, ਇਹੀ ਸਵਾਲ ਹੈ ਜੀ। ਬੋਲੋ ਇੰਦਰ ਜੀ। ਨਹੀਂ, ਇਹੀ ਪਰਮਿੰਦਰ, ਇਹੀ ਸਵਾਲ ਪਰਮਿੰਦਰ ਨੂੰ ਵੀ ਹੈ। ਚਲੋ ਕੋਈ ਮੈਂ ਬਾਤ ਕਰਨਾ ਜੀ। ਹਾਂਜੀ ਹਾਂਜੀ,
ਸਵਾਲ ਹੈ ਕਿ 10 ਕਲਾਕਾਰ ਬਣਾਏਗੇ। ਕਲਾ ਦੀ ਤੁਸੀਂ ਆਈ ਸੀਗੀ ਜਿਹੜਾ ਹਮਾਰਾ ग्रुप हो रहा है कला की, मेरी आवाज आ रही है परमिंदर जी? मेरी आवाज आ रही है? बहुत क्लियर नहीं आ रही, हुन बोले हो तो आवाज आई है, पहला थोड़ी कट सीगी। अच्छा, मैं कह रहा तुसी एक अपना बनाया कलाकृति। हाँ जी, कलाकृति ग्रुप है जी सर। लगी 35 साल हो गए बनाए ਨੂੰ, है हाँ जी? जी। क्या ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਆਉਣ ਦੇ ਬਾਅਦ, ਮੈਂ ਇਹ ਗੱਲ ਮੈਨੂੰ ਕਹਿਣੀ ਚਾਹੀਦੀ, ਅਸੀਂ ਥੀਏਟਰ ਵਾਲੀਆਂ ਗੱਲ ਸੁਣੇ ਆ, ਜਿੰਦਾ ਰਿਹਾ ਜਾਂ ਤੁਹਾਡੇ ਜਾਣ ਦੇ ਬਾਅਦ ਇਹ ਕਿਤੇ ਖਤਮ ਹੋ ਗਿਆ? नहीं सर, मैनू उम्मीद है कि चलता रहेगा। मेरे बच्चे तो नहीं कलाकृति चलती करेंगे, रहेगी, पर कोई ना कोई स्टूडेंट मेरे कोल जेडे एक्टर्स ने उन्हां दे विच काफी ओ हैगी है, मेरे नाल काफी जुड़े हुए ने, ਉਹ ਜ਼ਰੂਰ ਕਰਨਗੇ। ਕਿਉਂਕਿ ਜਦੋਂ ਮੈਂ ਬੱਚਿਆਂ ਦੇ ਕੋਲ ਬਾਹਰ ਚਲੀ ਜਾਂਦੀ ਆ ਤਾਂ ਮੈਂ ਪਿੱਛੋਂ ਉਹਨਾਂ ਨੂੰ ਇਹ ਕਹਿ ਕੇ ਜਾਂਦੀ ਆ ਕਿ ਜੇ ਤੁਸੀਂ ਇਹ ਸ਼ੋਅ ਕਰਨੇ ਹੋਣ ਤਾਂ ਇਸ ਤਰ੍ਹਾਂ ਕਰ ਲੈਣਾ। ਤੇ ਜਦੋਂ ਮੈਂ ਦਿੱਲੀ ਚ ਪਲੇ ਕੀਤੇ ਤੁਸੀਂ ਆਪਣੇ ਬੱਚਿਆਂ ਨੂੰ ਇਹਨਾਂ ਨੇ ਕੀਤਾ ਹੋਇਆ ਇਸ ਗੱਲ ਦਾ? ਜਦੋਂ ਉਧਾਰੀ ਕੁੱਕ ਤੇ ਮੈਂ ਕੋਈ ਦਿਓ ਕੰਧਾ ਤੋਂ ਬਿਨਾ ਪਲੇ ਕੀਤੇ ਸੀਗੇ, CD ਸਿੱਧੂ ਜੀ ਤੇ ਡਾਕਟਰ ਨੂਰ ਬਹੁਤ ਪ੍ਰਭਾਵਿਤ ਹੋਏ ਸੀ। ਤੇ ਮੈਨੂੰ CD ਸਿੱਧੂ ਜੀ ਨੇ ਵੀ ਆਪਣੀਆਂ ਕਿਤਾਬਾਂ ਦਾ ਸੈੱਟ ਚੰਨੋ ਬਾਜੀਗਰਨੀ ਕਰਨ ਵਾਸਤੇ ਥੋੜਾ ਕਿਹਾ ਸੀਗਾ, ਪਰ ਕਿਉਂਕਿ ਉਦੋਂ ਮੇਰੇ ਬੱਚੇ ਵੀ ਛੋਟੇ ਸੀਗੇ ਤੇ ਮੈਂ ਵੀ, ਤੇ ਬਸ ਉਸ ਤੋਂ ਬਾਅਦ ਜਦੋਂ ਵੀ ਡਾਕਟਰ ਨੂਰ ਮਿਲਦੇ ਸੀ ਤੇ ਮੈਨੂੰ ਮੇਰੇ ਪਲੇ ਦੇ ਨਾਮ ਨਾਲ ਹੀ ਮਿਲਦੇ ਸੀਗੇ, ਅੱਛਾ ਲੱਗਦਾ ਸੀਗਾ। ਪਰ ਹੁਣ ਅਸੀਂ 2-3 ਸਾਲ ਤੋਂ ਜਗਜੀਤ ਜੀ ਅਕੈਡਮੀ ਚ ਜੁੱਤੀਆਂ ਕੋਈ ਸਵਾਲ ਆਖਰੀ ਤੁਸੀਂ ਚਾਹੋ? ਆਪਣਾ ਟਾਈਮ ਹੋ ਗਿਆ। ਜਿਹੜਾ ਸਵਾਲ ਮੈਂ ਪੁੱਛਣਾ ਸੀ ਤੁਸੀਂ ਪੁੱਛ ਲਿਆ। ਹਾਂਜੀ ਜਗਜੀਤ ਜੀ, ਜਿਹੜਾ ਸਵਾਲ ਮੈਂ ਪੁੱਛਣਾ ਸੀ ਨਾ ਜੀ, ਹਾਂਜੀ ਜਿਹੜਾ ਸਵਾਲ ਮੈਂ ਪੁੱਛਣਾ ਸੀ ਉਹ ਤੁਸੀਂ ਪੁੱਛ ਲਿਆ ਪਹਿਲਾਂ ਹੀ ਕਿ ਤੁਹਾਡੇ ਤੋਂ ਬਾਅਦ ਹਾਂ ਉਹ ਹੋ ਚੁੱਕਿਆ। ਕੋਈ ਸਵਾਲ ਹੋਰ ਆਖਰੀ ਸਾਡੇ ਕੋਲ ਹੋ ਚੁੱਕੀ, ਬਹੁਤ ਪਿਆਰੀ ਹੋਏ। ਡਾਕਟਰ ਦਵਿੰਦਰ ਕੁਮਾਰ ਸਾਹਮਣੇ ਨੇ, ਉਹਨਾਂ ਨੂੰ ਕਹਾ ਇੱਕ ਵਾਰ ਉਹ ਵੀ ਸਵਾਲ ਚਾਹਣ। ਡਾਕਟਰ ਦਵਿੰਦਰ ਜੀ ਸਰ। डॉक्टर साहब कोई सवाल है दिमाग बीबा जी के बारे या फिर जी अगर बोलो? मैं सुन रहा सी जिदा बीबा जी ते परमिंदरपाल दोनों दे ना एक मलाल है कि ਅਸੀਂ ਕੰਮ ਬਹੁਤ ਕੀਤਾ ਤੇ ਬਰਾਬਰ ਦੀ ਸਾਨੂੰ ਰਿਕਮੈਂਡੇਸ਼ਨ ਸ਼ਾਇਦ ਨਹੀਂ ਮਿਲੀ ਹੈ। ਦੇਖੋ ਹੁਣ ਮੈਂ ਛਿੱਟਾਂ ਜਿਹੜੀਆਂ ਨੀਹਾਂ ਦੇ ਵਿੱਚ ਆ ਜਾਂਦੀਆਂ ਉਹ ਕਦੇ ਸਾਹਮਣੇ ਤਾਂ ਆਉਣੀਆਂ ਨਹੀਂ ਹੈ, ਪਰ ਪੰਜਾਬੀ ਰੰਗਮੰਚ ਦੇ ਵਿਕਾਸ ਦੀ ਗੱਲ ਚੱਲੇਗੀ ਤਾਂ ਤੁਹਾਡੇ ਵਰਗੇ ਜਿਹੜੇ ਯੋਧੇ ਆ, ਸੂਰਮੇ ਆ, ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਰੰਗਮੰਚ ਲਈ, ਉਹ ਤੋਂ ਬਿਨਾਂ ਇਹ ਯਾਤਰਾ ਅਧੂਰੀ ਰਹੇਗੀ ਸਦਾ ਹੀ। ਤੁਸੀਂ ਲੋਕ ਹੋ ਜਿਨ੍ਹਾਂ ਨੇ ਪੰਜਾਬੀ ਰੰਗਮੰਚ ਨੂੰ ਬੇਸ ਬਣਾ ਕੇ ਰੱਖਿਆ ਹੋਇਆ, ਅਸਲ ਦੇ ਵਿੱਚ ਉਸ ਮਕਸਦ ਲਈ ਚੱਲੇ ਹੋ ਕਿ ਸਮਾਜ ਨੂੰ ਬਦਲਣਾ, ਜਿੰਨਾ ਤੁਹਾਡੀ ਕਪੈਸਿਟੀ ਆ, ਜਿੰਨੀ ਸਮਰੱਥਾ ਉਹਦੇ ਮੁਤਾਬਕ ਜ਼ੋਰ ਲਾ ਕੇ ਕਰ ਰਹੇ ਹੋ, ਇਹ ਬਹੁਤ ਵੱਡੀ ਦੇਣ ਹੈ। ਇਸ ਰੂਪ ਦੇ ਵਿੱਚ ਰਵੀ ਤਨੇਜਾ ਜੀ, ਤੁਸੀਂ ਇਹਨਾਂ ਲੋਕਾਂ ਨੂੰ ਸਾਹਮਣੇ ਲੈ ਕੇ ਆਏ ਹੋ, ਸਟ੍ਰੀਮ ਲਾਈਨ ਦੇ ਵਿੱਚ ਲੈ ਕੇ ਆਏ ਹੋ। ਉਹ ਲੋਕ ਜਿਨ੍ਹਾਂ ਨੂੰ ਅਣਗੌਲੇ ਰਹਿ ਗਏ ਸਾਡੇ ਰੰਗਮੰਚ ਦੀ ਦ੍ਰਿਸ਼ਟੀ ਤੋਂ, ਪਰ ਸਮਾਜ ਦੀ ਬਿਹਤਰੀ ਲਈ ਰੰਗਮੰਚ ਦੇ ਯੋਗਦਾਨ ਦੇ ਪੱਖ ਤੋਂ ਇਹਨਾਂ ਦਾ ਵੱਡੀ ਭੂਮਿਕਾ, ਬਹੁਤ ਵੱਡੇ ਯੋਗਦਾਨ ਹੈ। ਸੋ ਮੈਨੂੰ ਆਪਣੇ ਆਪ ਸੁਣ ਕੇ ਇਸ ਗੱਲ 'ਚ ਮਾਣ ਮਹਿਸੂਸ ਹੋ ਰਿਹਾ ਸੀ। ਇਸ ਕਰਕੇ ਇੱਕ ਤੇ ਦੋਵੇਂ ਨਾਰੀ ਕਲਾਕਾਰ ਹੈ, ਦੋਵੇਂ ਉਸ ਉਹਨਾਂ ਹਾਲਤਾਂ ਦੇ ਵਿੱਚ ਇਹਨਾਂ ਨੇ ਕੰਮ ਕੀਤੇ ਜਿਨ੍ਹਾਂ ਹਾਲਤਾਂ ਦੇ ਵਿੱਚ ਇਹਨਾਂ ਨੂੰ ਅੱਗੇ ਵਧਣ ਲਈ ਬਹੁਤ ਸਾਰੀਆਂ ਰੁਕਾਵਟਾਂ ਸੀ। ਇਸ ਦੇ ਬਾਵਜੂਦ ਅੱਜ ਤੱਕ ਇਹ ਸਰਗਰਮ ਹੈ, ਦੋਨੋਂ ਹੀ ਅਜੇ ਤੱਕ ਕਰ ਰਹੇ ਹੈ। ਇਹਨਾਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਸਾਨੂੰ ਸਰਕਾਰੀ ਗ੍ਰਾਂਟ ਨਹੀਂ ਮਿਲ ਰਹੀ, ਬਹੁਤ ਸਾਰੀ ਸਾਨੂੰ ਉਸ ਤਰੀਕੇ ਨਾਲ ਆਰਥਿਕ ਮਦਦ ਨਹੀਂ ਮਿਲ ਰਹੀ, ਸਰਪ੍ਰਸਤੀ ਨਹੀਂ ਮਿਲ ਰਹੀ। ਇਹ ਦਰਦ ਸਾਰਿਆਂ ਦਾ ਹੀ ਹੈ, ਜਿੰਨੇ ਵੀ ਥੀਏਟਰ ਕਰ ਰਹੇ ਸਾਰਿਆਂ ਦਾ ਹੈ। ਪਰ ਜੇ ਇਹਨਾਂ ਨੂੰ ਮਿਲ ਜਾਂਦੀ ਤਾਂ ਸ਼ਾਇਦ ਇਹਨਾਂ ਤੋਂ ਆਪਾਂ ਹੋਰ ਤਵੱਕੂ ਕਰ ਸਕਦੇ, ਹੋਰ ਵੀ ਗਾਂਹ ਨਿਕਲ ਸਕਦੇ। ਤੇ ਪ੍ਰਸ਼ਨ ਦੇ ਰੂਪ ਦੇ ਵਿੱਚ ਤਾਂ ਬਹੁਤ ਸਾਰੇ ਪ੍ਰਸ਼ਨ ਹੋ ਸਕਦੇ ਆ, ਪਰ ਮੈਨੂੰ ਬਸ ਇੱਕੋ ਛੋਟਾ ਜਿਹਾ ਪ੍ਰਸ਼ਨ ਹੈ ਦੋਹਾਂ ਦੇ ਲਈ, ਜੇ ਕੋਈ ਜਵਾਬ ਦੇਣਾ ਚਾਹਣ ਤਾਂ। ਜੇ ਤੁਹਾਨੂੰ ਅਸੀਂ ਇਸ ਗੱਲ ਲਈ ਸੱਦੀਏ ਕਿ ਇੱਕ ਰੋਲ ਤੁਹਾਡੇ ਲਈ ਹੈ, ਕੋਈ ਕਿਹੋ ਜਿਹਾ ਰੋਲ ਤੁਸੀਂ ਕਰਨਾ ਚਾਹੋਗੇ ਜਿਹੜਾ ਤੁਸੀਂ ਅਜੇ ਤੱਕ ਨਹੀਂ ਕਰ ਚੁੱਕੇ? ਬੇਸ਼ੱਕ ਤੁਸੀਂ ਬੜੀ ਲੰਬੀ ਯਾਤਰਾ ਕੀਤੀ ਹੈ, ਕੋਈ ਐਸਾ ਰੋਲ ਜਿਹੜਾ ਤੁਹਾਡੇ ਮਨ 'ਚ ਰੁਕਿਆ ਹੋਵੇ ਕਿ ਜੇ ਕਾਸ਼ ਮੈਂ ਆਹ ਰੋਲ ਕਰ ਲਵਾਂ? ਭੁਪਿੰਦਰ ਜੀ, ਰੋਲ ਕੋਈ ਕਿੱਦਾਂ ਦਾ ਵੀ ਹੋਵੇ। ਇੱਕ ਨਾਟਕ ਵਿੱਚ ਮੈਂ 3 ਰੋਲ ਕੀਤੇ ਸੀ। ਸਾਡੇ ਇੱਕ ਮੰਤਰੀ ਹੁੰਦੇ ਸਨ ਵੀਰਪਾਲ, ਉਦੋਂ ਪ੍ਰਸਾਈਡ ਕਰਨ ਆਏ ਸਨ। ਜਦੋਂ ਇੰਟਰੋਡਕਸ਼ਨ ਕਰਾਉਣ ਲੱਗਾ ਡਾਇਰੈਕਟਰ ਤੇ ਉਹਨੇ ਇੰਟਰੋਡਕਸ਼ਨ ਕਰਾਈ ਤੇ ਉਹ ਮੰਤਰੀ ਜਿਹੜਾ ਵੀਰਪਾਲ ਸੀ
ਉਹਨੇ ਕਿਹਾ ਕਿ ਜਿਹੜੀਆਂ ਬਾਕੀ 2 ਕੁੜੀਆਂ ਸੀ ਉਹਨਾਂ ਨੇ ਵੀ ਵਧੀਆ ਕੰਮ ਕੀਤਾ, ਉਹਨਾਂ ਦੀ ਇੰਟਰੋਡਕਸ਼ਨ ਕਿਉਂ ਨਹੀਂ ਤੁਸੀਂ ਕਰਾਈ। ਉਹ ਕਹਿੰਦਾ ਡਾਇਰੈਕਟਰ ਕਿ ਇਹਨੇ ਬੀਬਾ ਨੇ ਹੀ 3 ਰੋਲ ਕੀਤੇ। ਉਹ ਬੜਾ ਹੈਰਾਨ ਹੋ ਗਿਆ। ਅੱਜ ਤੋਂ 30 ਸਾਲ ਪਿੱਛੇ ਦੀ ਗੱਲ ਹੈ ਇਹ। ਔਰ ਰੋਲ ਕੋਈ ਵੀ ਹੋਵੇ, ਕਿੱਦਾਂ ਦਾ ਵੀ ਹੋਵੇ, ਹਰ ਤਰ੍ਹਾਂ ਦਾ ਰੋਲ ਕਰ ਲਾਂਗੇ। ਕੋਈ ਇਹ ਨਹੀਂ ਕਿ ਕੋਈ ਖਾਸ ਰੋਲ ਕਰਨਾ ਆ, ਜਾਂ ਰੋਲ ਕਦੇ ਵੀ ਕੋਈ ਛੋਟਾ ਵੱਡਾ ਵੀ ਨਹੀਂ ਹੁੰਦਾ। ਤੇ ਭਾਵੇਂ ਵਿਲਨ ਦਾ ਹੋਵੇ, ਭਾਵੇਂ ਹੀਰੋ ਦਾ ਹੋਵੇ, ਭਾਵੇਂ ਕੋਈ ਵੀ ਹੋਵੇ, ਕਰ ਲਾਂਗੇ। ਹਰ ਰੋਲ ਪਿਆਰਾ ਆ ਸਾਨੂੰ। ਚਲੋ ਹਾਂਜੀ ਅਸੀਂ ਇਸ ਪ੍ਰੋਗਰਾਮ ਨੂੰ ਅਸੀਂ ਹੁਣ ਆਖਰੀ ਦੌਰ ਲੈ ਰਹੇ ਹਾਂ। ਮੈਂ ਇਹਨਾਂ ਸ਼ਖਸਾਂ ਨੂੰ, ਪਰਮਿੰਦਰਪਾਲ ਜੀ, ਬੀਬਾ ਹਰਮੰਦ ਕੌਰ ਜੀ ਨੂੰ, ਦੋਨਾਂ ਨੂੰ ਸੁਣਿਆ। ਮੈਂ ਇੱਕ ਬੜੇ ਦਾਅਵੇ ਕਹਿ ਸਕਦਾ ਕਿ ਅਸੀਂ ਦੀ ਬੈਠੇ ਬਹੁਤ ਸੀ ਹਾਂ, ਬਹੁਤ ਜ਼ਿਆਦਾ ਥੀਏਟਰ ਕਾਇਆ, ਲੇਕਿਨ ਤੁਸੀਂ ਜਿਸ ਸਰਸ਼ਨਾ ਤੁਸੀਂ ਥੀਏਟਰ ਰਹੇ ਹੋ ਪੰਜਾਬ ਵਿੱਚ ਲੋਕਾਂ, ਮੈਂ ਤੁਹਾਨੂੰ ਦੋਨਾਂ ਨੂੰ ਸੂਟ ਕਰਨਾ। ਕਾਲਜੇਟ ਤੁਹਾਨੂੰ ਸੈਲੂਟ ਕਰਦੀ ਹੈ। ਤੁਸੀਂ ਇੰਨਾ ਸੰਘਰਸ਼ਾਂ ਦੇ ਨਾਲ ਤੁਸੀਂ ਰੰਗ ਵਿੱਚ ਇਸ ਜ਼ਨੂ ਗੱਲ ਹੈ। ਰੰਗਮੰਚ ਤਾਂ ਆਪ ਆਮ ਹੈ, ਦਰਸ਼ੀ ਦਾ ਮੰਚ, ਔਰ ਰੰਗਮੰਚ ਤੋਂ ਤਾਕਤ ਦਿੰਦਾ, ਤੁਹਾਡੀ ਪਰਸਨੈਲਿਟੀ ਨੂੰ ਬਦਲਦਾ। ਤੁਸੀਂ ਆਪਣੇ ਸਫ਼ਰ 30 ਸਾਲ ਪਹਿਲਾਂ ਸੋਚੋ ਜਦ ਸਫ਼ਰ ਸ਼ੁਰੂ ਕੀਤਾ ਸੀਗਾ, ਔਰ ਅੱਜ ਦਾ ਸੋਚੋ ਤੁਹਾਨੂੰ ਰੰਗਮੰਚ ਨੇ ਕਿੰਨਾ ਕੁਛ ਹੈਗਾ। ਇਸ ਗੱਲ ਨੂੰ ਛੱਡ ਤੁਹਾਨੂੰ ਇਨਾਮ ਨਹੀਂ ਮਿਲੇ, ਤੁਹਾਨੂੰ ਆਡੀਅנס ਦਾ ਜਿਹੜਾ ਇਨਾਮ ਮਿਲਿਆ, ਤੁਹਾਨੂੰ ਆਡੀਅנס ਜਿਹੜਾ ਉਹ ਆਪਣੀ ਮੈਂ ਪੂਰੀ ਲਈ ਪੰਜਾਬੀ ਰੰਗ ਵੱਲੋਂ ਤੁਹਾਨੂੰ ਸੈਲੂਟ ਕਰਦਾ। ਤੁਹਾਨੂੰ ਔਰ ਤੁਹਾਡੇ ਮੈਂ ਹਾਂ ਕਿ ਔਰ ਸੱਚ ਲੈ ਕੇ ਕਾਲਜੇਟ ਮਾਸਟਰ ਦੀ ਸੀਗੀ। ਉਹਦੇ 2 ਮੁੱਖ ਰੱਖੀਆਂ। ਪਹਿਲੀ ਗੱਲ ਸੀ ਕਿ ਆਪਾਂ ਐਜੂਕੇਸ਼ਨ ਥੀਏਟਰ ਲੈ ਕੇ ਚੱਲੇ, ਔਰ ਦੂਜਾ ਰੱਖਿਆ ਐਜੂਕੇਸ਼ਨਲ ਥੀਏਟਰ ਐਸੀ ਸਕ੍ਰਿਪਟਾਂ ਨੂੰ ਪੜਾਂਗੇ ਜਿਹੜੀ ਸਕ੍ਰਿਪਟਾਂ ਕਦੀ ਹੋਈਆਂ ਮਾਸੂਕੀ ਦਾ, ਕਿ ਐਸੀ ਸਕ੍ਰਿਪਟਾਂ ਨੂੰ ਜਿਹੜੀ ਕਦੇ ਸਟੇਜ ਵੀ ਆਪਾਂ ਉਹਨਾਂ ਨੂੰ ਸਟੇਜ ਕਰਨ ਦੀ ਕੋਸ਼ਿਸ਼ ਕਰਾਂਗੇ। ਔਰ ਦੂਜਾ ਸਾਡਾ ਮੁੱਖ ਥੜਾ ਸੀਗਾ ਕਿ ਐਸੇ ਕਲਾਕਾਰਾਂ ਨੂੰ ਸਟੇਜ ਤੇ ਲਿਆਵਾਂਗੇ ਜਿਨ੍ਹਾਂ ਨੂੰ ਸਟੇਜ ਨਹੀਂ ਮਿਲਿਆ, ਕਦੇ ਮੌਕਾ ਮਿਲਿਆ। ਆਪਾਂ ਸੇ ਨਵੇਂ ਕਲਾਕਾਰਾਂ ਨਾਲ ਹੀ ਕੰਮ ਕਰਾਂਗੇ, ਔਰ ਅਣਗੌਲੇ ਜਿਹੜੇ ਹੈ ਆਪਾਂ ਉਹਨਾਂ ਨੂੰ ਮੌਕਾ ਦੇਵਾਂਗੇ, ਔਰ ਮੈਚੁਰ ਪ੍ਰੋਫੈਸ਼ਨਲ ਥੀਏਟਰ ਦੇ ਤੌਰ ਤੇ ਆਪਾਂ ਉਹਨਾਂ ਨੂੰ ਮੌਕਾ ਦੇਵਾਂਗੇ। ਕਾਲਜੇਟ ਡਰਾਮਾ ਸੁਸਾਇਟੀ ਇੱਕ ਵਾਰ ਫਿਰ ਅੱਜ ਪਕੜ ਮਹਿਸੂਸ ਕਰਦੀ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਕਿ ਆਪਣਾ ਜਿਹਨਾਂ ਨੇ ਜ਼ਿੰਦਗੀ ਹੁੰਦੀ ਹੈ, ਰੋਮਾਂਚ ਹੁੰਦੀ ਹੈ, ਲੇਕਿਨ ਉਹ ਨੀਂਹ ਪੱਥਰ ਜ਼ਰੂਰ ਹੈ ਆ। ਤੁਸੀਂ ਲੋਕ ਨੀਂਹ ਪੱਥਰ ਹੈਗੇ ਹੋ। ਇਹ ਗੱਲ ਡਾਕਟਰ ਦਵਿੰਦਰ ਜੀ ਨੇ ਤੁਹਾਨੂੰ ਕਹੀ ਹੈ। ਮੈਂ ਵੀ ਇਸ ਕਹਾਂਗਾ ਕਿ ਤੁਸੀਂ ਲੋਕ ਜਿਹੜੇ ਹੋ ਉਹ ਨੀਂਹ ਦੇ ਪੱਥਰ ਹੈਗੇ ਹੋ। ਨੀਂਹ ਦਾ ਪੱਥਰ ਪੂਰੇ ਰੰਗਮੰਚ ਨੂੰ ਤੁਸੀਂ ਆਪਣੇ ਤੇ ਚੁੱਕਿਆ। ਮੈਂ ਇਸ ਗੱਲ ਦਾ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਯਾਰ ਮੈਨੂੰ ਇਸ ਗੱਲ ਦਾ ਲਾਲ ਵੀ ਹੋਏਗਾ ਕਿ ਵਧੀਆ ਤੁਸੀਂ ਆਡੀਟੋਰੀਅਮ ਫਗਵਾੜੇ ਬਣਾ ਰਿਹਾ, ਔਰ ਉਸ ਤੋਂ ਸਿਰਫ ਕਿਲੋਮੀਟਰ ਦੂਰ ਸਾਡਾ ਭਾਮ ਹੈਗਾ, ਔਰ ਮੈਂ ਤੁਹਾਡੇ ਫਗਵਾੜੇ ਨਹੀਂ ਆ ਸਕਿਆ, ਔਰ ਨਾ ਮੈਂ ਕਦੇ ਆ ਕੇ ਫਾਰਮ ਕਰ ਸਕਿਆ। ਪਰ ਹੁਣ ਤੁਹਾਡਾ ਜਾਣ ਪਛਾਣ ਰੂਬਰੂ ਹੀ ਆ। ਕਦੇ ਬਲਾਕ ਬੰਦੀ ਖੁੱਲ ਜਾਏਗੀ, ਕਦੇ ਮੌਕਾ ਮਿਲੇਗਾ, ਅਸੀਂ ਤੁਹਾਡੇ ਨਾਲ ਉੱਥੇ ਫਗਵਾੜੇ ਆ ਕੇ ਫਿਰ ਆਪਾਂ ਮੈਂ ਵੀ ਕੋਸ਼ਿਸ਼ ਕਰਾਂਗੇ ਤੁਹਾਡਾ ਆ ਕੇ ਅਸੀਂ ਨਾਟਕ ਕਰ ਸਕੀਏ ਔਰ ਤੁਹਾਡੇ ਇਹਨਾਂ ਨੂੰ ਵੇਖ ਸਕੀਏ, ਜਿਹੜਾ ਮੈਂ ਕਦੇ ਕਿਹਾ। ਮੈਨੂੰ ਇਸ ਗੱਲ ਦਾ ਅਫਸੋਸ, ਹਾਲਾਂਕਿ ਪਰਮਿੰਦਰ ਮੈਂ 2 ਇੱਕ ਨਾਟਕ ਲਿਖੇ ਹੋਏ ਆ ਦਿੱਲੀ ਵਿੱਚ ਵੀ, ਪੰਜਾਬੀ ਅਕੈਡਮੀ ਹੋਏ ਜਾਂ ਹਿੰਦੀ ਅਕੈਡਮੀ ਹੋਏ, ਮੈਂ ਵੇਖੇ ਹੋਏ ਆ, ਲੇਕਿਨ ਤੁਹਾਡਾ ਮੈਨੂੰ ਮੈਂ ਬਿਲਕੁਲ ਵੇਖਿਆ। ਇਸ ਗੱਲ ਦਾ ਅਫਸੋਸ ਹੈ ਔਰ ਲੱਗਦਾ ਹੈ ਕਿ ਅਫਸੋਸ ਬਹੁਤ ਜਲਦੀ ਖਤਮ ਹੋਏਗਾ। मैं जल्दी ਤੁਹਾਡੇ ਸਾਹਮਣੇ ਆ ਕੇ ਨਾਟਕ ਕੁਝ ਵੇਖਾਂਗਾ। ਮੇਰੀ ਆਪਣੀ ਦਿਲ ਦੀ ਇੱਛਾ ਹੈ ਔਰ ਕੋਸ਼ਿਸ਼ ਹੋਈ ਮੈਂ ਨਾਟਕ ਕਰਾਂ ਵੀ। ਕਾਲਜੇਟ ਡਰਾਮਾ ਤੁਸੀਂ ਇਸੇ ਤਰ੍ਹਾਂ ਦੇ ਨਵੇਂ ਰੋਲੇ ਬੰਦਿਆਂ ਨੂੰ ਬਸ ਫਿਰ ਲੈ ਕੇ ਆਉਗੀ। ਕਰਕੇ ਮੈਂ ਡਾਕਟਰ ਦਵਿੰਦਰ ਕਰ ਵੀ, ਡਾਕਟਰ ਜਗਜੀਤ ਸਰੀ ਨੂੰ ਮੈਂ ਬਹੁਤ ਇਸ ਗੱਲ ਦਾ ਰਿਕੁਐਸਟ ਵੀ ਕਰਾਂਗੇ ਇਸ ਬੰਦਿਆਂ ਨੂੰ ਪੰਜਾਬ ਵਿੱਚ ਲੈ ਆਉਣ, ਜਿਹੜੇ ਮੰਚ ਮਿਲਦਾ ਜਾਂ ਜਿਹੜੇ ਇੰਨਾ ਕਰੇ ਲੇਕਿਨ ਨਹੀਂ ਆ। ਕੋਸ਼ਿਸ਼ ਕਰੇ ਤੁਹਾਡੇ ਮੰਚ ਦੇ ਪਸੰਦ ਨੂੰ ਖਾਈਏ। ਇਹ ਲੋਕ ਨੇ ਜਿਹੜੇ ਕੰਮ ਹੋਏ ਜਿਨ੍ਹਾਂ ਨੂੰ, ਠੀਕ ਹੈ ਪੈਸਾ ਨਹੀਂ ਹੈ, ਕਿਉਂਕਿ ਸਭ ਨੂੰ ਪਤਾ ਹੈ ਥੀਏਟਰ ਪੈਸਾ ਨਹੀਂ ਹੈਗਾ, ਲੇਕਿਨ ਮਾਣ ਔਰ ਰਿਸਪੌਂਸ ਇਹੀ ਬੰਦੇ ਨੂੰ ਜਿੰਦਾ। ਇੱਕ ਤਾਲੀ ਵੱਜਦੀ ਹੈ ਸਟੇਜ ਦੇ ਉੱਤੇ, ਕਲਾਕਾਰ ਨੂੰ ਤਾਲੀ ਮਿਲਦੀ ਹੈ,
ਤਾਂ ਉਹਦਾ ਸੀਨਾ ਚੁਗਣਾ ਹੋ ਜਾਂਦਾ, ਉਹ ਬਹੁਤ ਜੋਸ਼ ਨਾਲ ਇਹ ਕੰਮ ਕਰਦਾ। ਤੇ ਇਸੇ ਗੱਲ ਲੈ ਕੇ ਚੱਲਨੇ ਆਪਾਂ ਕਿ ਆਪਾਂ ਲੋਕਾਂ ਵਾਸਤੇ ਕਰ ਰਹੇ ਹਾਂ, ਆਪਣੇ ਵਾਸਤੇ ਕਰ ਰਹੇ ਹਾਂ, ਅਵਾਰਡ ਵਾਸਤੇ ਨਹੀਂ ਕਰ ਰਹੇ। ਇਸ ਗੱਲ ਨੂੰ मैं खुद आप ਤੁਹਾਡੇ ਸਾਹਮਣੇ, मैं भी किसी और पीछे नहीं रहा, लेकिन काम कर ਰਿਹਾ। जिस उस्ताद ਦਾ मैं चेला, उस्ताद ने को ਕਿਹਾ ਸੀਗਾ, ਪੁੱਤਰ ਲੱਗੇ ਰਹੋ, ਮਿਹਨਤ ਕਦੀ ਜਾਈ ਜਾਂਦੀ। और रंगमंच ਤਾਂ ਮੇਰੀ ਮਿਹਨਤ ਹੈ ਸਰਸ਼। ਮੈਂ ਜਗਜੀਤ ਸਿੰਘ ਹੋਰਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਪੂਰੇ ਕੰਮ ਗੀਤ ਸੰਭਾਲੇ। ਜੇ ਮੇਰੀ ਮਾਫੀ, ਤੁਸੀਂ ਵੱਡੇ ਵੀ ਬਾਕੀ ਦੇ ਵੀ ਸਾਡੇ ਆਡੀਅנס ਜੁੜੀ ਦੇ ਨਾਲ, ਮੈਂ ਉਹਨਾਂ ਬਾਰੇ ਫਿਰ ਖਬਰ ਕਰਾਂ। ਇਹ ਪਰਸੋਂ ਤਰਸੋਂ ਬੁੱਧਵਾਰ ਆਇਆ। ਇਸ ਦੌਰਾਨ ਆਪਾਂ ਪੰਜਾਬੀ ਰੰਗਮੰਚ ਦੀ ਬਹੁਤ ਹੀ ਸ਼ਖਸੀਅਤ ਕਪੂਰ ਸਿੰਘ ਗੁੰਮਣ ਸਾਹਿਬ ਬਾਰੇ ਆਪਾਂ ਕਰਨ ਜਾ ਰਹੇ, ਜਿਹਦੇ ਡਾਕਟਰ ਰਵਿੰਦਰ ਕੁਮਾਰ ਜੀ ਉਹਨਾਂ ਦੇ ਗੱਲ ਕਰਾਂਗੇ। ਮੈਂ ਆਪ ਉਹਨਾਂ ਬਾਰੇ ਪੇਪਰ ਪੜ੍ਹ ਰਿਹਾ ਇੱਕ ਪਲੇ ਦੇ ਉੱਤੇ, ਔਰ ਨਮਨਿੰਦਰ ਬਹਿਲੀ ਦੇ ਨਾਲ ਹੋਵਾਂਗੇ। ਤੁਸੀਂ ਸਾਡੇ ਜੁੜੇ ਰਹੋ। ਕਪੂਰ ਸਿੰਘ ਗੁੰਮਣ ਸਾਹਿਬ ਇੱਕ ਆਪਾਂ ਸ਼ਰਧਾਂਜਲੀ ਦਾਂਗੇ, ਔਰ ਉਹਨਾਂ ਰੰਗਮੰਚ ਦੇ ਯੋਗਦਾਨ ਨੂੰ ਵੀ ਆਪਾਂ ਗੱਲ ਕਰਾਂਗੇ। ਇਹ ਬੁੱਧਵਾਰ ਜਿਹੜਾ ਆ ਰਿਹਾ ਇਸੇ ਹਫ਼ਤੇ ਵਿੱਚ, ਉਸ ਰਾਤ ਨੂੰ 9 ਵਜੇ ਫਿਰ ਮਿਲੇ। ਔਰ ਉਸ ਤੋਂ ਬਾਅਦ ਅਗਲੇ ਸੰਡੇ ਨੂੰ ਆਪਾਂ ਪੰਜਾਬੀ ਸਾਹਿਤ ਜਗਤ ਦੀ ਬਹੁਤ ਵੱਡੀ ਹਸਤੀ ਡਾਕਟਰ ਹਰਭਜਨ ਸਿੰਘ ਜੀ ਬਾਰੇ ਗੱਲ ਕਰਨ ਜਾ ਰਹੇ ਹਾਂ। ਡਾਕਟਰ ਹਰਭਜਨ ਸਿੰਘ ਦੇ ਯੋਗਦਾਨ ਪੰਜਾਬ, ਲੋਕੀ ਕਹਿੰਦੇ ਉਹ ਕਵੀ, ਪਰ ਮੈਂ ਕਹਿੰਦਾ ਜੀ ਉਹ ਵੱਡੇ ਰੰਗ ਸੀ, ਨਾਟਕਕਾਰ ਸੀ। ਉਹਨਾਂ ਦੇ ਲਿਖਤਾਂ ਨੇ ਉਹਨਾਂ ਮੰਚ ਕੋ ਲਿਖਿਆ, ਮੰਚ ਕੋ ਲਿਖਿਆ। ਇਸ ਬਾਰੇ ਕਰਾਂਗੇ ਆਪਾਂ ਬੜੇ ਇਤਵਾਰ ਨੂੰ, ਬੁੱਧਵਾਰ ਨੂੰ ਕਪੂਰ ਸਿੰਘ ਗੁੰਮਣ ਸਾਹਿਬ ਗੱਲ ਕਰਾਂਗੇ। ਔਰ ਆਪਾਂ ਚਾਹਾਂਗੇ ਤੁਸੀਂ ਸਾਰੇ ਸਾਡੇ ਨਾਲ ਦਿਨ ਵੀ ਜੁੜਿਓ। ਅੱਜ ਤੁਸੀਂ ਆਏ ਬਦਰਪਾਲ ਜੀ, ਬਲਵੰਤ ਕੌਰ ਜੀ ਔਰ ਜਗਦੀਸ਼ ਸਰੀਨ ਜੀ, ਕਾਲਜੀ ਡਰਾਮਾ ਤੁਹਾਨੂੰ ਸਲਾਮ ਕਰਦੇ। ਤੁਹਾਡਾ ਸ਼ੁਕਰਗੁਜ਼ਾਰ ਵੀ ਹੈ ਕਿ ਤੁਸੀਂ ਸਾਡੇ ਵਿੱਚ ਆਏ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਵੈਰੀ ਮਚ, ਬਹੁਤ ਬਹੁਤ थैंक यू सो मच रवि जी, ਤੁਹਾਡਾ ਵੀ। ਔਰ ਦੂਸਰੇ ਰਵੀ ਜੀ ਅਮਰੀਕਾ ਤੋਂ ਸਾਡੇ ਨਾਲ ਜੁੜੇ ਨੇ, ਉਹਨਾਂ ਨੂੰ ਵੀ ਨਮਸਕਾਰ। ਥੈਂਕ ਯੂ ਕੁਲਵੰਤ ਜੀ, ਲਵ ਟੂ ਹੀਅਰ ਯੂ ਅਗੇਨ, ਐਂਡ ਸਰੇਨ ਸਾਹਿਬ ਥੈਂਕ ਯੂ। ਆਪਾਂ ਅਗਲੇ ਸ਼ਨੀਵਾਰ ਨੂੰ ਸਾਡੇ ਰੰਗਕਰਮੀ ਪੰਜਾਬੀ ਕਰਮੀ ਜਿਹੜੇ ਅਮਰੀਕਾ ਵਿੱਚ ਬਹੁਤ ਚੰਗਾ ਕਰ ਰਹੇ ਨੇ, ਉਹ ਸਾਡੇ ਨਾਲ ਅਗਲੇ ਇਤਵਾਰ ਨੂੰ ਜੁੜਾਂਗੇ। ਉਹ ਆਪਣੀ ਰੰਗ ਸੰਗ੍ਰਹਿ ਬਾਰੇ ਵੀ ਦੱਸਾਂਗੇ। ਅਮਰੀਕਾ ਵਿੱਚ ਬਹਿ ਕੇ ਉਹ ਪੰਜਾਬੀ ਥੀਏਟਰ ਕਰ ਰਹੇ ਨੇ, ਕਿੰਨਾ ਕੰਮ ਅੱਜ ਤੋਂ ਨਹੀਂ 30 ਸਾਲ ਕਰਨੇ। ਸਾਡੇ ਅਗਲੇ ਇਹਨਾਂ ਬਾਰੇ ਮੈਂ ਘੱਟ ਜਾਣਦਾ, ਅਸੀਂ ਉਹਨਾਂ ਬਾਰੇ ਕਰਾਂਗੇ। ਤੋ ਬੀਬਾ ਗੁਜ਼ਾਰ ਦੀ ਤੁਹਾਡਾ ਫਿਰ ਮੇਰੇ ਤੋਂ ਕੋਈ ਹੋਵੇ ਮੰਗਦਾ ਬਹੁਤ ओके, शुक्रिया। मेरे सामने मुंडे